आओ ਆਪਾਂ ਪਰਮੇਸ਼ਰ ਦਾ ਵਚਨ ਦੇਖਾਂਗੇ ਔਰ ਆਪਾਂ ਦੇਖਾਂਗੇ ਪੁਰਾਣੇ ਨਿਯਮ ਦੇ ਵਿੱਚ ਦੂਜਾ ਰਾਜਾ ਉਹਦਾ 5 ਅਧਿਆਏ, ਦੂਜਾ ਰਾਜਾ ਉਹਦਾ 5 ਅਧਿਆਏ ਅਤੇ ਆਪਾਂ ਪੜਾਂਗੇ 1 ਤੋਂ ਲੈ ਕੇ ਉਹਦੇ 12 ਤੱਕ। ਅਰਾਮ ਦੇ ਰਾਜਾ ਦਾ ਸੈਨਾਪਤੀ ਨਮਾਨ ਆਪਣੇ ਸਵਾਮੀ ਦੇ ਅੱਗੇ ਵੱਡਾ ਆਦਮੀ ਸੀ ਤੇ ਉਹਦਾ ਆਦਰ ਮਾਣ ਹੁੰਦਾ ਸੀ, ਕਿਉਂ ਜੋ ਉਹਦੇ ਰਾਹੀ ਯਹੋਵਾ ਨੇ ਅਰਾਮ ਨੂੰ ਫਤਿਹ ਦਿੱਤੀ ਸੀ। ਉਹ ਮਨੁੱਖ ਯੋਧਾ ਸੂਰਮਾ ਸੀ ਪਰ ਕੋੜੀ ਸੀ। ਅਰਾਮੀ ਜੱਥੇ ਬਣ ਕੇ ਨਿਕਲੇ ਤੇ ਇਸਰਾਇਲ ਦੇ ਦੇਸ਼ ਵਿੱਚੋਂ ਇੱਕ ਨਿੱਕੀ ਕੁੜੀ ਨੂੰ ਫੜ ਕੇ ਨਾਲ ਲੈ ਆਏ ਸਨ, ਜੋ ਨਮਾਨ ਦੀ ਇਸਤਰੀ ਦੀ ਗੋਲੀ ਬਣ ਗਈ ਸੀ। ਉਸਨੇ ਆਪਣੀ ਬੀਬੀ ਨੂੰ ਆਖਿਆ, ਜੇ ਕਿਤੇ ਮੇਰਾ ਸਵਾਮੀ ਉਸ ਨਵੀ ਦੇ ਕੋਲ ਹੁੰਦਾ ਜੋ ਸਾਮਰੀਆ ਵਿੱਚ ਹੈ ਤਾਂ ਉਹ ਨੂੰ ਉਹਦੇ ਕੋਲ ਤੋਂ ਚੰਗਿਆ ਕਰ ਦਿੰਦਾ। ਕਿਸੇ ਨੇ ਅੰਦਰ ਜਾ ਕੇ ਆਪਣੇ ਸਵਾਮੀ ਨੂੰ ਦੱਸਿਆ ਕਿ ਉਸ ਕੁੜੀ ਨੇ ਇਸਰਾਇਲ ਦੇ ਦੇਸ਼ ਦੀ ਜੋ ਇਸਰਾਇਲ ਦੇ ਦੇਸ਼ ਦੀ ਹੈ ਇਹਨੂੰ ਆਖਿਆ ਹੈ। ਤਾਂ ਅਰਾਮ ਦੇ ਰਾਜਾ ਨੇ ਆਖਿਆ, ਚਲਾ ਜਾ, ਮੈਂ ਇਸਰਾਇਲ ਦੇ ਪਾਤਸ਼ਾਹ ਨੂੰ ਇੱਕ ਚਿੱਠੀ ਘੱਲਾਂਗਾ। ਸੋ ਉਹ ਤੁਰ ਪਿਆ ਤੇ 10 ਤੋੜੇ ਚਾਂਦੀ ਤੇ 6000 ਮਿਸਕਾਲ ਸੋਨੇ ਤੇ 10 ਜੋੜੇ ਕੱਪੜੇ ਆਪਣੇ ਨਾਲ ਲੈ ਲਏ। ਉਹ ਇਸਰਾਇਲ ਦੇ ਪਾਤਸ਼ਾਹ ਦੇ ਕੋਲ ਚਿੱਠੀ ਲਿਆਇਆ, ਜੇ ਦੇ ਵਿੱਚ ਇਹ ਲਿਖਿਆ ਸੀ ਕਿ ਹੁਣ ਜਦ ਇਹ ਚਿੱਠੀ ਤੇਰੇ ਕੋਲ ਆਪਣੇ ਤਾਂ ਵੇਖ, ਮੈਂ ਆਪਣੇ ਬੰਦੇ ਨਮਾਨ ਨੂੰ ਤੇਰੇ ਕੋਲ ਘੱਲਿਆ ਹੈ, ਭਾਈ ਤੂੰ ਉਹਨੂੰ ਉਹਦੇ ਕੋਲ ਤੋਂ ਚੰਗਾ ਕਰ ਦੇਵੇ। ਇਉਂ ਹੋਇਆ, ਜਦ ਇਸਰਾਇਲ ਦੇ ਪਾਤਸ਼ਾਹ ਨੇ ਉਹ ਚਿੱਠੀ ਪੜ੍ਹੀ ਤਾਂ ਉਸਨੇ ਆਪਣੇ ਬਸਤਰ ਪਾੜ ਕੇ ਆਖਿਆ ਕਿ ਮੈਂ ਪਰਮੇਸ਼ਰ ਹਾਂ, ਭਾਈ ਮਾਰਾ ਅਤੇ ਜਵਾਵਾਂ ਜੋ ਇਹ ਪੁਰਸ਼ ਇੱਕ ਆਦਮੀ ਨੂੰ ਮੇਰੇ ਕੋਲ ਘੱਲਦਾ ਹੈ, ਭਾਈ ਮੈਂ ਉਹਨੂੰ ਉਹਦੇ ਕੋਲ ਤੋਂ ਚੰਗਾ ਕਰਾਂ। ਜਰਾ ਸੋਚੋ ਤੇ ਵੇਖੋ ਕਿ ਉਹ ਮੇਰੇ ਵਿਰੁੱਧ ਕੋਈ ਬੁਰਾ ਭਾਲਦਾ ਹੈ। ਤਾਂ ਇਉਂ ਹੋਇਆ, ਜਦ ਪਰਮੇਸ਼ਰ ਦਾ ਜਨ ਅਲੀਸ਼ਾ ਨੇ ਸੁਣਿਆ ਭਾਈ ਇਸਰਾਇਲ ਦੇ ਪਾਤਸ਼ਾਹ ਨੇ ਆਪਣੇ ਬਸਤਰ ਪਾੜੇ ਅਤੇ ਤਾਂ ਉਸਨੇ ਪਾਤਸ਼ਾਹ ਨੂੰ ਇਹ ਕਹਾ ਘੱਲਿਆ, ਭਾਈ ਤੂੰ ਆਪਣੇ ਬਸਤਰ ਕਿਉਂ ਪਾੜੇ ਹਨ, ਉਹਨੂੰ ਮੇਰੇ ਕੋਲ ਆਉਣ ਦੇ ਤਾਂ ਜੋ ਉਹ ਨੂੰ ਪਤਾ ਲੱਗੇ ਭਾਈ ਇਸਰਾਇਲ ਵਿੱਚ ਇੱਕ ਨਬੀ ਹੈ। ਸੁਲਮਾਨ ਆਪਣੇ ਘੋੜਿਆਂ ਅਤੇ ਆਪਣੇ ਰਥਾਂ ਸਣੇ ਆਇਆ ਤੇ ਅਲੀਸ਼ਾ ਦੇ ਘਰ ਦੇ ਬੂਹੇ ਕੋਲ ਖਲੋ ਗਿਆ। ਅਲੀਸ਼ਾ ਨੇ ਇੱਕ ਹਲਕਾਰੇ ਨੂੰ ਇਹ ਆਖ ਕੇ ਉਹ ਦੇ ਕੋਲ ਘੱਲਿਆ ਕਿ ਜਾ ਤੇ ਯਰਦਨ ਵਿੱਚ 7 ਚੁੱਕੀਆਂ ਮਾਰ ਤਾਂ ਤੇਰਾ ਸਰੀਰ ਤਿਵੇਂ ਹੀ ਹੋ ਜਾਵੇਗਾ ਤੇ ਤੂੰ ਸ਼ੁੱਧ ਹੋ ਜਾਵੇਂਗਾ। ਪਰ ਨਮਾਨ ਵਿਰੋਧੀ ਹੋ ਕੇ ਚਲਿਆ ਗਿਆ ਅਤੇ ਕਹਿਣ ਲੱਗਾ, ਵੇਖੋ ਮੈਂ ਤਾਂ ਸੋਚਦਾ ਸਾਂ ਭਾਈ ਉਹ ਬਾਹਰ ਆ ਕੇ ਖਲੋ ਜਾਵੇਗਾ ਔਰ ਆਪਣੇ ਪਰਮੇਸ਼ਵਰ ਦਾ ਯਹੋਵਾ ਦਾ ਨਾਮ ਲੈ ਕੇ ਉਸ ਥਾਂ ਉੱਤੇ ਆਪਣਾ ਹੱਥ ਫੇਰੇਗਾ ਤੇ ਕੋੜੀ ਨੂੰ ਚੰਗਾ ਕਰੇਗਾ। ਕਿ ਦਮਿਸ਼ਕ ਦੀਆਂ ਨਦੀਆਂ ਅਬਾਨਾ ਅਤੇ ਫਰਫਰ ਇਸਰਾਇਲ ਦੀਆਂ ਸਾਰੀਆਂ ਨਦੀਆਂ ਤੋਂ ਚੰਗੀਆਂ ਨਹੀਂ, ਭਲਾ ਮੈਂ ਉਹਨਾਂ ਵਿੱਚ ਨਹਾ ਕੇ ਸ਼ੁੱਧ ਨਾ ਹੋ ਸਕਦਾ ਸਾਂ। ਸੋ ਉਹ ਮੁੜਿਆ ਤੇ ਗੁੱਸੇ ਨਾਲ ਚਲਿਆ ਗਿਆ। ਸਾਰੇ ਬੋਲੋ ਹਾਲੇਲੂਇਆ, ਹਾਲੇਲੂਇਆ। ਇਹ परमेश्वर ਦਾ वचन है और परमेश्वर ਦਾ वचन परमेश्वर ਦੇ ਆਤਮਾ द्वारा लिखाया गया है और बाइबल ਦੇ ਵਿੱਚ ਲਿਖਿਆ ਗਾ, ਪ੍ਰਭੂ ਯਿਸੂ ਮਸੀਹ ਕਹਿੰਦੇ ਨੇ ਆਕਾਸ਼ ਧਰਤੀ ਟਲ ਜਾਏਗਾ, ਮੇਰਾ वचन ਕਦੇ ਨਹੀਂ ਟਲੇਗਾ। ਸੋ ਸਾਰੇ ਬਹੁਤ ਧਿਆਨ ਦੇ ਨਾਲ ਇਸ ਜਗ੍ਹਾ ਬੈਠਣਾਗਾ ਕਿਉਂਕਿ ਅੱਜ 1 ਜਨਵਰੀ 2023 ਆਪਾਂ 2023 ਦੇ ਪਹਿਲੇ ਹਫਤੇ ਦੇ ਪਹਿਲੇ ਦਿਨ ਦੇ ਵਿੱਚ ਆਪਾਂ ਆਏ ਹੋਏ ਹਾਂ और सचमुच साडे परमेश्वर की बहुत वड्डी कृपा हुई साडे उपर कि असीं हुण तक सही सलामत हाँ, असीं तंदुरुस्त हाँ, असीं खा पी सकते हैं, असीं चल फिर सकते हैं और जो असीं अपने नवे साल की शुरुआत कर रहे हैं वो आपां परमेश्वर की महिमा दे लई कर रहे हैं, महिमा दे नाल मिल के कर रहे हैं। और परमेश्वर साडे जीवन दे विच यही चाहुंदे ने कि जो इंसान है वो दिन प्रति दिन पल प्रति पल परमेश्वर की महिमा दे विच, परमेश्वर की सच्चाई दे विच और परमेश्वर की कृपा दे विच वो वाधा चला जाए। तो सचमुच साडे परमेश्वर हर बार इंसान नूं ओह बचाउण दे लई, उसदे विश्वास नूं वधाउण दे लई परमेश्वर कोई ना कोई योजना बनाउंदे ने। तो अज भी परमेश्वर साडे नाल की गलबात करना चाहुंदे ने, इस गल नूं बहुत ध्यान नाल सुनना गा क्योंकि तुसीं अपना काम कार छड्ड के आए हो, कोई दूरों आयागा, कोई ज़्यादा दूरों आयागा तो कोई नेड़े तो आयागा, लेकिन जो भी आए हो अपना कुछ ना कुछ छड्ड के ही आए हो। अगर इत्थे आए हो तो अज जो भी परमेश्वर गलबात करे उस गल नूं अपने दिल दे विच जमा करना गा क्योंकि जो शैतान है वो कदे नहीं चाहता कि तुसीं वचन नूं याद रखो क्योंकि वचन नूं याद रखोगे
ਤਾਂ ਤੁਸੀਂ ਸ਼ੈਤਾਨ ਦਾ ਸਾਹਮਣਾ ਕਰ ਸਕਦੇ ਹੋ। ਅਗਰ ਤੁਸੀਂ ਵਚਨ ਨੂੰ ਚੇਤੇ ਰੱਖੋਗੇ ਤਾਂ ਤੁਸੀਂ ਸ਼ੈਤਾਨ ਤੋਂ ਕਦੇ ਵੀ ਹਾਰ ਨਹੀਂ ਸਕਦੇ। ਲੇਕਿਨ ਸ਼ੈਤਾਨ ਕੀ ਚਾਹੁੰਦਾ ਕਿ ਜੋ ਤੁਹਾਡਾ ਧਿਆਨ ਹੈ ਉਹ ਇੱਧਰ ਉੱਧਰ ਚਲਾ ਜਾਏ। ਕਈ ਵਾਰ ਪਰਮੇਸ਼ਵਰ ਆਪਣੇ ਵਚਨ ਦੇ ਰਾਹੀਂ ਕੁਝ ਐਸੀ ਗੱਲ ਸਿਖਾਉਂਦੇ ਨੇ ਇਨਸਾਨ ਨੂੰ ਕਿ ਜਿਹਦੇ ਨਾਲ ਇਨਸਾਨ ਦੇ ਜੀਵਨ ਦੇ ਵਿੱਚ ਜੋ ਵਿਸ਼ਵਾਸ ਹੈ ਉਹ ਵਿਸ਼ਵਾਸ ਵਧੇ। ਲੇਕਿਨ ਉਸੇ ਘੜੀ ਜੋ ਸ਼ਤਰੂ ਸ਼ੈਤਾਨ ਹੈ ਉਸੇ ਘੜੀ ਕੋਈ ਨਾ ਕੋਈ ਐਸੀ ਗੱਲਬਾਤ ਕਰ ਦਿੰਦਾਗਾ, ਜਾਂ ਤਾਂ ਤੁਹਾਡਾ ਫੋਨ ਆਏਗਾ ਜਾਂ ਤੁਹਾਡੇ ਆਂਢ ਗੁਆਂਢ ਦੇ ਵਿੱਚ ਕੋਈ ਵੀ ਕੁਝ ਕਰ ਦੇਵੇਗਾ ਔਰ ਤੁਹਾਡਾ ਧਿਆਨ ਨਾਲ ਦੀ ਨਾਲ ਉਹ ਭਟਕ ਜਾਏਗਾ, ਜਿਹਦੇ ਕਰਕੇ ਫਿਰ ਜੋ ਪਰਮੇਸ਼ਵਰ ਦੇ ਕੋਲੋਂ ਆਸ਼ੀਸ਼ ਮਿਲਣੀ ਹੈ, ਪਰਮੇਸ਼ਵਰ ਦੇ ਕੋਲੋਂ ਜੋ ਵਿਸ਼ਵਾਸ ਦੇ ਵਿੱਚ ਵਾਧਾ ਹੋਵੇ ਉਹ ਚੀਜ਼ ਤੁਹਾਨੂੰ ਸਿੱਖਣ ਨੂੰ ਮਿਲਣੀ ਹੈ, ਤਾਂ ਉੱਥੋਂ ਧਿਆਨ ਕੀ ਹੈ, ਉਹ ਧਿਆਨ ਇੱਧਰ ਉੱਧਰ ਹੋ ਜਾਂਦਾਗਾ। ਤਾਂ ਲੇਕਿਨ ਅੱਜ ਦੇ ਵਚਨ ਨੂੰ ਬਹੁਤ ਧਿਆਨ ਨਾਲ ਸੁਣਨਾਗਾ, ਕਿਉਂਕਿ ਪਰਮੇਸ਼ਵਰ ਨਹੀਂ ਚਾਹੁੰਦੇ ਕਿ ਕੋਈ ਵੀ ਇਨਸਾਨ ਉਹ ਨਾਸ ਵਿੱਚ ਚਲਾ ਜਾਏ। ਆਪਾਂ ਗੱਲ ਕਰੀਏ ਮਸੀਹੀ ਲੋਕਾਂ ਦੀ, ਤਾਂ ਦੇਖੋ ਅੱਜ ਮਸੀਹ ਦੇ ਵਿੱਚ ਲੋਕ ਆਉਂਦੇ ਨੇ ਔਰ ਆਏ ਕਦੋਂ ਕਿ ਜਦੋਂ ਕੋਈ ਨਾ ਕੋਈ ਸਮੱਸਿਆ ਸੀਗੀ, ਜਦੋਂ ਕੋਈ ਨਾ ਕੋਈ ਮੁਸ਼ਕਲ ਸੀਗੀ, ਜਾਂ ਕੋਈ ਨਾ ਕੋਈ ਇਨਸਾਨ ਦੇ ਜੀਵਨ ਦੇ ਵਿੱਚ ਬਿਮਾਰੀ ਸੀਗੀ। ਉਸ ਤੋਂ ਬਾਅਦ ਦੇਖੋ ਜਦੋਂ ਉਹ ਪਰਮੇਸ਼ਵਰ ਦਾਸ ਕੋਲ ਆਏ ਤਾਂ ਪਰਮੇਸ਼ਵਰ ਦਾਸ ਨੇ ਪ੍ਰਾਰਥਨਾ ਕਰੀ, ਕੁਝ ਵਚਨ ਸਿਖਾਏ, ਤਾਂ ਉਹਨਾਂ ਦੇ ਜੀਵਨ ਦੇ ਵਿੱਚ ਉਹ ਛੁਟਕਾਰਾ ਹੋ ਗਿਆ, ਉਹਨਾਂ ਦੇ ਜੀਵਨ ਦੇ ਵਿੱਚ ਉਹ ਸ਼ਾਂਤੀ ਆ ਗਈ। ਲੇਕਿਨ ਅੱਜ ਕਿਸੇ ਵੀ ਮਸੀਹ ਇਨਸਾਨ ਨੂੰ ਪੁੱਛ ਕੇ ਦੇਖੋ ਕਿ ਕੀ ਤੁਸੀਂ ਆਪਣੇ ਜੀਵਨ ਦੇ ਵਿੱਚ ਖੁਸ਼ ਹੋ, ਤਾਂ ਹਰ ਮਸੀਹੀ ਇਨਸਾਨ ਜ਼ਿਆਦਾਤਰ ਇਨਸਾਨ ਕੋਈ ਨਾ ਕੋਈ ਆਪਣੀ ਸਮੱਸਿਆ ਜ਼ਰੂਰ ਦੱਸੇਗਾ। ਕੋਈ ਵੀ ਇਨਸਾਨ ਹੈ ਉਹਦੇ ਜੀਵਨ ਦੇ ਵਿੱਚ ਕੋਈ ਨਾ ਕੋਈ ਸਮੱਸਿਆ ਅਜੇ ਹੈ, ਅਜੇ ਵੀ ਉਹ ਆਪਣੇ ਜੀਵਨ ਦੇ ਵਿੱਚ ਕਿਤੇ ਨਾ ਕਿਤੇ ਦੁਖੀ ਹੈ, ਕਿਤੇ ਨਾ ਕਿਤੇ ਉਹ ਪਰੇਸ਼ਾਨ ਹੈ। ਜਿਸ ਤਰ੍ਹਾਂ ਦਾ ਆਨੰਦ ਉਹਨੂੰ ਹੋਣਾ ਚਾਹੀਦਾਗਾ, ਜਿਸ ਤਰ੍ਹਾਂ ਉਹਦੇ ਜੀਵਨ ਦੇ ਵਿੱਚ ਸ਼ਾਂਤੀ ਹੋਣੀ ਚਾਹੀਦੀ ਹੈ, ਜਿਸ ਤਰ੍ਹਾਂ ਦਾ ਉਹਦੇ ਜੀਵਨ ਦੇ ਵਿੱਚ ਪਰਮੇਸ਼ਵਰ ਦੇ ਨਾਲ ਸੰਗਤੀ ਹੋਣੀ ਚਾਹੀਦੀ ਹੈ, ਉਹ ਇਨਸਾਨ ਦੇ ਜੀਵਨ 'ਚ ਦਿਖਾਈ ਨਹੀਂ ਦੇ ਰਹੀ, ਤੇ ਜਿਸ ਕਰਕੇ ਇਨਸਾਨ ਕੀ ਹੈ ਉਹ ਪਰੇਸ਼ਾਨ ਰਹਿੰਦਾ ਹੈ। ਤਾਂ ਅਗਰ ਮੈਂ ਕਹਾਂ ਇੱਥੇ ਕਿ ਕਿਹੜਾ ਇਨਸਾਨ ਹੈ ਕਿ ਜਿਹੜਾ ਮਸੀਹ ਦੇ ਵਿੱਚ ਆਇਆ ਹੋਵੇ ਇੱਥੇ ਬੈਠਿਆਂ ਦੇ ਵਿੱਚ, ਕਿ ਉਹਦੇ ਜੀਵਨ ਦੇ ਵਿੱਚ ਹਜੇ ਕੋਈ ਪਰੇਸ਼ਾਨੀ ਨਾ ਹੋਵੇ, ਤਾਂ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਇਨਸਾਨ ਹੱਥ ਚੱਕੇ, ਕਿਉਂਕਿ ਹਜੇ ਵੀ ਬਹੁਤੇ ਲੋਕਾਂ ਦੇ ਜੀਵਨਾਂ ਦੇ ਵਿੱਚ, ਉਹਨਾਂ ਦੇ ਘਰਾਂ ਦੇ ਵਿੱਚ ਕੋਈ ਨਾ ਕੋਈ ਸਮੱਸਿਆ ਹੈਗੀ, ਕੋਈ ਨਾ ਕੋਈ ਪਰੇਸ਼ਾਨੀ ਹੈ। ਜਦ ਕਿ ਮਸੀਹ ਦੇ ਵਿੱਚ ਆਇਆ ਨੂੰ ਕਿਸੇ ਨੂੰ 25 ਸਾਲ ਹੋ ਗਏ, ਕਿਸੇ ਨੂੰ 28 ਸਾਲ ਹੋ ਗਏ, ਕਿਸੇ ਨੂੰ 12 ਸਾਲ ਹੋ ਗਏ, ਕਿਸੇ ਨੂੰ 15 ਸਾਲ, ਕਿਸੇ ਨੂੰ 10 ਸਾਲ, ਕਿਸੇ ਨੂੰ 4 ਸਾਲ, ਜੋ ਵੀ ਹਰ ਇਨਸਾਨ ਕੀ ਹੈ ਉਹ ਅਜੇ ਪਰੇਸ਼ਾਨੀ ਦੇ ਵਿੱਚ ਹੈ। ਤੇ ਪਰੇਸ਼ਾਨੀ ਔਰ ਜੋ ਇਨਸਾਨ ਦੁਖੀ ਹੈ ਇਹਦਾ ਕਾਰਨ ਕੀ ਹੈ? ਅਗਰ ਤੁਸੀਂ ਅੱਜ ਦੀ ਇਸ ਗੱਲ ਨੂੰ ਸਮਝ ਚੁੱਕੇ ਨਾ, ਤਾਂ ਮੈਨੂੰ ਨਹੀਂ ਲੱਗਦਾ ਕਿ ਅੱਜ ਤੋਂ ਬਾਅਦ ਤੁਹਾਡੇ ਜੀਵਨ ਦੇ ਵਿੱਚ ਕਦੇ ਕੋਈ ਪਰੇਸ਼ਾਨੀ ਰਹੇਗੀ, ਕਿਉਂਕਿ ਆਪਾਂ ਜੋ ਸਿੱਖਣਾਗਾ ਅੱਜ ਪਰਮੇਸ਼ਵਰ ਦੇ ਵਚਨ ਦੁਆਰਾ ਸਿੱਖਣਾਗਾ। ਔਰ ਪਰਮੇਸ਼ਵਰ ਆਪਣੇ ਵਚਨ ਸਾਨੂੰ ਇਸ ਲਈ ਦਿੰਦੇ ਨੇ ਤਾਂ ਕਿ ਅਸੀਂ ਪਰਮੇਸ਼ਵਰ ਦੇ ਰਾਜ ਲਈ ਤਿਆਰ ਹੋ ਸਕੀਏ, ਪਰਮੇਸ਼ਵਰ ਦੇ ਸਵਰਗ ਰਾਜ ਦੇ ਵਾਰਸ ਬਣੀਏ। ਲੇਕਿਨ ਅਗਰ ਤੁਹਾਡੀ ਸਮੱਸਿਆ ਹੈ, ਅਗਰ ਤੁਹਾਡੀ ਪਰੇਸ਼ਾਨੀ ਹੈ, ਅਗਰ ਤੁਹਾਡੇ ਜੀਵਨ ਦੇ ਵਿੱਚ ਮੁਸ਼ਕਲ ਹੈ, ਤਾਂ ਤੁਹਾਨੂੰ ਜਿੰਨੀ ਮਰਜ਼ੀ ਸਵਰਗ ਦੀਆਂ ਗੱਲਾਂ ਸਿਖਾਓ, ਤੁਹਾਨੂੰ ਦੱਸੋ ਕਿ ਸਵਰਗ ਦੇ ਵਿੱਚ ਮਤਲਬ ਸੋਨੇ ਦੀਆਂ ਸੜਕਾਂ ਬਣੀਆਂ ਹੋਈਆਂ ਨੇ, ਤੁਹਾਨੂੰ ਦੱਸਿਆ ਜਾਏ ਕਿ ਸਵਰਗ ਦੇ ਵਿੱਚ ਕੋਈ ਭੁੱਖ ਨਹੀਂ ਹੈ, ਕੋਈ ਪਿਆਸ ਨਹੀਂ ਹੈ, ਉੱਥੇ ਕੋਈ ਮੌਤ ਨਹੀਂ ਹੈ, ਉੱਥੇ ਕੋਈ ਵੀ ਕਸ਼ਟ ਨਹੀਂ ਹੈ, ਤਾਂ ਸੁਣਨ ਵਾਲਾ ਕੀ ਕਹੇਗਾ? ਸਭ ਕੁਝ ਠੀਕ ਹੈ, ਲੇਕਿਨ ਜਿਹੜੀ ਮੇਰੀ ਸਮੱਸਿਆ ਹੈਗੀ, ਮੇਰੀ ਪਰੇਸ਼ਾਨੀ ਹੈ, ਇਹਦਾ ਹੱਲ ਤਾਂ ਕਰੋ। ਤਾਂ ਸਹੀ ਦੇ ਵਿੱਚ ਅੱਜ ਪਰਮੇਸ਼ਵਰ ਸਾਨੂੰ ਕੁਝ ਸਿਖਾਉਣ ਦੇ ਲਈ ਜਾ ਰਹੇ ਨੇ। ਔਰ ਜਦ ਪ੍ਰਭੂ ਯਿਸੂ ਮਸੀਹ ਇਸ ਧਰਤੀ ਉੱਪਰ ਸੀਗੇ ਤਾਂ ਪ੍ਰਭੂ ਯਿਸੂ ਮਸੀਹ ਨੇ ਇੱਕ ਗੱਲ ਕਹੀ ਸੀਗੀ ਕਿ ਜੋ ਕੋਈ ਮੇਰੇ ਪਿੱਛੇ ਆਉਣਾ ਚਾਹੇ, ਮੱਤੀ ਉਹਦਾ 16 ਅਧਿਆਇ ਉਹਦੇ 24 ਵਚਨ ਦੇ ਵਿੱਚ ਲਿਖਿਆ ਹੈਗਾ ਕਿ ਜੋ ਕੋਈ ਮੇਰੇ ਪਿੱਛੇ ਆਉਣਾ ਚਾਹੇ ਉਹ ਕੀ ਕਰੇ? ਆਪਣੇ ਆਪ ਦਾ ਇਨਕਾਰ ਕਰੇ। ਕੀ ਕਰਨਾਗਾ? ਆਪਣੇ ਆਪ ਦਾ ਇਨਕਾਰ ਕਰਨਾਗਾ। ਇਨਕਾਰ ਕਰਨਾ ਮਤਲਬ ਆਪਣੀ ਇੱਛਾ ਨੂੰ ਮਾਰ ਦਵੋ, ਆਪਣੀ ਇੱਛਾ ਨੂੰ ਛੱਡ ਦਿਓ। ਤਾਂ ਫਿਰ ਕੀ ਕਰੋ? ਆਪਣੀ ਸਲੀਬ ਚੁੱਕੋ ਤੇ ਮੇਰੇ ਪਿੱਛੇ ਆਓ। ਅੱਜ ਇਨਸਾਨ ਮਸੀਹ ਦੇ ਕੋਲ ਆਇਆ ਤਾਂ ਹੈ, ਅੱਜ ਇਨਸਾਨ ਕੀ ਹੈ? ਉਹ ਮਸੀਹ ਦੇ ਕੋਲ ਆਉਂਦਾ ਤਾਂ ਹੈ, ਲੇਕਿਨ ਉਹ ਕੀ ਕਰਦਾਗਾ? ਉਹ ਆਪਣੀ ਇੱਛਾ ਨਹੀਂ ਛੱਡਦਾ, ਆਪਣੀ ਇੱਛਾ ਨਹੀਂ ਛੱਡਦਾ। ਬੜੇ ਲੋਕ ਮਸੀਹ ਦੇ ਕੋਲ ਆਏ, ਅੱਜ ਕੋਈ ਨਾ ਕੋਈ ਇਨਸਾਨ ਆਪਣੀ ਇੱਛਾ ਲੈ ਕੇ ਬੈਠਾਗਾ, ਆਪਣੀ ਇੱਛਾ ਲੈ ਕੇ ਬੈਠਾਗਾ, ਤੇ ਜਿਹਦੇ ਕਰਕੇ ਉਸਦੇ ਜੀਵਨ ਦੇ ਵਿੱਚ ਉਹ ਕੰਮ ਨਹੀਂ ਹੋ ਪਾ ਰਿਹਾ ਜਿਸ ਤਰ੍ਹਾਂ ਪਰਮੇਸ਼ਵਰ ਕੰਮ ਕਰਨਾ ਚਾਹੁੰਦੇ ਨੇ। ਗੱਲ ਨੂੰ ਬਹੁਤ ਧਿਆਨ ਨਾਲ ਸੁਣਿਓ। ਇੱਕ ਵਾਰ ਜੋ ਦੁਨੀਆ ਦਾ ਪਹਿਲਾ ਸਭ ਤੋਂ ਇਨਸਾਨ ਸੀਗਾ, ਕੀ ਨਾਮ ਸੀ ਉਹਦਾ? ਆਦਮ। ਬਾਬਾ ਆਦਮ। ਉਹਦੇ 2 ਬੱਚੇ ਸੀਗੇ,
ਕਾਇਨ ਤੇ ਹਾਬਿਲ। ਔਰ ਦੋਹਾਂ ਨੇ ਕੀ ਕੀਤਾ ਕਿ ਪਰਮੇਸ਼ਵਰ ਨੂੰ ਭੇਟ ਦੇਣ ਦੇ ਲਈ ਸੋਚਿਆ। ਜੋ ਹਾਬਿਲ ਸੀਗਾ ਉਹ ਕੀ ਕੰਮ ਕਰਦਾ ਸੀਗਾ? ਹਾਂ, ਹਾਬਿਲ ਹਾਬਿਲ ਦਾ ਕੰਮ ਕੀ ਸੀਗਾ? ਪੜੋ ਹਾਬਿਲ ਦੇ ਵਿੱਚੋਂ ਉਤਪਤ 4 ਦੇ ਕੋਈ ਬਾਤ ਨਹੀਂ, ਪੜ ਲੈਂਦੇ ਆ, ਵੈਸੇ ਪੜਨਾ ਹੀ ਹੈ। ਉਤਪਤ 4 ਦੇ ਉਹ 3 ਵਚਨ। ਕੁਝ ਦਿਨਾਂ ਦੇ ਮਗਰੋਂ ਇਉਂ ਹੋਇਆ ਕਿ ਕਾਇਨ ਜ਼ਮੀਨ ਦੇ ਫਲ ਤੋਂ ਯਹੋਵਾ ਦੀ ਭੇਟ ਲਈ ਕੁਝ ਲੈ ਆਇਆ। ਹਾਂ, 2 ਵਚਨ ਪੜੋ। ਫਿਰ ਉਹ ਉਸ ਦੇ ਭਰਾ ਹਾਬਲ ਨੂੰ ਜਣੀ ਅਤੇ ਹਾਬਲ ਇਜੜਾਂ ਦਾ ਪਾਲੀ ਸੀ ਅਤੇ ਕਾਇਨ ਜ਼ਮੀਨ ਦਾ ਹਾਲੀ ਸੀ। ਹਾਂ, ਜੋ ਹਾਬਲ ਸੀਗਾ ਉਹ ਕੀ ਕੰਮ ਕਰਦਾ ਸੀਗਾ? ਭੇਡਾਂ ਬੱਕਰੀਆਂ ਚਾਰਦਾ ਸੀਗਾ। ਤੇ ਜੋ ਕਾਇਨ ਸੀਗਾ ਉਹ ਖੇਤੀ ਕਰਦਾ ਸੀਗਾ। ਹੁਣ ਦੋਹਾਂ ਨੇ ਕੀ ਕਰਿਆ? ਇਹ ਲੋਕ ਭੇਟ ਲੈ ਕੇ ਆਏ। ਗੱਲ ਨੂੰ ਬਹੁਤ ਧਿਆਨ ਨਾਲ ਸੁਣਿਓ। ਦੋਏ ਲੋਕ ਲੈ ਕੇ ਆਏ, ਭੇਟ ਲੈ ਕੇ ਆਏ। ਤਾਂ ਬਾਈਬਲ ਦੇ ਵਿੱਚ ਕੀ ਲਿਖਿਆ ਹੈਗਾ? ਪੜੋ ਅੱਗੇ ਇਹਦਾ 4 ਵਚਨ। ਹਾਬਲ ਵੀ ਇੱਜੜ ਦੇ ਪਲੋਠਿਆਂ ਅਰ ਉਹਦੀ ਚਰਬੀ ਦੇ ਕੋਲੋਂ ਚਰਬੀ ਤੋਂ ਕੁਝ ਲੈ ਆਇਆ ਅਤੇ ਯਹੋਵਾ ਨੇ ਹਾਬਲ ਨੂੰ ਅਤੇ ਉਹਦੀ ਭੇਟ ਨੂੰ ਪਸੰਦ ਕੀਤਾ। ਹਾਂ। ਪਰ ਕਾਇਨ ਅਰ ਉਹਦੀ ਭੇਟ ਨੂੰ ਪਸੰਦ ਨਾ ਕੀਤਾ। ਸੋ ਕਾਇਨ ਬਹੁਤ ਕ੍ਰੋਧਵਾਨ ਹੋਇਆ ਅਰ ਉਹਦਾ ਮੂੰਹ ਉੱਤਰ ਗਿਆ। ਹੁਣ ਦੇਖੋ, ਜੋ ਹਾਬਲ ਸੀਗਾ ਉਹ ਕੀ ਲੈ ਕੇ ਆਇਆ ਪਰਮੇਸ਼ਵਰ ਦੇ ਕੋਲ? ਹਾਲੇਲੂਇਆ, ਧਿਆਨ ਬਣਾ ਕੇ ਰੱਖੋ। ਜੋ ਹਾਬਲ ਸੀਗਾ ਉਹ ਕੀ ਲੈ ਕੇ ਆਇਆ ਪਰਮੇਸ਼ਵਰ ਦੇ ਕੋਲ? ਉਹ ਕੋਈ ਪਸ਼ੂ ਲੈ ਕੇ ਆਇਆ। ਤਾਂ ਪਰਮੇਸ਼ਵਰ ਨੇ ਕੀ ਕੀਤਾ? ਉਹਦੀ ਜੋ ਭੇਟ ਸੀਗੀ ਉਹਨੂੰ ਕਬੂਲ ਕੀਤਾ। ਤੇ ਜੋ ਕਾਇਨ ਸੀਗਾ ਉਹ ਕੀ ਲੈ ਕੇ ਆਇਆ? ਉਹ ਜੋ ਕੰਮ ਕਰਦਾ ਸੀਗਾ ਉਹ ਕਰਦਾ ਸੀ ਖੇਤੀ ਵਿੱਚ ਕੁਝ ਲੈ ਕੇ ਆਇਆ। ਤੇ ਪਰਮੇਸ਼ਵਰ ਨੇ ਕੀ ਕੀਤਾ? ਉਹਦੀ ਭੇਟ ਨੂੰ ਕਬੂਲ ਨਹੀਂ ਕੀਤਾ, ਮਤਲਬ ਸਵੀਕਾਰ ਨਹੀਂ ਕੀਤਾ। ਸਵੀਕਾਰ ਕਿਉਂ ਨਹੀਂ ਕੀਤਾ? ਸਵੀਕਾਰ ਭੇਟ ਦੇ ਵਿੱਚ ਖਰਾਬੀ ਨਹੀਂ ਸੀਗੀ। ਹਾਲੇਲੂਇਆ, ਭੇਟ ਦੇ ਵਿੱਚ ਕੋਈ ਖਰਾਬੀ ਨਹੀਂ ਸੀਗੀ। ਨਾ ਹੀ ਹਾਬਲ ਦੀ ਭੇਟ ਚੰਗੀ ਸੀਗੀ ਤੇ ਨਾ ਕਾਇਨ ਦੀ ਭੇਟ ਖਰਾਬ ਸੀਗੀ। ਲੇਕਿਨ ਬਾਈਬਲ ਦੇ ਵਿੱਚ ਲਿਖਿਆ ਗਿਆ ਜੋ ਕਾਇਨ ਹੈ ਉਹਦੇ ਕੰਮ ਬੁਰੇ ਸੀਗੇ। ਉਸ ਤੋਂ ਬਾਅਦ ਜੋ ਕਾਇਨ ਸੀਗਾ ਉਹਦਾ ਕ੍ਰੋਧ ਭੜਕਿਆ, ਉਹਨੂੰ ਬਹੁਤ ਗੁੱਸਾ ਆਇਆ। ਤਾਂ ਪਰਮੇਸ਼ਵਰ ਨੇ ਪੁੱਛਿਆ, ਤੂੰ ਕਿਉਂ ਗੁੱਸੇ ਹੁੰਨਾਗਾ? ਤੂੰ ਕਿਉਂ ਕ੍ਰੋਧ ਕਰਦਾਗਾ? ਅਗਰ ਤੂੰ ਭਲਾ ਕਰੇ ਤਾਂ ਕੀ ਤੇਰੇ ਲਈ ਭਲਾ ਨਹੀਂ ਕੀਤਾ ਜਾਏਗਾ? ਤਾਂ ਉਸ ਤੋਂ ਬਾਅਦ ਦੇਖੋ ਉਹਦਾ ਜੋ ਕ੍ਰੋਧ ਸੀਗਾ, ਉਹਦਾ ਜੋ ਗੁੱਸਾ ਸੀਗਾ, ਉਹ ਇੰਨਾ ਗੁੱਸਾ ਵੱਧ ਗਿਆ ਕਿ ਆਪਣੇ ਭਾਈ ਨੂੰ ਕਹਿੰਦਾ, ਚੱਲ ਮੇਰੇ ਨਾਲ ਤੂੰ ਖੇਤ ਵਿੱਚ ਕੰਮ ਕਰੀਏ ਆਪਾਂ। ਉਹ ਖੇਤ ਵਿੱਚ ਚਲੇ ਗਏ। ਹੁਣ ਉਹਦੇ ਭਾਈ ਨੂੰ ਕੁਝ ਨਹੀਂ ਪਤਾ ਕਿ ਮੇਰੇ ਭਾਈ ਦੇ ਮਨ ਦੇ ਵਿੱਚ ਕੀ ਚੱਲ ਰਿਹਾ ਹੈਗਾ। ਖੇਤ ਵਿੱਚ ਗਏ, ਕਾਇਨ ਨੇ ਆਪਣੇ ਭਰਾ ਹਾਬਲ ਦਾ ਖੂਨ ਕਰ ਦਿੱਤਾ, ਉਹਨੂੰ ਮਾਰ ਦਿੱਤਾ। ਕਿਉਂ ਮਾਰ ਦਿੱਤਾ? ਕਿਉਂਕਿ ਉਹਦੀ ਜੋ ਭੇਟ ਸੀਗੀ ਉਹਦੀ ਭੇਟ ਸਵੀਕਾਰ ਨਹੀਂ ਕੀਤੀ ਗਈ। ਔਰ ਉਹਨੂੰ ਗੁੱਸਾ ਕਿਉਂ ਆਇਆ? ਉਹਨੂੰ ਕ੍ਰੋਧ ਕਿਉਂ ਆਇਆ? ਕਿਉਂਕਿ ਉਹ ਚਾਹੁੰਦਾ ਸੀਗਾ ਕਿ ਮੇਰੀ ਭੇਟ ਕੀ ਹੋਵੇ? ਸਵੀਕਾਰ ਕਰੇ ਪਰਮੇਸ਼ਵਰ। ਲੇਕਿਨ ਦੇਖੋ ਉਹਦੀ ਭੇਟ ਜਦੋਂ ਸਵੀਕਾਰ ਨਹੀਂ ਕੀਤੀ ਗਈ ਤਾਂ ਉਹ ਕੀ ਹੋ ਗਿਆ? ਉਹ ਦੁਖੀ ਹੋਇਆ। ਅੱਜ ਵੀ ਲੋਕ ਕੋਈ ਵੀ ਪ੍ਰਾਰਥਨਾ ਕਰਦਾਗਾ, ਕੋਈ ਵੀ ਸੰਗਤੀ ਕਰਦਾਗਾ ਜਾਂ ਕੁਝ ਵੀ ਕਰਦਾਗਾ, ਜਦੋਂ ਪਰਮੇਸ਼ਵਰ ਪ੍ਰਾਰਥਨਾ ਨਹੀਂ ਨਾ ਸੁਣਦੇ ਤਾਂ ਇਨਸਾਨ ਕੀ ਹੁੰਦਾਗਾ? ਦੁਖੀ ਹੁੰਦਾਗਾ। ਉਹਦਾ ਕਾਰਨ ਕੀ ਹੈ? ਕਿਉਂਕਿ ਉਹਦੇ ਮਨ ਦੇ ਵਿੱਚ ਕੋਈ ਨਾ ਕੋਈ ਇੱਛਾ ਹੁੰਦੀ ਹੈ। ਹਾਲੇਲੂਇਆ, ਇੱਛਾ ਹੁੰਦੀ ਹੈ। ਹੁਣ ਇੱਛਾ ਕੈਸੀ ਹੈ? ਇਨਸਾਨ ਸਵੇਰ ਉੱਠਦਾਗਾ, ਉਹਦੀ ਇੱਛਾ ਕੀ ਹੁੰਦੀ ਹੈ? ਚਾਹ ਪੀਣ ਦੀ ਹੁੰਦੀ ਜਾਂ ਨਹੀਂ ਹੁੰਦੀ? ਚਾਹ ਪੀਂਦਾਗਾ ਔਰ ਚਾਹ ਦੇ ਨਾਲ ਕੁਝ ਖਾਣ ਨੂੰ ਮਿਲ ਜਾਏ, ਇਹ ਵੀ ਇੱਕ ਇੱਛਾ ਹੈ। ਕੋਈ ਕਿਸੇ ਦੇ ਘਰੇ ਚਲਾ ਜਾਏ, ਅਗਰ ਲੱਗੇ ਕਿ ਇਹ ਪਰਿਵਾਰ ਦੇ ਲੋਕ ਚੰਗੀ ਖਾਤਰਦਾਰੀ ਕਰਦੇ ਨੇ ਤਾਂ ਇਨਸਾਨ ਅਗਰ ਉੱਥੇ ਜਾਂਦਾਗਾ ਉਹ ਇੱਕ ਇੱਛਾ ਲੈ ਕੇ ਜਾਂਦਾਗਾ, ਲੇਕਿਨ ਅਗਰ ਉਹ ਇੱਛਾ ਉਸ ਪਰਿਵਾਰ ਦੇ ਲੋਕ ਪੂਰੀ ਨਹੀਂ ਕਰਦੇ ਤਾਂ ਇਨਸਾਨ ਨੂੰ ਕੀ ਹੁੰਦਾਗਾ? ਹਾਲੇਲੂਇਆ, ਮਿਲ ਕੇ ਚੱਲੋ। ਉਸ ਇਨਸਾਨ ਨੂੰ ਕੀ ਹੁੰਦਾਗਾ? ਉਸ ਨੂੰ ਗੁੱਸਾ ਆਉਂਦਾਗਾ, ਯਾਰ ਮੈਂ ਤਾਂ ਕੀ ਸੋਚ ਕੇ ਆਇਆ ਸੀਗਾ ਲੇਕਿਨ ਮੇਰੇ ਨਾਲ ਕੀ ਹੋ ਗਿਆ। ਹਰ ਇਨਸਾਨ ਦੀ ਕੋਈ ਨਾ ਕੋਈ ਇੱਛਾ ਹੁੰਦੀ ਹੈ, ਖਾਣ ਦੀ ਇੱਛਾ ਹੁੰਦੀ ਹੈ। ਖਾਂਦਾ ਇਨਸਾਨ, ਕੋਈ ਮਠਿਆਈ ਖਾਣ ਦਾ ਇੱਛਾ ਰੱਖਦਾਗਾ, ਲੇਕਿਨ ਉਹਦੇ ਵਿੱਚ ਵੀ ਕਈ ਤਰ੍ਹਾਂ ਦੀਆਂ ਕਿਸਮਾਂ ਹੁੰਦੀਆਂ ਨੇ। ਖਾਣਾ ਖਾਣ ਦੇ ਵਿੱਚ ਵੀ ਕਈ ਕਿਸਮਾਂ ਨੇ, ਮਿਠਾਈ ਦੇ ਵਿੱਚ ਵੀ ਕਈ ਕਿਸਮਾਂ ਨੇ। ਕਿਹਨੂੰ ਕੀ ਪਸੰਦ ਹੈ, ਕਿਹਨੂੰ ਕੀ ਪਸੰਦ ਹੈ। ਹਰ ਇਨਸਾਨ ਦੀ ਕੋਈ ਨਾ ਕੋਈ ਇੱਛਾ ਹੁੰਦੀ ਹੈ। ਕਈ ਵਾਰ ਇਨਸਾਨ ਬਾਜ਼ਾਰ ਵਿੱਚ ਚਲਾ ਜਾਏ, ਕੁਝ ਖਰੀਦਦਾਰੀ ਕਰਨੀ ਹੋਵੇ, ਅਗਰ ਉਹ ਪਹਿਲਾਂ ਸੋਚ ਕੇ ਜਾਵੇ ਕਿ ਮੈਂ ਫਲਾਣਾ ਮਤਲਬ ਸੂਟ ਖਰੀਦਣਾਗਾ ਜਾਂ ਫਲਾਣੀ ਚੀਜ਼ ਖਰੀਦਣੀ ਹੈ, ਅਗਰ ਉਹਨੂੰ ਉਹ ਨਾ ਮਿਲੇ, ਉਹਦੇ ਉਲਟ ਮਿਲ ਜਾਏ ਤਾਂ ਫਿਰ ਕੀ ਕਰਦਾ ਇਨਸਾਨ? ਉਹ ਦੁਖੀ ਹੁੰਦਾਗਾ। ਉਹ ਕੀ ਹੁੰਦਾਗਾ? ਉਹ ਦੁਖੀ ਹੁੰਦਾਗਾ।
ਮਤਲਬ ਜਦ ਕੋਈ ਇਨਸਾਨ ਇੱਛਾ ਰੱਖਦਾ ਹੈ ਨਾ ਤਾਂ ਇਨਸਾਨ ਨੂੰ ਇੱਛਾ ਕੀ ਕਰਦੀ ਹੈ? ਉਹ ਦੁਖੀ ਕਰਦੀ ਹੈ। ਅੱਜ ਵੀ ਮਸੀਹ ਦੇ ਵਿੱਚ ਜ਼ਿਆਦਾਤਰ ਦੇਖੋ ਇਨਸਾਨ ਕੀ ਨੇ? ਉਹ ਦੁਖੀ ਨੇ। ਅੱਜ ਵੀ ਇਨਸਾਨ ਕੀ ਹੈ? ਅੱਜ ਦੁਖੀ ਹੈ ਮਸੀਹ ਦੇ ਵਿੱਚ ਆਉਣ ਤੋਂ ਬਾਅਦ ਵੀ। ਕਿਉਂਕਿ ਸਹੀ ਦੇ ਵਿੱਚ ਇਹਦਾ ਕਾਰਨ ਕੀ ਹੈ? ਕਿਉਂਕਿ ਇਨਸਾਨ ਆਪਣੀ ਇੱਛਾ ਲੈ ਕੇ ਬੈਠਾ ਹੋਇਆ ਹੈ ਇੱਥੇ। ਉਹ ਕਿਤੇ ਵੀ ਹੈ ਤੁਹਾਨੂੰ ਮਸੀਹ ਦੇ ਵਿੱਚ ਬਹੁਤ ਘੱਟ ਲੋਕ ਮਿਲਣਗੇ ਕਿ ਜੋ ਆਨੰਦ ਕਰਦੇ ਨੇ। ਤੁਹਾਨੂੰ ਮਸੀਹ ਦੇ ਵਿੱਚ ਬਹੁਤ ਘੱਟ ਲੋਕ ਮਿਲਣਗੇ ਜੋ ਖੁਸ਼ ਰਹਿੰਦੇ ਨੇ। ਲੇਕਿਨ ਸਭ ਤੋਂ ਜ਼ਿਆਦਾ ਕੌਣ ਮਿਲਣਗੇ ਦੁਖੀ? ਤੁਹਾਨੂੰ ਮਸੀਹ ਦੇ ਵਿੱਚ ਹੀ ਮਿਲਣਗੇ। ਉਹਦਾ ਕਾਰਨ ਕੀ ਹੈ? ਹਰ ਇਨਸਾਨ ਦੀ ਕੋਈ ਨਾ ਕੋਈ ਇੱਛਾ ਹੈਗੀ। ਹਰ ਇਨਸਾਨ ਦੀ ਕੋਈ ਨਾ ਕੋਈ ਇੱਛਾ ਹੈਗੀ। ਕੋਈ ਕਹਿੰਦਾ ਕਿ ਮੈਨੂੰ ਜ਼ਮੀਨ ਮਿਲ ਜਾਏ, ਮੈਂ ਪ੍ਰਾਰਥਨਾ ਕਰ ਰਿਹਾਗਾ। ਕੋਈ ਕਹਿੰਦਾ ਕਿ ਮੈਨੂੰ ਗੱਡੀ ਮਿਲ ਜਾਏ, ਮੈਂ ਪ੍ਰਾਰਥਨਾ ਕਰਦਾਗਾ। ਹਰ ਇਨਸਾਨ ਕੋਈ ਨਾ ਕੋਈ ਇੱਛਾ ਲੈ ਕੇ ਬੈਠਾਗਾ। ਲੇਕਿਨ ਪ੍ਰਭੂ ਯਿਸੂ ਮਸੀਹ ਕੀ ਕਹਿੰਦੇ ਨੇ? ਕੀ ਕਰ? ਆਪਣੀ ਇੱਛਾ ਛੱਡ ਕੇ ਮੇਰੇ ਮਗਰ ਆ। ਹੁਣ ਜਿਹੜਾ ਕਾਇਨ ਸੀਗਾ ਇਹਦੀ ਇੱਛਾ ਕੀ ਸੀਗੀ ਕਿ ਪਰਮੇਸ਼ਵਰ ਕੀ ਕਰੇ? ਮੇਰੀ ਭੇਟ ਨੂੰ ਸਵੀਕਾਰ ਕਰ ਲਵੇ। ਜਿਹੜਾ ਮੈਂ ਭੇਟ ਲੈ ਕੇ ਆਇਆਗਾ ਉਹਨੂੰ ਕਬੂਲ ਕਰ ਲਵੇ। ਜਦੋਂ ਪਰਮੇਸ਼ਵਰ ਨੇ ਉਹਦੀ ਭੇਟ ਨੂੰ ਕਬੂਲ ਨਹੀਂ ਕੀਤਾ ਤਾਂ ਬਾਈਬਲ ਦੇ ਵਿੱਚ ਲਿਖਿਆਗਾ ਕਿ ਜੋ ਕਾਇਨ ਸੀਗਾ ਉਹਦੇ ਕੰਮ ਚੰਗੇ ਨਹੀਂ ਸੀਗੇ ਤਾਂ ਉਹਨੂੰ ਕ੍ਰੋਧ ਆ ਗਿਆ। ਔਰ ਕ੍ਰੋਧ ਆ ਗਿਆ ਤਾਂ ਉਹਦੇ ਵਿੱਚ ਕੀ? ਉਹਨੇ ਪਾਪ ਕਰ ਲਿਆ। ਕੀ ਕਰਤਾ? ਉਹਨੇ ਖੂਨ ਕਰਤਾ। ਤਾਂ ਅੱਜ ਕੀ ਹੈ? ਅੱਜ ਇਨਸਾਨ ਇਹੀ ਕੰਮ ਕਰਦਾਗਾ। ਤੁਸੀਂ ਇੱਕ ਦੋ ਵਾਰ ਪ੍ਰਾਰਥਨਾ ਕਰੋ, ਅਗਰ ਤੁਹਾਡੀ ਪ੍ਰਾਰਥਨਾ ਨਹੀਂ ਸੁਣੀ ਜਾ ਰਹੀ ਤਾਂ ਇਨਸਾਨ ਕੀ ਕਰਦਾਗਾ? ਬੰਦਗੀ ਛੱਡ ਦਿੰਦਾਗਾ, ਪ੍ਰਾਰਥਨਾ ਕਰਨੀ ਛੱਡ ਦਿੰਦਾਗਾ, ਸੰਗਤੀ ਛੱਡ ਦਿੰਦਾਗਾ। ਜਦ ਕਿ ਇਨਸਾਨ ਜਾਣਦਾ ਨਹੀਂ ਹੈ ਕਿ ਮੈਨੂੰ ਕੀ ਕਰਨਾ ਚਾਹੀਦਾਗਾ, ਕਿਵੇਂ ਕਰਨਾ ਚਾਹੀਦਾਗਾ। ਲੇਕਿਨ ਸਹੀ ਦੇ ਵਿੱਚ ਅਗਰ ਸਭ ਤੋਂ ਵੱਡੀ ਮੁਸ਼ਕਲ ਹੈ ਨਾ ਇਨਸਾਨ ਦੇ ਜੀਵਨ ਦੇ ਵਿੱਚ ਤਾਂ ਸਭ ਤੋਂ ਵੱਡੀ ਮੁਸ਼ਕਲ ਇਹੀ ਹੈ ਕਿ ਉਹ ਆਪਣੀ ਇੱਛਾ ਨਹੀਂ ਛੱਡਦਾ। ਹਾਲੇਲੂਇਆ। ਉਹ ਆਪਣੀ ਇੱਛਾ ਨਹੀਂ ਛੱਡਦਾ। ਕਈ ਲੋਕ ਚੰਗੇ ਹੋਣ ਦੇ ਲਈ ਮਸੀਹ ਦੇ ਕੋਲ ਆਉਂਦੇ ਨੇ। ਅਗਰ ਉਹਨਾਂ ਨੂੰ ਚੰਗਾਈ ਜਲਦੀ ਨਾ ਮਿਲੇ ਤਾਂ ਇਨਸਾਨ ਕੀ? ਉਹ ਦੁਖੀ ਹੋ ਕੇ ਚਲਾ ਜਾਂਦਾ ਹੈਗਾ। ਲੇਕਿਨ ਪ੍ਰਭੂ ਯਿਸੂ ਮਸੀਹ ਉਹ ਸਭ ਕੁਝ ਕਰ ਦਿੰਦੇ ਨੇ। ਉਹ ਚੰਗਾਈ ਵੀ ਦਿੰਦੇ ਨੇ, ਉਹ ਆਸ਼ੀਸ਼ ਵੀ ਦਿੰਦੇ ਨੇ, ਉਹ ਛੁਟਕਾਰਾ ਵੀ ਦਿੰਦੇ ਨੇ। ਲੇਕਿਨ ਪਰਮੇਸ਼ਵਰ ਕੀ ਦੇਖਦੇ ਨੇ ਕਿ ਜੋ ਇਨਸਾਨ ਹੈ ਕਿ ਉਹ ਆਪਣੇ ਕੰਮਾਂ ਨੂੰ ਸੁਧਾਰ ਰਿਹਾਗਾ, ਕਿ ਆਪਣੇ ਬੁਰੇ ਕੰਮਾਂ ਨੂੰ ਉਹ ਛੱਡ ਰਿਹਾਗਾ। ਅਗਰ ਇਨਸਾਨ ਐਸਾ ਕਰੇ ਤਾਂ ਪਰਮੇਸ਼ਵਰ ਉਸ ਦੇ ਜੀਵਨ ਦੇ ਵਿੱਚ ਕੀ ਕਰਦੇ ਨੇ? ਉਹ ਅਦਭੁਤ ਕੰਮ ਕਰਦੇ ਨੇ। ਲੇਕਿਨ ਇੱਕ ਵਾਰ ਕੀ ਹੋਇਆ ਕਿ ਇੱਕ ਵਾਰ ਜੋ ਦਾਊਦ ਹੈ, ਉਸ ਸਮੇਂ ਦਾਊਦ ਰਾਜਾ ਨਹੀਂ ਬਣਿਆ ਸੀਗਾ। ਲੇਕਿਨ ਦਾਊਦ ਨੇ ਕੀ ਕੀਤਾ ਸੀਗਾ ਕਿ ਆਪਣੇ ਜੋ ਸਵਾਮੀ ਸੀਗਾ ਉਹਨੂੰ ਛੱਡ ਕੇ ਉਹ ਆਪਣੀ ਇੱਕ ਟੋਲੀ ਬਣਾ ਕੇ ਉਹ ਕਿਤੇ ਹੋਰ ਪਾਸੇ ਰਹਿੰਦਾ ਸੀਗਾ। ਤਾਂ ਕੀ ਹੋਇਆ ਇੱਕ ਵਾਰ ਕਿ ਜਦੋਂ ਜੋ ਦਾਊਦ ਹੈ, ਮੇਰਾ ਵਚਨ ਪੜੋ ਤੁਸੀਂ, ਪਹਿਲਾ ਸੈਮੂਏਲ, ਤੁਹਾਨੂੰ ਬਹੁਤ ਧਿਆਨ ਨਾਲ ਸੁਣਿਓ। ਪਹਿਲਾ ਸੈਮੂਏਲ ਉਹਦਾ 25 ਦੇ ਆਏ ਉਹਦੇ 4 ਵਚਨ ਤੋਂ ਪੜੋ। ਦਾਊਦ ਨੇ ਉਜਾੜ ਵਿੱਚ ਸੁਣਿਆ ਕਿ ਨਾਬਾਲ ਆਪਣੀਆਂ ਭੇਡਾਂ ਦੀ ਉੱਨ ਕੱਟ ਰਿਹਾ ਹੈ। ਬਸ ਮੈਂ ਤੁਹਾਨੂੰ ਦੱਸ ਦਿੰਨਾਗਾ, ਅਗਰ ਚਾਹੋ ਤਾਂ ਘਰੇ ਜਾ ਕੇ ਪੜਿਓ। ਇੱਕ ਇਨਸਾਨ ਸੀਗਾ ਨਾਬਾਲ ਨਾਮ ਦਾ ਇਨਸਾਨ। ਤਾਂ ਉਹ ਕਿਤੇ ਉਹਦੇ ਕਾਫੀ ਭੇਡ ਬੱਕਰੀਆਂ ਸੀਗੀਆਂ ਤੇ ਉਹ ਆਪਣੇ ਭੇਡਾਂ ਦੀ ਜੋ ਉੱਨ ਹੈ ਉਹਨੂੰ ਕੱਟ ਰਿਹਾ ਸੀਗਾ। ਮਤਲਬ ਜਾਂ ਕੁਝ ਬੰਦੇ ਆਏ ਸੀ ਉਹਦੇ ਲਈ ਉਹ ਕੰਮ ਕਰਨ ਦੇ ਲਈ। ਤਾਂ ਜਿਹੜਾ ਦਾਊਦ ਸੀਗਾ ਉਸਨੂੰ ਪਤਾ ਲੱਗਿਆ ਕਿ ਜੋ ਨਾਬਾਲ ਹੈ ਉਹ ਤਾਂ ਉਜਾੜ ਦੇ ਵਿੱਚ ਕਿਤੇ ਕੋਈ ਕੰਮ ਕਰ ਰਿਹਾਗਾ। ਤਾਂ ਦਾਊਦ ਨੇ ਕੀ ਕੀਤਾ ਹੋਇਆ ਸੀਗਾ ਕਿ ਕੁਝ ਸਮੇਂ ਪਹਿਲਾਂ ਦਾਊਦ ਨੇ ਉਹਦੇ ਲੋਕਾਂ ਦੀ ਮਦਦ ਕਰੀ ਸੀਗੀ, ਉਹਦੇ ਲੋਕਾਂ ਦੀ ਸਹਾਇਤਾ ਕਰੀ ਸੀਗੀ। ਜਦ ਉਹ ਲੋਕ ਮਤਲਬ ਨਾਬਾਲ ਦੇ ਲੋਕ ਦਾਊਦ ਦੇ ਕੋਲ ਸੀਗੇ। ਤਾਂ ਹੁਣ ਜੋ ਦਾਊਦ ਹੈ ਇਹ ਤਾਂ ਹੁਣ ਸੌਲ ਦੇ ਕੋਲੋਂ ਲੁਕਿਆ ਹੋਇਆਗਾ। ਇਹ ਡਰਦਾ ਕੁਛ ਤੋਂ, ਔਰ ਇਹ ਕਿੱਥੇ ਜਾ ਕੇ ਛੁਪਿਆ ਹੋਇਆਗਾ। ਹੁਣ ਜੋ ਦਾਊਦ ਹੈ ਇਹ ਸੀਗਾ, ਇਹਦੇ ਸਾਥੀ ਸੀਗੇ, ਇਹਨਾਂ ਨੂੰ ਭੁੱਖ ਲੱਗੀ ਸੀਗੀ ਔਰ ਇਹਨਾਂ ਨੂੰ ਸੀਗਾ ਕਿ ਜੋ ਨਾਬਾਲ ਹੈ ਇਹਦੀ ਮੈਂ ਮਦਦ ਕਰੀ ਹੋਈ ਹੈ, ਇਹਦੀ ਮੈਂ ਸਹਾਇਤਾ ਕਰੀ ਹੈ। ਔਰ ਮੇਰੇ ਨਾਲ ਵਚਨ ਪੜੋ ਤੁਸੀਂ, ਇਹ ਪਹਿਲੇ ਸੈਮੂਏਲ 25 ਦੇ ਉਹਦਾ 9 ਵਚਨ। ਸੋ ਦਾਊਦ ਨੇ ਜਵਾਨਾਂ ਨੇ ਦਾਊਦ ਦਾ ਨਾਮ ਲੈ ਕੇ ਉਹਨਾਂ ਸਾਰੀਆਂ ਗੱਲਾਂ ਦੇ ਅਨੁਸਾਰ ਨਾਬਾਲ ਨੂੰ ਆਣ ਆਖਿਆ ਤਾਂ ਉਹ ਚੁੱਪ ਕਰ ਰਹੇ। ਹਾਂ। ਸੋ ਹੁਣ ਦਾਊਦ ਨੇ ਆਪਣੇ ਜਵਾਨ ਭੇਜੇ, ਆਪਣੇ ਸਾਥੀਆਂ ਨੂੰ ਭੇਜਿਆ ਕਿ ਜਾਓ ਜਾ ਕੇ ਨਾਬਾਲ ਨੂੰ ਕਹੋ ਕਿ ਮੈਂ ਤੁਹਾਡੀ ਸਹਾਇਤਾ ਕਰੀ ਹੈ, ਤੁਹਾਡੇ ਲੋਕਾਂ ਦੀ ਸਹਾਇਤਾ ਕਰੀ ਹੈ, ਲੇਕਿਨ ਸਾਨੂੰ ਹੁਣ ਜ਼ਰੂਰਤ ਹੈ ਕਿਸੇ ਚੀਜ਼ ਦੀ ਤਾਂ ਸਾਡੀ ਮਦਦ ਕਰ। ਜਦੋਂ ਦਾਊਦ ਦੇ ਸਾਥੀ ਆਏ ਉਹਨਾਂ ਨੇ ਆ ਕੇ ਕੁਝ ਕਿਹਾ ਤਾਂ ਜੋ ਗੱਲ ਪੂਰੀ ਕਰੀ ਉਹ ਚੁੱਪ ਕਰ ਗਏ। ਜਦੋਂ ਚੁੱਪ ਕਰ ਗਏ ਤਾਂ ਫਿਰ ਕੀ ਹੋਇਆ? ਸੋ ਨਾਬਾਲ ਨੇ ਦਾਊਦ ਦੇ ਟਹਿਲੂਆਂ ਨੂੰ ਉੱਤਰ ਦੇ ਕੇ ਆਖਿਆ, ਭਲਾ ਦਾਊਦ ਹੈ ਕੌਣ ਅਤੇ ਯਿਸ਼ੀ ਦਾ ਪੁੱਤਰ ਕੌਣ? ਅੱਜ ਕੱਲ ਬਥੇਰੇ ਨੌਕਰ ਅਜਿਹੇ ਹਨ ਜੋ ਆਪਣੇ ਮਾਲਕਾਂ ਨੂੰ ਛੱਡ ਕੇ ਨੱਠ ਜਾਂਦੇ ਹਨ। ਭਲਾ ਮੈਂ ਆਪਣੀ ਰੋਟੀ ਅਤੇ ਪਾਣੀ ਨਾਲ ਮਾਸ
ਜੋ ਮੈਂ ਆਪਣੇ ਕਤਰਨ ਵਾਲਿਆਂ ਲਈ ਵੱਢਿਆ ਹੈ, ਉਹਨਾਂ ਲੋਕਾਂ ਨੂੰ ਲਿਆ ਦਿਆਂ ਜਿਨ੍ਹਾਂ ਨੂੰ ਮੈਂ ਜਾਣਦਾ ਵੀ ਨਹੀਂ, ਜੋ ਕਿੱਥੇ ਦੇ ਹਨ। ਹਾਂ ਦੇਖੋ, ਦਾਊਦ ਨੇ ਇਹਦੇ ਨਾਲ ਭਲਾਈ ਕਰੀ ਸੀਗੀ, ਦਾਊਦ ਨੇ ਇਹਦੇ ਉੱਪਰ ਮਤਲਬ ਦਇਆ ਦਿਖਾਈ ਸੀਗੀ। ਲੇਕਿਨ ਹੁਣ ਦਾਊਦ ਨੂੰ ਤੇ ਉਹਦੇ ਸਾਥੀ ਨੂੰ ਕੀ ਸੀਗੀ, ਜ਼ਰੂਰਤ ਸੀਗੀ ਖਾਣ ਪੀਣ ਦੀ। ਲੇਕਿਨ ਦਾਊਦ ਨੇ ਸਾਰੀ ਗੱਲ ਕਹਾ ਦਿੱਤੀ ਕਿ ਦੇਖ, ਮੈਂ ਤੇਰੇ ਲੋਕਾਂ ਦੀ ਮਦਦ ਕਰੀ ਹੈ, ਮੈਂ ਤੇਰੇ ਪਸ਼ੂਆਂ ਦੀ ਰਖਵਾਲੀ ਕਰੀ ਹੈ, ਸਾਡੇ ਹੁੰਦਿਆਂ ਨਾ ਤੇਰੇ ਪਸ਼ੂ ਦੀ ਕੋਈ ਨੁਕਸਾਨ ਹੋਇਆ ਔਰ ਨਾ ਕੋਈ ਮੁਸ਼ਕਲ ਆਈ। ਲੇਕਿਨ ਸਾਨੂੰ ਹੁਣ ਜ਼ਰੂਰਤ ਹੈ ਖਾਣ ਪੀਣ ਦੀ, ਸਾਡੀ ਮਦਦ ਕਰ। ਹੁਣ ਜਿਹੜਾ ਨਬਾਲ ਸੀਗਾ ਉਹਨੇ ਮਨਾ ਕਰਤਾ। ਉਹ ਕਹਿੰਦਾ ਕੌਣ ਹੈ ਦਾਊਦ, ਕੌਣ ਹੈ ਜੱਸੀ, ਮੈਂ ਨਹੀਂ ਜਾਣਦਾ ਕਿਸੇ ਨੂੰ। ਅੱਜ ਬਹੁਤ ਸਾਰੇ ਐਸੇ ਲੋਕ ਨੇ ਕਿ ਜੋ ਆਪਣੇ ਮਾਲਕ ਨੂੰ ਛੱਡ ਕੇ ਭੱਜ ਜਾਂਦੇ ਨੇ। ਹੁਣ ਦੇਖੋ, ਜੋ ਨਬਾਲ ਨਾਮ ਦਾ ਇਨਸਾਨ ਹੈ ਉਸਨੇ ਮਨਾ ਕਰ ਦਿੱਤਾ। ਜਦੋਂ ਮਨਾ ਕੀਤਾ ਤਾਂ ਜਿਹੜੇ ਦਾਊਦ ਦੇ ਸਾਥੀ ਸੀਗੇ ਉਹ ਵਾਪਸ ਆ ਗਏ ਦਾਊਦ ਦੇ ਕੋਲ। ਪਰ ਜਦੋਂ ਦਾਊਦ ਨੂੰ ਸਾਰੀ ਗੱਲ ਦੱਸੀ ਤਾਂ ਫਿਰ ਕੀ ਹੋਇਆ, 12 ਵਚਨ ਤੋਂ ਪੜੋ। ਦਾਊਦ ਦੇ ਜਵਾਨ ਹਟ ਕੇ ਤੁਰ ਪਏ ਅਤੇ ਮੁੜ ਆਏ, ਅਤੇ ਉਹਨਾਂ ਸਭਨਾ ਗੱਲਾਂ ਦੇ ਅਨੁਸਾਰ ਉਹਨੂੰ ਸੁਨੇਹਾ ਆ ਦਿੱਤਾ। ਹਾਂ 13। ਤਾਂ ਦਾਊਦ ਨੇ ਆਪਣੇ ਲੋਕਾਂ ਨੂੰ ਆਖਿਆ, ਸਭੋ ਆਪਣੀਆਂ ਤਲਵਾਰਾਂ ਬੰਨੋ। ਸੋ ਸਭਨਾ ਨੇ ਆਪੋ ਆਪਣੀਆਂ ਤਲਵਾਰਾਂ ਬੰਨ ਲੀਆਂ, ਤੇ ਦਾਊਦ ਨੇ ਵੀ ਆਪਣੀ ਤਲਵਾਰ ਬੰਨੀ, ਅਤੇ 400 ਜਵਾਨ ਦਾਊਦ ਦੇ ਨਾਲ ਤੁਰ ਪਏ, ਅਤੇ 200 ਨਿਕਸੁਕ ਕੋਲ ਠਹਿਰੇ। ਸਾਰੇ ਬੋਲੋ ਹਾਲੇਲੂਇਆ। ਦਾਊਦ ਅੰਦਰ ਇੱਛਾ ਹੋਈ, ਦਾਊਦ ਅੰਦਰ ਇੱਛਾ ਸੀਗੀ। ਕੀ ਇੱਛਾ ਸੀਗੀ? ਕਿ ਮੈਂ ਜਾ ਕੇ ਨਬਾਲ ਨੂੰ ਕਹਾਂਗਾ, ਸੁਨੇਹਾ ਭੇਜਾਂਗਾ ਕਿ ਮੈਨੂੰ ਖਾਣ ਦੇ ਲਈ, ਮੇਰੇ ਸਾਥੀਆਂ ਨੂੰ ਕੁਝ ਖਾਣ ਦੇ ਲਈ ਦੇ, ਕਿਉਂਕਿ ਉਸਨੇ ਭੋਜਨ ਤਿਆਰ ਕਰਿਆ ਹੋਇਆ ਸੀਗਾ। ਲੇਕਿਨ ਨਬਾਲ ਨਾਮ ਦਾ ਜੋ ਇਨਸਾਨ ਹੈ ਉਹਨੇ ਮਨਾ ਕਰ ਦਿੱਤਾ। ਜਦੋਂ ਸਾਥੀ ਲੋਕ, ਦਾਊਦ ਦੇ ਸਾਥੀ ਦਾਊਦ ਦੇ ਕੋਲ ਆਏ, ਆ ਕੇ ਦੱਸਿਆ ਕਿ ਦਾਊਦ, ਉਹਨੇ ਤਾਂ ਮਨਾ ਕਰਤਾ। ਹੁਣ ਦਾਊਦ ਨੂੰ ਗੁੱਸਾ ਆ ਗਿਆ। ਦਾਊਦ ਨੂੰ ਕੀ ਆਇਆ? ਕ੍ਰੋਧ ਆਇਆ। ਕਿਹੜੀ ਗੱਲ ਦੇ ਉੱਪਰ? ਜਿਹੜੀ ਉਹਦੀ ਇੱਛਾ ਸੀਗੀ, ਉਹਦੀ ਇੱਛਾ ਨਹੀਂ ਪੂਰੀ ਹੋਈ। ਹਾਲੇਲੂਇਆ। ਉਹਦੀ ਇੱਛਾ ਨਹੀਂ ਪੂਰੀ ਹੋਈ। ਉਹਨੇ ਕੀ ਕਿਹਾ? ਲੈ ਵੀ 400 ਬੰਦੇ ਤਿਆਰ ਹੋ ਜਾਓ, ਤਲਵਾਰਾਂ ਚੱਕ ਲਓ, ਅੱਜ ਨਹੀਂ ਛੱਡਦੇ ਉਹਨੂੰ, ਅੱਜ ਖਤਮ ਕਰ ਦੇਵਾਂਗੇ, ਅੱਜ ਨਾਸ਼ ਕਰ ਦੇਵਾਂਗੇ। ਮੈਂ ਉਹਦੇ ਨਾਲ ਭਲਾ ਕੀਤਾ, ਮੈਂ ਉਹਦੇ ਨਾਲ ਭਲਾਈ ਕੀਤੀ, ਲੇਕਿਨ ਉਸ ਇਨਸਾਨ ਨੇ ਮੇਰੀ ਭਲਾਈ ਦਾ ਬਦਲਾ ਮੈਨੂੰ ਕੀ ਦਿੱਤਾਗਾ? ਤਾਂ ਦੇਖੋ, ਉਸ ਤੋਂ ਬਾਅਦ ਦਾਊਦ ਨੂੰ ਕਾਫੀ ਗੁੱਸਾ ਆ ਗਿਆ। ਉਸ ਤੋਂ ਬਾਅਦ ਕੀ ਹੋਇਆ ਕਿ ਦਾਊਦ ਤਿਆਰ ਹੋਇਆ, ਉਸ ਨੂੰ ਮਾਰਨ ਦੇ ਲਈ ਚਲਾ ਗਿਆ। ਲੇਕਿਨ ਕੀ ਹੋਇਆ ਕਿ ਜੋ ਉਸਦੀ ਪਤਨੀ ਸੀਗੀ ਨਬਾਲ ਦੀ, ਉਹ ਕਾਫੀ ਸਮਝਦਾਰ ਸੀਗੀ, ਕਾਫੀ ਸਮਝਦਾਰ ਸੀਗੀ। ਜਦ ਉਸ ਨੂੰ ਪਤਾ ਲੱਗਿਆ ਕਿ ਮੇਰੇ ਪਤੀ ਨੇ ਇਹ ਮੂਰਖਤਾ ਕਰੀ ਹੈ, ਤਾਂ ਉਸਨੇ ਉਸ ਨੂੰ ਕਿਹਾ ਕਿ ਜੋ ਮੇਰਾ ਪਤੀ ਹੈ ਇਹ ਤਾਂ ਸ਼ੈਤਾਨ ਦਾ ਪੁੱਤ ਹੈ। ਮਤਲਬ ਇਹਦਾ ਨਾਮ ਹੈ ਨਬਾਲ, ਦਾ ਮਤਲਬ ਹੈ ਮੂਰਖ। ਹਾਂ, ਮਤਲਬ ਜਦੋਂ ਇਹਦੇ ਨਾਲ ਉਹਨੇ ਭਲਾ ਕੀਤਾਗਾ ਤਾਂ ਇਹਦਾ ਫਰਜ਼ ਕੀ ਬਣਦਾਗਾ ਕਿ ਇਹ ਵੀ ਭਲਾ ਕਰੇ। ਹਾਲੇਲੂਇਆ। ਲੇਕਿਨ ਜਦੋਂ ਸਾਰੀ ਗੱਲ ਉਸਨੇ ਜਾਣੀ ਤਾਂ ਉਸਨੇ ਕੀ ਕੀਤਾ? ਆਪਣੇ ਪਤੀ ਨੂੰ ਦੱਸੇ ਤੋਂ ਬਿਨਾ ਉਸਨੇ ਭੋਜਨ ਤਿਆਰ ਕਰਿਆ ਨਬਾਲ ਦੇ ਲਈ, ਉਹਦੇ ਸਾਥੀਆਂ ਦੇ ਲਈ, ਤੇ ਉਹ ਦਾਊਦ ਨੂੰ ਮਿਲਣ ਦੇ ਲਈ, ਹਾਂ ਦਾਊਦ ਲਈ ਭੋਜਨ ਤਿਆਰ ਕੀਤਾ ਉਹਦੇ ਸਾਥੀਆਂ ਲਈ, ਤੇ ਉਹ ਦਾਊਦ ਨੂੰ ਮਿਲਣ ਦੇ ਲਈ ਆਪਣੇ ਪਤੀ ਨੂੰ ਦੱਸੇ ਤੋਂ ਬਿਨਾ ਚਲੀ ਗਈ। ਔਰ ਰਸਤੇ ਵਿੱਚ ਕੀ ਹੋਇਆ ਕਿ ਜਾ ਕੇ ਦਾਊਦ ਨੂੰ ਮਿਲੀ, ਦਾਊਦ ਨਾਲ ਗੱਲਬਾਤ ਕਰੀ। ਔਰ ਜਦੋਂ ਦਾਊਦ ਨਾਲ ਗੱਲਬਾਤ ਕਰੀ ਤਾਂ ਉਸ ਤੋਂ ਬਾਅਦ ਕੀ ਹੋਇਆ ਕਿ ਮੇਰੇ ਨਾਲ ਵਚਨ ਪੜੋ ਤੁਸੀਂ, 21 ਵਚਨ ਪੜੋ ਇਹਦਾ। ਦਾਊਦ ਨੇ ਆਖਿਆ ਸੀ ਕਿ ਜੋ ਕੁਝ ਮਾਲ ਇਹਦਾ ਉਜਾੜ ਵਿੱਚ ਹੈ ਸੀ, ਸੋ ਮੈਂ ਵਿਅਰਥ ਹੀ ਉਹਦੀ ਅਜਿਹੀ ਰਾਖੀ ਕਰਦਾ ਰਿਹਾ, ਜੋ ਉਹਦੇ ਸਾਰੇ ਮਾਲ ਵਿੱਚ ਰਤਾ ਵੀ ਨਾ ਗਵਾਚਿਆ, ਤੇ ਉਸ ਨੇ ਭਲਾਈ ਦੇ ਥਾਂ ਮੇਰੇ ਨਾਲ ਬੁਰਾਈ ਕੀਤੀ। ਹੁਣ ਦੇਖੋ, ਦਾਊਦ ਨੂੰ ਇੰਨਾ ਕ੍ਰੋਧ ਆ ਚੁੱਕਿਆ ਸੀਗਾ, ਦਾਊਦ ਨੂੰ ਇੰਨਾ ਮਤਲਬ ਗੁੱਸਾ ਆ ਚੁੱਕਿਆ ਸੀ ਉੱਪਰ। ਕਿਉਂ ਗੁੱਸਾ ਆਇਆ ਸੀਗਾ? ਉਹ ਭੁੱਖਾ ਸੀਗਾ ਤਾਂ ਗੁੱਸਾ ਨਹੀਂ ਆਇਆ। ਉਹਨੂੰ ਖਾਣਾ ਚਾਹੀਦਾ ਸੀਗਾ, ਗੁੱਸਾ ਨਹੀਂ ਆਇਆ। ਉਹਨੂੰ ਗੁੱਸਾ ਕਿਹੜੀ ਗੱਲ ਦਾ ਸੀਗਾ? ਕਿ ਮੇਰੀ ਇੱਛਾ ਪੂਰੀ ਨਹੀਂ ਹੋਈ। ਉਹ ਤਾਂ ਇੱਛਾ ਲੈ ਕੇ ਆਇਆ ਸੀਗਾ। ਉਹ ਕੀ ਚਾਹੁੰਦਾ ਸੀਗਾ? ਕਿ ਮੇਰੀ ਇੱਛਾ ਪੂਰੀ ਹੋ ਜਾਏ। ਕਿਉਂ? ਮੈਂ ਜਾਣਦਾ ਇਸ ਇਨਸਾਨ ਨੂੰ, ਮੈਂ ਇਹਦੇ ਲਈ ਬਹੁਤ ਕੁਝ ਕੀਤਾਗਾ, ਲੇਕਿਨ ਜਦੋਂ ਉਹਦੀ ਇੱਛਾ ਪੂਰੀ ਨਹੀਂ ਹੋਈ ਤਾਂ ਉਸਨੂੰ ਬਹੁਤ ਕ੍ਰੋਧ ਆਇਆ। ਉਹਨੂੰ ਆਪਣੇ ਭਲਾਈਆਂ ਚੇਤਾਉਣ ਲੱਗੀਆਂ ਕਿ ਮੈਂ ਕਿੰਨਾ ਕੁਝ ਕੀਤਾ ਇਸ ਇਨਸਾਨ ਦੇ ਲਈ, ਮੈਂ ਜਿੰਨਾ ਕੁਝ ਵੀ ਕੀਤਾਗਾ ਉਹ ਸਾਰਾ ਕੀ ਹੈ? ਉਹ ਸਾਰਾ ਹੀ ਵਿਅਰਥ ਹੈ। ਤਾਂ ਉਸ ਤੋਂ ਬਾਅਦ ਜਦੋਂ ਇਹ ਮਾਰਨ ਦੇ ਲਈ ਚਲਾ ਗਿਆ ਤਾਂ ਫਿਰ ਕੀ ਹੋਇਆ? ਇਹਦਾ ਪੜੋ ਮੇਰੇ ਨਾਲ ਤੁਸੀਂ 32 ਵਚਨ। ਦਾਊਦ ਨੇ ਅਬੀਗੈਲ ਨੂੰ ਆਖਿਆ, ਮੁਬਾਰਕ ਹੈ ਯਹੋਵਾ ਇਸਰਾਇਲ ਦਾ ਪਰਮੇਸ਼ਰ, ਜਿਸ ਨੇ ਤੈਨੂੰ ਅੱਜ ਮੇਰੇ ਮਿਲਣ ਨੂੰ ਘੱਲਿਆ ਹੈ। ਦੇਖੋ, ਜਦੋਂ ਦੋਹਾਂ ਦੀ ਮੁਲਾਕਾਤ ਹੋ ਗਈ, ਨਬਾਲ ਦੀ ਪਤਨੀ ਔਰ ਦਾਊਦ ਦੀ, ਤਾਂ ਜਦੋਂ ਦੋਹਾਂ ਦੀ ਗੱਲਬਾਤ ਹੋਈ ਤਾਂ ਉਸਨੇ ਉਸ ਨਾਲ ਗੱਲਬਾਤ ਕਰੀ। ਗੱਲਬਾਤ ਕਰਨ ਤੋਂ ਬਾਅਦ ਦਾਊਦ ਕਹਿੰਦਾ ਕਿ ਮੁਬਾਰਕ ਹੈ, ਮੁਬਾਰਕ ਹੈ ਮਤਲਬ ਇਸਰਾਇਲ ਦਾ ਪਰਮੇਸ਼ਰ ਜਿਸ ਨੇ ਤੈਨੂੰ ਭੇਜਿਆ ਮੇਰੇ ਕੋਲ। ਤਾਂ ਫਿਰ ਅੱਗੇ, ਅਤੇ ਮੁਬਾਰਕ ਤੇਰੀ ਮੱਤ, ਅਤੇ ਮੁਬਾਰਕ ਤੂੰ ਹੈ
ਕਿਉਂ ਜੋ ਅੱਜ ਦੇ ਦਿਨ ਤੂੰ ਮੈਨੂੰ ਲਹੂ ਵਗਾਉਣ ਅਤੇ ਆਪਣੇ ਹੱਥ ਦੇ ਬਦਲੇ ਲੈਣ ਤੋਂ ਹਟਾਇਆ ਹੈ। ਚਲੋ ਅੱਗੇ ਜਾ ਕੇ ਪੜ੍ਹ ਕੇ ਦੇਖਿਓ ਤਾਂ ਇੱਥੇ ਕੀ ਹੋਇਆ। ਦਾਊਦ ਨੇ ਸਾਰੀ ਗੱਲਬਾਤ ਸੁਣ ਲਈ। ਹੁਣ ਜਦੋਂ ਇਹਦਾ ਮਤਲਬ ਇਹ ਨਹੀਂ ਸੀਗਾ ਦਾਊਦ ਨੂੰ ਖਾਣੇ ਦੀ ਲੋੜ ਸੀਗੀ, ਲੇਕਿਨ ਆਪਾਂ ਗੱਲ ਦੇਖ ਰਹੇ ਹਾਂ ਕਿ ਉਹਦੇ ਅੰਦਰ ਇੱਕ ਇੱਛਾ ਸੀਗੀ। ਇੱਛਾ ਦੇ ਕਰਕੇ ਜਦੋਂ ਇੱਛਾ ਪੂਰੀ ਨਹੀਂ ਹੋਈ ਤਾਂ ਉਹਨੂੰ ਬਹੁਤ ਕ੍ਰੋਧ ਆਇਆ। ਹੁਣ ਉਸ ਤੋਂ ਬਾਅਦ ਜੋ ਨਬਾਲ ਦੀ ਪਤਨੀ ਹੈ, ਜਦ ਉਹ ਉਸ ਲਈ ਭੋਜਨ ਤਿਆਰ ਕਰਕੇ ਲੈ ਗਈ ਤਾਂ ਉਸ ਤੋਂ ਬਾਅਦ ਪਰਮੇਸ਼ਵਰ ਨੇ ਦਾਊਦ ਨੂੰ ਸ਼ਾਂਤੀ ਦਿੱਤੀ। ਤਾਂ ਉਸ ਤੋਂ ਬਾਅਦ ਕੀ ਹੋਇਆ ਕਿ ਜੋ ਦਾਊਦ ਹੈ ਉਸਨੇ ਆਪਣਾ ਫੈਸਲਾ ਬਦਲ ਲਿਆ। ਉਸਨੇ ਕੀ ਕਿਹਾ ਕਿ ਹੁਣ ਮੈਂ ਇਹਨੂੰ ਨਹੀਂ ਮਾਰਾਂਗਾ। ਤਾਂ ਉਸ ਤੋਂ ਬਾਅਦ ਜਿਹੜੀ ਨਬਾਲ ਦੀ ਪਤਨੀ ਸੀਗੀ, ਜਦ ਉਹ ਘਰ ਵਾਪਸ ਆਈ ਤਾਂ ਉਸਨੇ ਦੇਖਿਆ ਕਿ ਘਰ ਦੇ ਵਿੱਚ ਜੋ ਉਹਦਾ ਪਤੀ ਨਬਾਲ ਹੈ ਉਹ ਤਾਂ ਰਾਜੇ ਮਹਾਰਾਜੇ ਦੀ ਤਰ੍ਹਾਂ ਖਾਣਾ ਖਾ ਰਿਹਾਗਾ, ਬੜੀ ਸ਼ਾਂਤੀ ਨਾਲ, ਬੜੇ ਆਨੰਦ ਨਾਲ ਉਹ ਖਾਣਾ ਖਾ ਰਿਹਾਗਾ। ਔਰ ਉਸਨੇ ਕੁਝ ਨਸ਼ਾ ਵਗੈਰਾ ਵੀ ਲਿਆ ਹੋਇਆ ਸੀਗਾ। ਉਸ ਵੇਲੇ ਉਸਦੀ ਪਤਨੀ ਨੇ ਕੁਝ ਨਹੀਂ ਬੋਲਿਆ ਉਸਨੂੰ। ਲੇਕਿਨ ਅਗਲੀ ਵਾਰ ਕੀ ਹੋਇਆ, ਮੇਰੇ ਨਾਲ ਬਚਨ ਪੜ੍ਹੋ ਤੁਸੀਂ। ਇਹ ਪਹਿਲਾ ਸੈਮੂਅਲ ਉਹਦਾ 25 ਦੇ ਉਹਦਾ 37 ਵਚਨ। ਅਤੇ ਅਜਿਹਾ ਹੋਇਆ ਜੋ ਪਰਮਾਤ ਨੂੰ ਜਿਸ ਵੇਲੇ ਨਬਾਲ ਦਾ ਨਸ਼ਾ ਉਤਰ ਗਿਆ ਤਾਂ ਉਹਦੀ ਤੀਵੀਂ ਨੇ ਉਹਨੂੰ ਸਾਰੀ ਗੱਲ ਦੱਸੀ, ਤਾਂ ਉਹਦਾ ਮਨ ਉਹ ਦੇ ਵਿੱਚ ਮਰ ਗਿਆ ਅਤੇ ਉਹ ਪੱਥਰ ਵਰਗਾ ਹੋ ਗਿਆ। ਦੇਖੋ ਜਦੋਂ ਉਹਦਾ ਨਸ਼ਾ ਚਲਾ ਗਿਆ, ਜਦੋਂ ਦਿਨ ਚੜਿਆ ਤਾਂ ਉਸਦੀ ਪਤਨੀ ਨੇ ਸਾਰੀ ਗੱਲ ਦੱਸੀ ਕਿ ਦੇਖ ਕੱਲ ਤੈਨੂੰ ਦਾਊਦ ਮਾਰਨ ਦੇ ਲਈ ਆ ਰਿਹਾ ਸੀਗਾ। ਕਿਉਂਕਿ ਤੇਰੇ ਨਾਲ ਉਹਨੇ ਭਲਾਈ ਕੀਤੀ, ਲੇਕਿਨ ਤੂੰ ਉਹਦੀ ਭਲਾਈ ਨੂੰ ਯਾਦ ਨਹੀਂ ਰੱਖਿਆ। ਉਹ ਤਾਂ ਚਲੋ ਮੈਂ ਉਹਦੇ ਕੋਲ ਚਲੀ ਗਈ, ਮੈਂ ਗੱਲਬਾਤ ਕਰੀ। ਜਦੋਂ ਸਾਰੀ ਗੱਲ ਉਸਨੇ ਦੱਸੀ ਤਾਂ ਬਾਈਬਲ ਦੇ ਵਿੱਚ ਲਿਖਿਆ ਗਾ ਕਿ ਉਹਦਾ ਮਨ ਉਹਦੇ ਵਿੱਚ ਮਰ ਗਿਆ। ਮਤਲਬ ਇੱਥੇ ਲਿਖਿਆ ਗਾ ਕਿ ਉਹਨੂੰ ਦਿਲ ਦਾ ਦੌਰਾ ਪੈ ਗਿਆ। ਕਿਹਨੂੰ? ਨਬਾਲ ਨੂੰ। ਮਤਲਬ ਉਹਦੇ ਅੰਦਰ ਡਰ ਬੈਠ ਗਿਆ ਕਿ ਮੇਰੇ ਨਾਲ ਕੀ ਹੋ ਰਿਹਾ ਸੀਗਾ। ਜੋ ਦਿਲ ਦਾ ਦੌਰਾ ਪਿਆ ਤਾਂ ਹੋਇਆ ਕੁਝ ਨਹੀਂ ਉਸਨੂੰ। ਲੇਕਿਨ ਉਸ ਤੋਂ ਬਾਅਦ ਕੀ ਲਿਖਿਆ ਗਾ ਕਿ 10 ਦਿਨਾਂ ਬਾਅਦ ਜੋ ਨਬਾਲ ਸੀਗਾ ਉਹ ਮਰ ਗਿਆ। 10 ਦਿਨਾਂ ਬਾਅਦ ਨਬਾਲ ਕੀ ਹੋ ਗਿਆ? ਨਬਾਲ ਮਰ ਗਿਆ। ਫਿਰ ਮੇਰੇ ਨਾਲ ਬਚਨ ਪੜੋ, ਇਹਦਾ 39 ਬਚਨ। ਦਾਊਦ ਨੇ ਸੁਣਿਆ ਜੋ ਨਬਾਲ ਮਰ ਗਿਆ ਹੈ ਤਾਂ ਆਖਿਆ, ਮੁਬਾਰਕ ਹੈ ਯਹੋਵਾ ਜਿਸ ਨੇ ਨਬਾਲ ਦੇ ਹੱਥੋਂ ਮੇਰੀ ਨਿੰਦਿਆ ਦਾ ਵੱਟਾ ਲਿਆ ਅਤੇ ਆਪਣੇ ਟਹਿਲੂਆਂ ਨੂੰ ਬੁਰਾਈਓਂ ਬਚਾਇਆ। ਸਾਰੇ ਬੋਲੋ ਹਾਲੇਲੂਇਆ, ਹਾਲੇਲੂਇਆ। ਹੁਣ ਦਾਊਦ ਹੈ ਜੋ ਉਹ ਕੀ ਕਰ ਰਿਹਾ? ਪਰਮੇਸ਼ਵਰ ਨੂੰ ਮੁਬਾਰਕ ਆਖ ਰਿਹਾ ਹੈਗਾ। ਕਿਉਂਕਿ ਦਾਊਦ ਦੇ ਅੰਦਰ ਇੱਛਾ ਸੀਗੀ। ਜਦੋਂ ਉਹਦੀ ਇੱਛਾ ਨਹੀਂ ਪੂਰੀ ਹੋਈ ਤਾਂ ਦਾਊਦ ਕੀ ਕਰ ਰਿਹਾ ਸੀਗਾ? ਉਹ ਬੁਰਾਈ ਕਰ ਰਿਹਾ ਸੀਗਾ। ਉਹਦੇ ਕੋਲੋਂ ਬੁਰਾਈ ਹੋ ਰਹੀ ਸੀਗੀ। ਉਹਦਾ ਕਾਰਨ ਕੀ ਸੀਗਾ? ਕਿ ਉਹਦੇ ਅੰਦਰ ਇੱਛਾ ਸੀਗੀ। ਚਲੋ ਉਹ ਤਾਂ ਸਮੇਂ ਸਿਰ ਪਰਮੇਸ਼ਵਰ ਨੇ ਉਸਦੇ ਜੀਵਨ ਦੇ ਵਿੱਚ ਕੁਝ ਐਸਾ ਕੀਤਾ, ਜਾਂ ਜੋ ਉਹਦੀ ਨਬਾਲ ਦੀ ਪਤਨੀ ਸੀਗੀ ਅਬੀਗੈਲ, ਉਹਦੇ ਮਨ ਦੇ ਵਿੱਚ ਪਰਮੇਸ਼ਵਰ ਨੇ ਕੁਝ ਐਸਾ ਪਾਇਆ ਕਿ ਜਿਹਦੇ ਕਰਕੇ ਕੀ ਹੈ, ਜੋ ਦਾਊਦ ਹੈ ਉਹ ਬੁਰਾਈ ਕਰਨ ਤੋਂ ਹਟ ਗਿਆ। ਹਾਲੇਲੂਇਆ। ਮਤਲਬ ਹਰ ਇਨਸਾਨ ਦੀ ਕੋਈ ਨਾ ਕੋਈ ਅਗਰ ਇੱਛਾ ਹੈ ਤਾਂ ਉਹ ਇੱਛਾ ਕੀ ਕਰਦੀ ਹੈ? ਇਨਸਾਨ ਨੂੰ ਉਹ ਦੁਖੀ ਕਰਦੀ ਹੈ। ਦਾਊਦ ਬਹੁਤ ਵੱਡਾ ਸੂਰਮਾ ਹੋਇਆਗਾ। ਦਾਊਦ ਐਸਾ ਇਨਸਾਨ ਹੈ ਜੋ ਇਕੱਲਾ ਹੀ 10-10 ਹਜ਼ਾਰ ਬੰਦਿਆਂ ਨੂੰ ਖਤਮ ਕਰ ਸਕਦਾ ਸੀਗਾ। ਲੇਕਿਨ ਜਦੋਂ ਉਹਦੇ ਅੰਦਰ ਇੱਕ ਇੱਛਾ ਆਈ ਤਾਂ ਇਸ ਇੱਛਾ ਨੇ ਕੀ ਕੀਤਾ? ਮਤਲਬ ਇਹਨੂੰ ਦੁਖੀ ਕੀਤਾ। ਤਾਂ ਅੱਜ ਵੀ ਅਗਰ ਇਨਸਾਨ ਮਸੀਹ ਦੇ ਵਿੱਚ ਚੱਲਦਾਗਾ ਤਾਂ ਉਹਦੇ ਅੰਦਰ ਅਗਰ ਕੋਈ ਇੱਛਾ ਹੈ, ਅਗਰ ਉਹ ਕੁਝ ਚਾਹੁੰਦਾਗਾ ਤਾਂ ਸਹੀ ਦੇ ਵਿੱਚ ਅਗਰ ਉਹ ਇੱਛਾ ਪੂਰੀ ਨਹੀਂ ਹੁੰਦੀ, ਉਹ ਇੱਛਾ ਕੁਝ ਵੀ ਹੋ ਸਕਦੀ ਹੈ ਤੁਹਾਡੀ। ਤੁਸੀਂ ਕਿਸੇ ਨੂੰ ਮਿਲਣ ਦੇ ਲਈ ਜਾਓ, ਤੁਸੀਂ ਘਰ ਦੇ ਵਿੱਚ ਕੁਝ ਸੋਚ ਕੇ ਜਾਓ ਕਿ ਅੱਜ ਉੱਥੇ ਮੈਨੂੰ ਕੁਝ ਖਾਣ ਦੇ ਲਈ ਐਸਾ ਕੁਝ ਮਿਲੇਗਾ ਜਾਂ ਮੇਰੇ ਲਈ ਕੁਝ ਐਸਾ ਹੋਣ ਵਾਲਾਗਾ ਉੱਥੇ। ਅਗਰ ਇਮਾਨਦਾਰੀ ਨਾਲ ਦੇਖਿਓ, ਅਗਰ ਤੁਹਾਡੇ ਮਨ ਦੇ ਵਿੱਚ ਇੱਛਾ ਪਹਿਲਾਂ ਹੀ ਹੈ ਨਾ, ਅਗਰ ਉਹ ਇੱਛਾ ਤੁਹਾਡੀ ਪੂਰੀ ਨਹੀਂ ਹੋ ਰਹੀ ਉੱਥੇ ਜਾ ਕੇ, ਤਾਂ ਫਿਰ ਇਨਸਾਨ ਦੁਖੀ ਹੁੰਦਾਗਾ। ਤੁਸੀਂ ਕੁਝ ਕਿਸ ਤੋਂ ਆਸ ਰੱਖ ਕੇ ਜਾਂਦੇ ਹੋ, ਅਗਰ ਉਹ ਆਸ ਤੁਹਾਡੀ ਪੂਰੀ ਨਹੀਂ ਹੋ ਰਹੀ ਨਾ, ਤਾਂ ਫਿਰ ਇਨਸਾਨ ਕੀ ਹੁੰਦਾਗਾ? ਉਹ ਦੁਖੀ ਹੁੰਦਾਗਾ। ਤਾਂ ਦਾਊਦ ਵੀ ਇਸ ਤਰ੍ਹਾਂ ਹੀ ਕੀਤਾ ਉਸਨੇ। ਇੱਕ ਵਾਰ ਜੋ ਪ੍ਰਭੂ ਯਿਸੂ ਮਸੀਹ ਸੀਗੇ, ਪ੍ਰਭੂ ਯਿਸੂ ਮਸੀਹ ਨੂੰ ਕੀ ਪਤਾ ਲੱਗਿਆ ਕਿ ਜੋ ਲਾਜ਼ਰ ਨਾਮ ਦਾ ਇਨਸਾਨ ਹੈ ਉਹ ਕੀ ਹੋ ਗਿਆ? ਉਹ ਬਿਮਾਰ ਹੈ। ਤਾਂ ਕਿਸੇ ਨੇ ਕਿਹਾ ਵੀ ਤੁਹਾਨੂੰ ਬੁਲਾਇਆਗਾ, ਤਾਂ ਪ੍ਰਭੂ ਯਿਸੂ ਮਸੀਹ ਉੱਥੇ ਨਹੀਂ ਗਏ। ਉਸ ਤੋਂ ਬਾਅਦ ਕੀ ਹੋਇਆ ਕਿ ਜੋ ਲਾਜ਼ਰ ਸੀਗਾ ਉਹ ਮਰ ਗਿਆ। ਤਾਂ ਪ੍ਰਭੂ ਯਿਸੂ ਮਸੀਹ ਨੇ ਆਪਣੇ ਚੇਲਿਆਂ ਨੂੰ ਕਿਹਾ ਕਿ ਸਾਡਾ ਜੋ ਸਾਥੀ ਸੀਗਾ, ਸਾਡਾ ਮਿੱਤਰ ਹੈ ਲਾਜ਼ਰ, ਉਹ ਸੌਂ ਗਿਆ, ਚਲੋ ਆਪਾਂ ਉਸਨੂੰ ਉਠਾਈਏ ਜਾ ਕੇ। ਤਾਂ ਚੇਲੇ ਕਹਿੰਦੇ ਵੀ ਕੋਈ ਬਾਤ ਨਹੀਂ, ਜੇ ਸੁੱਤਾ ਪਿਆ ਉੱਠ ਖੜੇਗਾ। ਤਾਂ ਪ੍ਰਭੂ ਯਿਸੂ ਮਸੀਹ ਨੇ ਕਿਹਾ ਨਹੀਂ, ਉਹ ਮਰ ਗਿਆ, ਉਸ ਨੂੰ ਜਿਉਂਦਾ ਕਰਨਾਗਾ। ਤਾਂ ਚਲੋ ਆਪਾਂ ਨੇ ਕਈ ਵਾਰ ਵਚਨ ਪੜਿਆਗਾ। ਤਾਂ ਪ੍ਰਭੂ ਯਿਸੂ ਮਸੀਹ ਉੱਥੇ ਪਹੁੰਚੇ ਔਰ ਲਾਜ਼ਰ ਨੂੰ ਮਰੇ ਨੂੰ 4 ਦਿਨ ਹੋ ਗਏ ਸੀਗੇ। ਜਦੋਂ 4 ਦਿਨ ਹੋ ਗਏ ਸੀਗੇ ਤਾਂ ਪ੍ਰਭੂ ਯਿਸੂ ਮਸੀਹ ਜਦ ਕਬਰ ਦੇ ਉੱਪਰ ਗਏ, ਤਾਂ ਜਦ ਉੱਥੇ ਜਗ੍ਹਾ ਪਹੁੰਚ ਗਏ, ਉਸ ਪਿੰਡ ਵਿੱਚ ਪਹੁੰਚ ਗਏ, ਤਾਂ ਮੇਰੇ ਨਾਲ ਵਚਨ ਪੜੋ ਤੁਸੀਂ। ਯਹੂਨਾ ਉਹਦਾ 11 ਅਧਿਆਇ। ਯਹੂਨਾ ਉਹਦਾ 11 ਅਧਿਆਇ
ਉਹਦਾ 32 ਵਚਨ ਪੜੋ। ਸੋ ਜਦ ਮਰੀਅਮ ਉਸ ਥਾਂ ਆਈ ਜਿੱਥੇ ਯਿਸੂ ਸੀ ਤਾਂ ਉਸ ਨੂੰ ਵੇਖ ਕੇ ਉਹਦੇ ਪੈਰੀ ਪਈ ਅਤੇ ਉਹਨੂੰ ਆਖਿਆ, ਪ੍ਰਭੂ ਜੀ, ਜੇ ਤੂੰ ਇੱਥੇ ਹੁੰਦਾ ਤਾਂ ਮੇਰਾ ਭਰਾ ਨਾ ਮਰਦਾ। ਹਾਂ, ਜੋ ਲਾਜ਼ਰ ਦੀ ਭੈਣ ਸੀਗੀ ਉਸਨੇ ਕੀ ਕਿਹਾ, ਪ੍ਰਭੂ ਜੀ ਤੁਸੀਂ ਇੱਥੇ ਹੁੰਦੇ ਮੇਰਾ ਭਾਈ ਨਾ ਮਰਦਾ। ਫਿਰ ਉਪਰੰਤ ਜਾਂ ਯਿਸੂ ਨੇ ਉਹਨੂੰ ਰੋਂਦਿਆਂ ਔਰ ਉਹਨਾਂ ਯਹੂਦੀਆਂ ਨੂੰ ਵੀ ਜੋ ਉਹਦੇ ਨਾਲ ਆਏ ਸਨ ਰੋਂਦੇ ਵੇਖਿਆ ਤਾਂ ਆਤਮਾ ਵਿੱਚ ਕਲਪਿਆ ਅਤੇ ਘਬਰਾਇਆ। ਦੇਖੋ, ਪ੍ਰਭੂ ਯਿਸੂ ਮਸੀਹ ਨੇ ਜਦ ਉੱਥੇ ਦੇਖਿਆ ਜੋ ਉਹਦੀ ਭੈਣ ਰੋ ਰਹੀ ਹੈ ਔਰ ਜੋ ਲੋਕ ਉਹਦੇ ਕੋਲ ਆਏ ਸੀਗੇ ਉਹ ਵੀ ਲੋਕ ਰੋ ਰਹੇ ਨੇ, ਤਾਂ ਯਿਸੂ ਮਸੀਹ ਦੁਖੀ ਹੋਏ। ਯਿਸੂ ਮਸੀਹ ਆਤਮਾ ਵਿੱਚ ਦੁਖੀ ਹੋਏ। ਯਿਸੂ ਮਸੀਹ ਆਤਮਾ ਵਿੱਚ ਕਲਪੇ। ਔਰ ਕੀ ਲਿਖਿਆ ਬਾਈਬਲ ਦੇ ਵਿੱਚ ਅੱਗੇ, ਔਰ ਆਖਿਆ ਤੁਸਾਂ ਉਹਨੂੰ ਕਿੱਥੇ ਰੱਖਿਆ ਹੈ? ਹਾਂ, ਉਹਨਾਂ ਉਸ ਨੂੰ ਆਖਿਆ, ਪ੍ਰਭੂ ਜੀ ਆ ਵੇਖ। ਹਾਂ। ਯਿਸੂ ਰੋਇਆ। ਹੁਣ ਦੇਖੋ ਇੱਥੇ ਲਿਖਿਆ ਯਿਸੂ ਮਸੀਹ ਰੋਏ ਉੱਥੇ। ਦੇਖੋ, ਯਿਸੂ ਮਸੀਹ ਨੂੰ ਕੋੜੇ ਮਾਰੇ ਗਏ, ਯਿਸੂ ਮਸੀਹ ਦੇ ਹੱਥਾਂ ਪੈਰਾਂ ਵਿੱਚ ਕੇਲੇ ਠੋਕੇ ਗਏ, ਯਿਸੂ ਮਸੀਹ ਦੇ ਉੱਪਰ ਥੁੱਕਿਆ ਗਿਆ, ਯਿਸੂ ਮਸੀਹ ਦੇ ਅੱਖਾਂ ਦੇ ਉੱਪਰ ਪੱਟੀ ਬੰਨ ਕੇ ਯਿਸੂ ਮਸੀਹ ਨੂੰ ਚਪੇੜਾ ਮਾਰਿਆ ਗਿਆ। ਯਿਸੂ ਮਸੀਹ ਨਹੀਂ ਰੋਏ। ਲੇਕਿਨ ਪ੍ਰਭੂ ਯਿਸੂ ਮਸੀਹ ਰੋਏ ਕਦੋਂ? ਜਦੋਂ ਲਾਜ਼ਰ ਦੀ ਕਬਰ ਦੇ ਉੱਪਰ ਗਏ। ਤਾਂ ਰੋਏ ਕਿਉਂ ਪ੍ਰਭੂ ਯਿਸੂ ਮਸੀਹ? ਕਿਉਂਕਿ ਪ੍ਰਭੂ ਯਿਸੂ ਮਸੀਹ ਨੇ ਉਹਨਾਂ ਲੋਕਾਂ ਵਿੱਚ ਬੜੇ ਚਮਤਕਾਰ ਕੀਤੇ ਸੀਗੇ। ਅੰਨ੍ਹਿਆਂ ਦੀਆਂ ਅੱਖਾਂ ਖੋਲੀਆਂ ਸੀਗੀਆਂ, ਬਿਮਾਰਾਂ ਨੂੰ ਚੰਗੇ ਕੀਤਾ ਸੀਗਾ, ਬਹੁਤ ਵੱਡੇ ਵੱਡੇ ਚਮਤਕਾਰ ਕੀਤੇ ਸੀ ਪ੍ਰਭੂ ਯਿਸੂ ਮਸੀਹ ਨੇ। ਯਿਸੂ ਮਸੀਹ ਨਹੀਂ ਰੋਏ। ਆਪਾਂ ਬਾਈਬਲ ਪੜ੍ਹਦੇ ਹਾਂ ਤਾਂ ਯਿਸੂ ਮਸੀਹ ਨੂੰ ਬਾਅਦ ਵਿੱਚ ਕਿੰਨਾ ਸਤਾਇਆ ਗਿਆ। ਯਿਸੂ ਮਸੀਹ ਨਹੀਂ ਰੋਏ, ਲੇਕਿਨ ਇੱਥੇ ਰੋਏ। ਕਿਉਂ? ਕਿਉਂਕਿ ਪ੍ਰਭੂ ਯਿਸੂ ਮਸੀਹ ਨੂੰ ਇੱਕ ਕੀ ਸੀਗੀ? ਆਸ ਸੀਗੀ ਕਿ ਮੈਂ ਇਹਨਾਂ ਲੋਕਾਂ ਵਿੱਚ ਚਮਤਕਾਰ ਕੀਤੇ ਨੇ, ਮੈਂ ਇਹਨਾਂ ਲੋਕਾਂ ਦੇ ਵਿੱਚ ਅਦਭੁਤ ਕੰਮ ਕੀਤੇ ਨੇ, ਇਹਨਾਂ ਲੋਕਾਂ ਨੂੰ ਵਿਸ਼ਵਾਸ ਆਉਣਾ ਚਾਹੀਦਾਗਾ। ਜਦ ਦੇਖਿਆ ਇਹ ਲੋਕ ਤਾਂ ਰੋ ਰਹੇ ਨੇ, ਤਾਂ ਯਿਸੂ ਮਸੀਹ ਕੀ ਹੋਏ? ਉੱਥੇ ਯਿਸੂ ਮਸੀਹ ਰੋਏ। ਉਹ ਲਾਜ਼ਰ ਲਈ ਨਹੀਂ ਰੋਏ, ਉਹ ਤਾਂ ਜਾਣਦੇ ਸੀਗੇ ਕਿ ਮੈਂ ਲਾਜ਼ਰ ਨੂੰ ਜਿੰਦਾ ਕਰਨਾਗਾ। ਲੇਕਿਨ ਯਿਸੂ ਮਸੀਹ ਜਿਹੜੀ ਆਸ ਲੈ ਕੇ ਗਏ ਸੀ ਉਹਨਾਂ ਦੇ ਕੋਲ ਉੱਪਰ, ਜੋ ਯਿਸੂ ਮਸੀਹ ਚਾਹੁੰਦੇ ਸੀਗੇ, ਜਦ ਉਹ ਚੀਜ਼ ਯਿਸੂ ਮਸੀਹ ਨੂੰ ਨਹੀਂ ਦਿਖਾਈ ਦਿੱਤੀ ਤਾਂ ਯਿਸੂ ਮਸੀਹ ਉੱਥੇ ਦੁਖੀ ਹੋਏ। ਹਾਲੇਲੂਇਆ, ਹਾਲੇਲੂਇਆ। ਯਿਸੂ ਮਸੀਹ ਨੂੰ ਜਦੋਂ ਪਤਾ ਲੱਗਾ ਕਿ ਲਾਜ਼ਰ ਮਰ ਗਿਆ, ਕਿ ਯਿਸੂ ਮਸੀਹ ਰੋਏ? ਯਿਸੂ ਮਸੀਹ ਨਹੀਂ ਰੋਏ। ਯਿਸੂ ਮਸੀਹ ਖੁਦ ਕਹਿੰਦੇ ਨੇ ਮੈਂ ਲਾਜ਼ਰ ਨੂੰ ਜਿੰਦਾ ਕਰਾਂਗਾ। ਮਤਲਬ ਯਿਸੂ ਮਸੀਹ ਰੋਏ, ਉਹਦਾ ਰੋਣ ਦਾ ਕਾਰਨ ਇਹ ਸੀਗਾ ਕਿ ਉਹ ਲੋਕ ਇੰਨੇ ਟਾਈਮ ਤੋਂ ਚਮਤਕਾਰ ਦੇਖ ਚੁੱਕੇ ਸੀਗੇ। ਲੇਕਿਨ ਜਿਹੜੀ ਆਸ ਨਾਲ ਪ੍ਰਭੂ ਯਿਸੂ ਮਸੀਹ ਉੱਥੇ ਗਏ ਸੀਗੇ ਕਿ ਮੈਂ ਉੱਥੇ ਵਿਸ਼ਵਾਸ ਦੇਖਾਂਗਾ ਉਹਨਾਂ ਲੋਕਾਂ ਦਾ, ਲੇਕਿਨ ਉਹਦੀ ਭੈਣ ਦਾ ਵੀ ਵਿਸ਼ਵਾਸ ਨਹੀਂ ਹੈ। ਦੋ ਭੈਣਾਂ ਨੇ, ਦੋਹਾਂ ਭੈਣਾਂ ਦਾ ਵਿਸ਼ਵਾਸ ਨਹੀਂ ਹੈ। ਜਿਹੜੀ ਭੀੜ ਹੈ, ਜਿਹੜੇ ਲੋਕ ਨੇ, ਉਹਨਾਂ ਲੋਕਾਂ ਦਾ ਵੀ ਵਿਸ਼ਵਾਸ ਨਹੀਂ ਹੈ। ਹੁਣ ਜਿਹੜੀ ਆਸ ਯਿਸੂ ਮਸੀਹ ਦੀ ਹੈਗੀ ਸੀ ਲੋਕਾਂ ਉੱਪਰ, ਤਾਂ ਕੀ ਕੀਤਾ? ਯਿਸੂ ਮਸੀਹ ਦੀ ਆਸ ਜਦੋਂ ਪੂਰੀ ਨਹੀਂ ਹੋਈ ਨਾ, ਤਾਂ ਸਹੀ ਦੇ ਵਿੱਚ ਯਿਸੂ ਮਸੀਹ ਦੁਖੀ ਹੋਏ। ਔਰ ਯਿਸੂ ਮਸੀਹ ਨੂੰ ਕੀ ਹੋਇਆ? ਉੱਥੇ ਰੋਣਾ ਪਿਆ। ਹਾਲੇਲੂਇਆ, ਹਾਲੇਲੂਇਆ। ਯਿਸੂ ਮਸੀਹ ਇਹੀ ਚਾਹੁੰਦੇ ਸੀ ਕਿ ਲੋਕ ਵਿਸ਼ਵਾਸ ਕਰਨ, ਲੇਕਿਨ ਜਦੋਂ ਯਿਸੂ ਮਸੀਹ ਦੀ ਇੱਛਾ ਵੀ ਇੱਥੇ ਪੂਰੀ ਨਹੀਂ ਹੋ ਰਹੀ, ਤਾਂ ਯਿਸੂ ਮਸੀਹ ਕੀ ਹੋਏ? ਉਹ ਰੋਏ। ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਕਿ ਇੱਕ ਵਾਰ ਪ੍ਰਭੂ ਯਿਸੂ ਮਸੀਹ ਕਿਸੇ ਜਗ੍ਹਾ ਜਾ ਰਹੇ ਸੀਗੇ, ਤਾਂ ਬਾਈਬਲ ਦੇ ਵਿੱਚ ਲਿਖਿਆ ਹੈਗਾ ਕਿ ਪ੍ਰਭੂ ਯਿਸੂ ਮਸੀਹ ਨੂੰ ਭੁੱਖ ਲੱਗੀ। ਔਰ ਭੁੱਖ ਲੱਗੀ ਤਾਂ ਰਸਤੇ ਵਿੱਚ ਇੱਕ ਦਰਖਤ ਦੇਖਿਆ। ਕਿਹੜਾ ਦਰਖਤ ਸੀਗਾ? ਅੰਜੀਰ ਦਾ। ਤਾਂ ਪ੍ਰਭੂ ਯਿਸੂ ਮਸੀਹ ਨੂੰ ਕੀ ਸੀਗੀ? ਆਸ ਸੀਗੀ। ਕੀ ਸੀਗੀ? ਕਿੱਥੇ ਫਲ ਹੋਏਗਾ। ਤਾਂ ਯਿਸੂ ਮਸੀਹ ਚੱਲ ਕੇ ਗਏ ਉੱਥੇ। ਪ੍ਰਭੂ ਯਿਸੂ ਮਸੀਹ ਕੀ ਲੈ ਗਏ? ਇੱਛਾ ਲੈ ਕੇ ਗਏ। ਇੱਛਾ ਲੈ ਕੇ ਗਏ ਕਾਹਦੇ ਲਈ? ਕਿ ਮੈਨੂੰ ਕੁਝ ਖਾਣ ਨੂੰ ਮਿਲੇਗਾ। ਕੀ ਪ੍ਰਭੂ ਯਿਸੂ ਮਸੀਹ ਨੂੰ ਤਾਂ ਖਾਣ ਨੂੰ ਮਿਲਿਆ? ਕੁਝ ਨਹੀਂ ਮਿਲਿਆ। ਕਹਿਣ ਦਾ ਮਤਲਬ ਯਿਸੂ ਮਸੀਹ ਨੂੰ ਤਾਂ ਖਾਣ ਦੇ ਲਈ ਕੁਝ ਨਹੀਂ ਮਿਲਿਆ। ਤਾਂ ਯਿਸੂ ਮਸੀਹ ਕੀ ਹੋਏ? ਉੱਥੇ ਦੁਖੀ ਹੋਏ। ਪਰ ਕੀ ਕਿਹਾ? ਕਿ ਅੱਜ ਤੋਂ ਬਾਅਦ ਤੈਨੂੰ ਕਦੇ ਫਲ ਨਾ ਲੱਗੇ। ਇਹਦਾ ਮਤਲਬ ਕਿ ਜਦੋਂ ਕੋਈ ਇਨਸਾਨ ਇੱਛਾ ਰੱਖਦਾ ਨਾ ਕਿਸੇ ਵੀ ਚੀਜ਼ ਦੀ, ਤਾਂ ਅਗਰ ਉਹ ਇੱਛਾ ਪੂਰੀ ਨਹੀਂ ਹੁੰਦੀ, ਅਗਰ ਉਹ ਇੱਛਾ ਪੂਰੀ ਨਹੀਂ ਹੁੰਦੀ, ਤਾਂ ਫਿਰ ਕੀ ਹੁੰਦਾਗਾ? ਇਨਸਾਨ ਦੁਖੀ ਹੁੰਦਾਗਾ। ਹਾਲੇਲੂਇਆ, ਹਾਲੇਲੂਇਆ। ਹੁਣ ਕਈ ਵਾਰ ਬੱਚੇ ਇੱਛਾ ਰੱਖਦੇ ਨੇ ਕਿ ਮੈਨੂੰ ਮੋਬਾਈਲ ਮਿਲੇ, ਮੈਨੂੰ ਮੋਟਰਸਾਈਕਲ ਮਿਲੇ, ਜਾਂ ਮੈਨੂੰ ਇਹ ਚੀਜ਼ ਮਿਲ ਜੇ ਜਾਂ ਉਹ ਚੀਜ਼ ਮਿਲ ਜੇ। ਅਗਰ ਮਾਂ-ਬਾਪ ਨਹੀਂ ਲੈ ਕੇ ਦਿੰਦੇ, ਇਮਾਨਦਾਰੀ ਦੀ ਗੱਲ ਦੱਸਿਓ, ਕੀ ਬੱਚੇ ਖੁਸ਼ ਹੁੰਦੇ ਨੇ? ਚਲੋ ਬੱਚੇ ਬੋਲੋ, ਬੱਚੇ ਖੁਸ਼ ਹੁੰਦੇ ਆ? ਜੇ ਇੱਛਾ ਹੋਵੇ ਅੰਦਰ, ਤਾਂ ਫਿਰ ਇੱਛਾ ਕੀ ਕਰਦੀ ਹੈ? ਇਨਸਾਨ ਨੂੰ ਦੁਖੀ ਕਰਦੀ ਹੈ। ਤੁਹਾਡੀ ਵੀ ਇੱਛਾ ਹੁੰਦੀ ਹੈ ਕਈ ਵਾਰ, ਖਾਣੇ ਦਾ ਵਿਆਹ ਆ ਰਿਹਾ ਹੈਗਾ, ਕੋਈ ਕੱਪੜਾ ਲੈਣਾ ਹੈਗਾ, ਕੋਈ ਕੈਸਾ ਲੈਣਾ, ਕੋਈ ਕੈਸਾ। ਇਨਸਾਨ ਦੀ ਅਗਰ ਇੱਛਾ ਗਈ ਨਾ, ਤਾਂ ਅਗਰ ਉਹਦੀ ਇੱਛਾ ਪੂਰੀ ਨਹੀਂ ਕਰਦਾ ਉਹਦਾ ਪਤੀ, ਤਾਂ ਫਿਰ ਕੀ ਹੈ? ਫਿਰ ਕਲੇਸ਼ ਪੈਂਦਾ ਹੀ ਪੈਂਦਾ ਹੈਗਾ। ਅਗਰ ਪਤੀ ਪੂਰੀ ਨਹੀਂ ਕਰਦਾ ਇੱਛਾ, ਤਾਂ ਚਾਹੇ ਪਤੀ ਨੂੰ ਕਰਜ਼ਾ ਚੱਕਣਾ ਪੈ ਜੇ, ਚਾਹੇ ਘਾਟੇ ਨੂੰ ਕਮੇਟੀ ਚੱਕਣੀ ਪੈ ਜੇ, ਚਾਹੇ ਲੋਨ ਲੈਣਾ ਪੈ ਜੇ, ਉਹਨੇ ਕੀ ਕਰਨਾ? ਆਪਣੀ ਪਤਨੀ ਦੀ ਇੱਛਾ ਪੂਰੀ ਕਰਨੀ ਹੈ। ਅਗਰ ਨਹੀਂ ਇੱਛਾ ਪੂਰਾ ਕਰਨੀ, ਤਾਂ ਪਤਨੀ ਕੀ ਹੈ? ਗੁੱਸੇ ਹੋਊਗੀ, ਉਹ ਦੁਖੀ ਹੋਊਗੀ। ਔਰ ਦੁਨੀਆ ਦਾ ਕੋਈ ਵੀ ਪਤੀ ਆਪਣੀ ਪਤਨੀ ਨੂੰ ਦੁਖੀ ਨਹੀਂ ਦੇਖ ਸਕਦਾ, ਚਾਹੇ ਉਹ ਕਰਜ਼ਾ ਲੈ ਲਵੇ। ਲੇਕਿਨ ਉਹ ਜਾਣਦਾਗਾ ਕਿ ਮੇਰੀ ਪਤਨੀ
दुखी ना रहे। हालेलुया। लेकिन ये गलत गल है, ये गलत गल है, क्योंकि सब तो पहला की है मसीह ने यही गल कही है, प्रभु यीशु मसीह ने, अगर कोई मेरे को आना चाहे तो की करे, अपनी इच्छा नूं मारे। तो किन्ने लोग ने अपनी इच्छा नूं मारना चाहते हैं? हालेलुया। सारे अज नहीं मारनी, अज तो बाद मारनी है। हुण तो सुनो ध्यान नाल, हुण पता चलेगा, क्योंकि थोड़े टाइम बाद सीजन शुरू हो विआहां दा, फिर पता चलेगा। अगर जिहदी पत्नी ना मने ना तो भाई आके मैनूं मिल लवे, ईमानदारी की गल है, मिल लो, मैनूं कोई बात नहीं। भाई कहता हुणे समझाओ। ते देखो सही दे विच हुंदा ज्यादातर, फिर कहते हैं साडे उपर कर्जा चढ़िया होया जी। तो पुछो कर्जा क्यों चढ़िया? इच्छा पूरी कर रहे हो ना अपनी। कई लोग अपनी इच्छा पूरी करने के लिए मोबाइल खरीदना महंगा, वो किस्तां भरते हैं। इच्छा ना तां काम होंदा ना हिस्सा। अगर इच्छा नहीं पूरी हो रही तो की होंदा? इंसान वो दुखी होंदा है। आप देख रहे हैं कि दाऊद नूं इच्छा सी कि नबाल नाम का जो इंसान है उसकी मैं मदद करी है, उसकी मैं सहायता करी है, और वो इंसान की है मेरी सहायता करेगा, मैनू खाण के लिए देगा। लेकिन जो इच्छा नहीं पूरी हुई तो की होया? उसने उसनूं मारना चाहा, मेरी इच्छा नहीं पूरी हो रही। अगर वैसे चला जाता, इच्छा ना होंदी ਉਹਦੇ, तो हो सकता कुछ गल होर सीगी। प्रभु यीशु मसीह जो लाजर नूं जिंदा करन दे लई आए ने, वो भी तो यही चाहते थे कि लोग विश्वास करन, उन्होंने इच्छा यही सी। लेकिन जो इच्छा नहीं पूरी होंदी ना तो इंसान की है, वो दुखी हुंदा गा। हालेलुया। की कदे तुहाडे नाल होया ऐसा कि तुहाडे घर दे विच तुहाडी इच्छा पूरी ना हुई होवे, आ तुसीं आनंद करदे होवो? नहीं हुंदा इदां कदे भी। इच्छा की करती है इंसान नूं, वो दुखी करती है, हमेशा ही दुखी करती है। लेकिन संत पौलुस की कहंदा गा? आनंद करो। मैं फिर कहना गा आनंद करो। संत पौलुस कहंदा गा, क्यों कहंदा गा? उन्हें अपनी इच्छा नूं मारिया होया। गल बहुत ध्यान नाल सुनियो। संत पौलुस है किथे? वो तो जेल दे विच है, लेकिन फिर भी की कहंदा गा? आनंद करो। मैं फिर कहना गा आनंद करो। वो अपनी इच्छा मार के बैठा होयागा। इच्छा भी कैसी मार के बैठा गा? एक वचन पढ़ो मेरे नाल तुसीं, दूजा ग्रंथिया ਉਹਦਾ 11 ਦੇ ਆਏ। कोई बुरा ना मान जो कि आने वाले ब्याह ने सानू कैसा वचन मिल रहा है, ये ਤੁਹਾਡੇ फायदे ਲਈ है। ਤੁਹਾਡਾ फायदा तो है ही है, मैं भाइयों का बहुत फायदा है ਇਹਦੇ ਵਿੱਚ। एक भाई का फर्ज है कि अपनी पत्नी ਨੂੰ स्वर्ग ਵਿੱਚ ਲੈ ਕੇ ਜਾਵੇ, ਜਿਵੇਂ ਮਰਜ਼ੀ ਲੈ ਕੇ ਜਾਓ। पढ़ो मेरे नाल दूजा ग्रंथिया 11 ਦੇ ਆਏ, ਉਹਦਾ 7 वचन तो पढ़ो। अथवा मैं जो परमेश्वर की खुशखबरी तुहानू मुक्त सुना के अपने आप नू नीम्या कीता, भाई तुसी उच्चे कीते जाओ। भला ए दे विच कोई पाप कीता? हाँ, कल बहुत ध्यान नाल सुनियो। परमेश्वर दास संत पौलुस कहंदा है कि मैं जो परमेश्वर की खुशखबरी सुनाउणा ना, ये किवें सुनाउणा तुहानू? मैं मुफ्त विच सुनाउणागा। हुण देखो जिहड़ा इंसान मुफ्त विच बन रिहागा, ਉਹਨੂੰ ਕਿਸੇ ਕੋਲੋਂ ਆਸ ਹੈਗੀ ਕਿਸੇ ਚੀਜ਼ ਦੀ? ਉਹਨੂੰ ਆਸ ਨਹੀਂ ਹੈ, ਉਹਨੂੰ ਕੋਈ ਇੱਛਾ ਨਹੀਂ ਹੈ। ਅਗਰ ਉਹਨੂੰ ਇੱਛਾ ਹੁੰਦੀ ਤਾਂ ਕੀ ਉਹ ਮੁਫਤ ਕਰ ਸਕਦਾ ਸੀਗਾ? ਲੇਕਿਨ ਨਹੀਂ ਕਰ ਸਕਦਾ ਸੀਗਾ। ਲੇਕਿਨ ਅੱਗੇ ਕੀ ਲਿਖਿਆਗਾ 8 ਦੇ ਵਿੱਚ? ਤੁਹਾਡੀ ਸੇਵਾ ਕਰਨ ਲਈ ਮੈਂ ਤਾਂ ਹੋਰਨਾਂ ਕਲੀਸਿਆਂ ਤੋਂ ਖਰਚ ਲੈ ਕੇ ਉਹਨਾਂ ਨੂੰ ਲੁੱਟ ਲਿਆ। ਹਾਂ ਦੇਖੋ, ਮੈਂ ਤੁਹਾਡੀ ਸੇਵਾ ਕਰਦਾਗਾ, ਮੈਂ ਤੁਹਾਡੀ ਸੇਵਾ ਕਰਦਾਗਾ, ਤੁਸੀਂ ਮੇਰੇ ਲਈ ਕੁਝ ਨਹੀਂ ਕਰਦੇ। ਲੇਕਿਨ ਤੁਹਾਡੀ ਸੇਵਾ ਪੂਰੀ ਕਰਨ ਦੇ ਲਈ ਮੈਂ ਦੂਜੀ ਕਲੀਸਿਆ ਵੀ ਕਰਦਾਗਾ, ਉਹਨਾਂ ਨੂੰ ਲੁੱਟ ਲੈਣਾਗਾ। ਮੈਂ ਉਹਨਾਂ ਨੂੰ ਮੈਂ ਲੁੱਟਦਾਗਾ ਤਾਂ ਕਿ ਮੈਂ ਤੁਹਾਡਾ ਕੀ ਹੈ ਪੇਟ ਭਰ ਸਕਾਂ, ਤੁਹਾਡੀ ਮੈਂ ਜ਼ਰੂਰਤ ਨੂੰ ਪੂਰਾ ਕਰ ਸਕਾਂ। ਹੁਣ ਦੇਖੋ ਇਹ ਪਰਮੇਸ਼ਰ ਦਾਸ ਕਲੀਸਿਆ ਦੇ ਲੋਕਾਂ ਨੂੰ ਕਹਿ ਰਿਹਾਗਾ, ਕੀ ਕਹਿ ਰਿਹਾਗਾ? ਕਿ ਤੁਹਾਡੀ ਸੇਵਾ ਕਰਨ ਦੇ ਲਈ ਮੈਂ ਦੂਜੇ ਲੋਕਾਂ ਨੂੰ ਲੁੱਟ ਦਾਂਗਾ। ਹੁਣ ਉਹ ਸੇਵਕ ਇੱਕ ਵਾਰ ਗਿਆ ਆਊਗਾ, 2 ਵਾਰ ਗਿਆ ਆਊਗਾ, 3 ਵਾਰ ਗਿਆ ਆਊਗਾ। ਅਗਰ ਕੋਈ ਪੂਰਾ ਨਹੀਂ ਕਰ ਰਿਹਾ ਉਹਦੇ ਲਈ, ਅਗਰ ਕੋਈ ਨਹੀਂ ਕੁਝ ਕਰ ਰਿਹਾ ਤਾਂ ਉਹ ਕੀ ਹੈ? ਉਹ ਦੁਖੀ ਥੋੜੀ ਹੋਇਆ ਹੋਊਗਾ, ਉਹਦਾ ਮੁਫਤ ਕਰ ਰਿਹਾਗਾ। ਉਹਦੀ ਕੋਈ ਇੱਛਾ ਨਹੀਂ ਹੈ ਕਿ ਮੈਂ ਅੱਜ ਕਿਸੇ ਦੇ ਘਰੇ ਜਾ ਰਿਹਾਗਾ ਪ੍ਰਾਰਥਨਾ ਲਈ, ਅੱਜ ਮੈਂ ਕਿਸੇ ਨੂੰ ਵਚਨ ਸਿਖਾਉਣ ਦੇ ਲਈ ਜਾ ਰਿਹਾਗਾ ਤਾਂ ਮੈਨੂੰ ਉੱਥੋਂ ਕੁਝ ਮਿਲੇਗਾ। ਉਹ ਇੱਛਾ ਰੱਖ ਕੇ ਨਹੀਂ ਜਾਂਦਾ। ਅਗਰ ਉਹ ਇੱਛਾ ਰੱਖ ਕੇ ਜਾਂਦਾ ਤਾਂ ਅੱਜ ਸੰਤ ਪੌਲੁਸ ਦਾ ਨਾਮ ਬਾਈਬਲ ਦੇ ਵਿੱਚ ਨਾ ਹੁੰਦਾ, ਕਿਉਂਕਿ ਬਹੁਤ ਲੋਕ ਐਸੇ ਨੇ ਉਹ ਕੰਮ ਤਾਂ ਕਰਵਾਉਂਦੇ ਨੇ ਪਰਮੇਸ਼ਵਰ ਦੇ ਕੋਲੋਂ, ਲੇਕਿਨ ਪਰਮੇਸ਼ਵਰ ਦੇ ਦਾਸ ਦੇ ਬਾਰੇ ਕੁਝ ਨਹੀਂ ਸੋਚਦੇ। ਤਾਂ ਸੰਤ ਪੌਲੁਸ ਦੀ ਕੋਈ ਵੀ ਇੱਛਾ ਨਹੀਂ ਹੈ, ਸੰਤ ਪੌਲੁਸ ਦੀ ਕੋਈ ਵੀ ਇੱਛਾ ਨਹੀਂ ਹੈ। ਇਸ ਲਈ ਉਹ ਕਹਿੰਦਾਗਾ ਕੀ ਕਰੋ ਕਿ ਆਨੰਦ ਕਰੋ। ਅਗਰ ਆਨੰਦ ਕਰਨਾਗਾ ਤਾਂ ਕੀ ਕਰਨਾ ਪਏਗਾ? ਤੁਹਾਨੂੰ ਆਪਣੀ
ਇੱਛਾ ਮਾਰਨੀ ਪੈਗੀ। ਹਾਲੇਲੂਇਆ ਹਾਲੇਲੂਇਆ। ਆਨੰਦ ਕਰਨਾਗਾ ਤਾਂ ਕੀ ਕਰਨਾ ਪੈਗਾ ਤੁਹਾਨੂੰ? ਆਪਣੀ ਇੱਛਾ ਮਾਰਨੀ ਪੈਗੀ। ਹੁਣ ਜਾਇਓ ਤੁਸੀਂ ਬਾਜ਼ਾਰ ਕਦੇ, ਆਪਣੀ ਇੱਛਾ ਮਾਰ ਕੇ ਜਾਇਓ, ਦੇਖਿਓ ਸਹੀ ਦੇ ਵਿੱਚ, ਚਾਹੇ ਸਸਤਾ ਚਾਹੇ ਮਹਿੰਗਾ ਚਾਹੇ ਜੈਸਾ ਮਰਜ਼ੀ ਹੈ, ਕੋਈ ਵੀ ਚੀਜ਼ ਖਰੀਦ ਕੇ ਲਿਆਇਓ, ਕਿੰਨਾ ਆਨੰਦ ਆਏਗਾ। ਲੇਕਿਨ ਜਦੋਂ ਸੋਚ ਕੇ ਜਾਓਗੇ ਤੇ ਫਿਰ ਗੜਬੜੀ ਹੈ। ਫਿਰ ਇਹ ਵੀ ਦੇਖ ਲਿਓ, ਖਰੀਦ ਕੇ ਘਰੇ ਵੀ ਲੈ ਆਇਓ, ਉਹ ਆਨੰਦ ਰਹਿਣਾ ਹੀ ਨਹੀਂ ਤੁਹਾਨੂੰ। ਬਾਅਦ ਵਿੱਚ ਇਹ ਮਹਿੰਗਾ ਤਾਂ ਨਹੀਂ ਕਿੱਥੇ, ਕੋਈ ਕੁਛ ਕਹਿ ਨਾ ਦੇਵੇ, ਲੇਕਿਨ ਕਿਉਂ? ਇੱਛਾ ਸੀ ਨਾ ਪਹਿਲਾਂ। ਇਹ ਚੀਜ਼ ਨੂੰ ਛੱਡ ਕੇ ਜਾਓ ਕਦੇ ਵੀ ਕੋਈ ਚੀਜ਼ ਖਰੀਦਣ ਦੇ ਲਈ, ਤਾਂ ਫਿਰ ਦੇਖੋ ਪਰਮੇਸ਼ਵਰ ਕੈਸਾ ਆਨੰਦ ਦਿੰਦੇ ਨੇ। ਹਾਲੇਲੂਇਆ ਹਾਲੇਲੂਇਆ। ਤੇ ਸਾਡੇ ਪਰਮੇਸ਼ਵਰ ਇਹੀ ਚਾਹੁੰਦੇ ਨੇ ਕਿ ਜੋ ਇਨਸਾਨ ਹੈ ਉਹ ਦੁਖੀ ਨਾ ਹੋਵੇ। ਹਾਲੇਲੂਇਆ। ਕਿਹੜੇ ਲੋਕ ਨੇ ਜੋ ਦੁਖੀ ਨਹੀਂ ਹੋਣਾ ਚਾਹੁੰਦੇ? ਕਿਹੜੇ ਲੋਕ ਨੇ ਜੋ ਦੁਖੀ ਨਹੀਂ ਹੋਣਾ ਚਾਹੁੰਦੇ? ਸਾਰੇ ਚਾਹੁੰਦੇ ਹੋ ਦੁਖੀ ਹੋਣਾ। ਹਾਲੇਲੂਇਆ। ਅਗਰ ਦੁਖੀ ਨਹੀਂ ਹੋਣਾ ਚਾਹੁੰਦੇ ਨਾ, ਤਾਂ ਪਰਮੇਸ਼ਵਰ ਨੇ ਇੱਕ ਵਚਨ ਬਹੁਤ, ਮਤਲਬ ਪਰਮੇਸ਼ਵਰ ਦੇ ਸਾਰੇ ਵਚਨ ਬਹੁਤ ਵਧੀਆ ਨੇ, ਲੇਕਿਨ ਜੋ ਪਰਮੇਸ਼ਵਰ ਸਾਨੂੰ ਸਿਖਾਉਣ ਵੱਲੇ ਜਾ ਰਹੇ ਨੇ ਉਸ ਗੱਲ ਨੂੰ ਬਹੁਤ ਧਿਆਨ ਨਾਲ ਸੁਣਿਓ। ਲੂਕਾ ਉਹਦਾ 6 ਅਧਿਆਏ ਉਹਦਾ 33 ਵਚਨ ਪੜੋ। 6 ਦਾ 33, ਲੂਕਾ 6 ਦਾ 33 ਉੱਚੀ ਆਵਾਜ਼ ਵਿੱਚ ਪੜਿਓ। ਅਰ ਜੇ ਤੁਸੀਂ ਉਹਨਾਂ ਹੀ ਦਾ ਭਲਾ ਕਰੋ ਜਿਹੜੇ ਤੁਹਾਡਾ ਭਲਾ ਕਰਦੇ ਹਨ, ਤਾਂ ਤੁਹਾਡਾ ਕੀ ਆਸਾਨ ਹੈ, ਕਿਉਂ ਜੋ ਪਾਪੀ ਲੋਕ ਵੀ ਇਹੋ ਕਰਦੇ ਹਨ। ਦੇਖੋ, ਅਗਰ ਕੋਈ ਤੁਹਾਡਾ ਭਲਾ ਕਰਦਾਗਾ ਤੇ ਬਦਲੇ ਵਿੱਚ ਤੁਸੀਂ ਭਲਾ ਕਰਦੇ ਹੋ, ਤਾਂ ਬਾਈਬਲ ਦੇ ਵਿੱਚ ਲਿਖਿਆ ਇਹ ਤੁਹਾਡਾ ਕੋਈ ਅਹਿਸਾਨ ਨਹੀਂ ਹੈ। ਕਿਉਂਕਿ ਜੋ ਪਾਪੀ ਲੋਕ ਨੇ ਨਾ, ਜੋ ਮਸੀਹ ਦੇ ਉੱਪਰ ਵਿਸ਼ਵਾਸ ਨਹੀਂ ਕਰਦੇ, ਉਹ ਵੀ ਇਹ ਕੰਮ ਕਰਦੇ ਨੇ। ਉਹ ਵੀ ਆਪਣੇ ਗੁਆਂਢੀ ਨੂੰ ਉਹੀ ਦਿੰਦੇ ਨੇ ਜਿਹੜਾ ਗੁਆਂਢੀ ਉਹਨਾਂ ਨੂੰ ਦੇ ਕੇ ਜਾਂਦਾਗਾ। ਦੂਜੇ ਗੁਆਂਢੀ ਨੂੰ ਉਹ ਵੀ ਕੁਝ ਨਹੀਂ ਦਿੰਦੇ ਜਿਹੜਾ ਕੁਝ ਉਹਨਾਂ ਨੂੰ ਦਿੰਦਾ ਨਹੀਂ ਹੈ। ਮਤਲਬ ਇਹ ਲੋਕ ਦੂਜੇ ਲੋਕ ਕਰਦੇ ਨੇ, ਲੇਕਿਨ ਪਰਮੇਸ਼ਵਰ ਕੀ ਕਹਿੰਦੇ ਨੇ ਕਿ ਤੁਸੀਂ ਉਹਨਾਂ ਦਾ ਭਲਾ ਕਰੋ, ਠੀਕ ਹੈ ਨਾ, ਕਿ ਜਿਹੜਾ ਤੁਹਾਡੇ ਨਾਲ ਕੀ ਕਰਦੇ ਨੇ, ਵੈਰ ਰੱਖਦੇ ਨੇ। ਫਿਰ ਅੱਗੇ ਕੀ ਲਿਖਿਆਗਾ? ਜੇ ਤੁਸੀਂ ਉਹਨਾਂ ਹੀ ਨੂੰ ਉਧਾਰ ਦਿਓ ਜਿਨ੍ਹਾਂ ਕੋਲੋਂ ਲੈਣ ਦੀ ਆਸ ਹੋਵੇ, ਤਾਂ ਤੁਹਾਡਾ ਕੀ ਆਸਾਨ ਹੈ। ਪਾਪੀ ਲੋਕ ਵੀ ਪਾਪੀਆਂ ਨੂੰ ਉਧਾਰ ਦਿੰਦੇ ਹਨ, ਭਾਈ ਮੁੜ ਕੇ ਉਹਨਾਂ ਤੋਂ ਉਹਨਾਂ ਹੀ ਲੈ ਲੈਣ। ਹਾਲੇਲੂਇਆ ਹਾਲੇਲੂਇਆ। ਇਹ ਬਹੁਤ ਹੀ ਆਨੰਦ ਵਾਲੀ ਗੱਲ ਹੈ। ਅਗਰ ਕੋਈ ਕਿਸੇ ਤੋਂ ਪੈਸਾ ਮੰਗਣ ਜਾਂਦਾਗਾ ਕੋਈ ਵੀ, ਤਾਂ ਉਹ ਇਨਸਾਨ ਦੇਖਦਾਗਾ ਕਿ ਮੈਨੂੰ ਮੋੜੇਗਾ ਇਹ, ਫਿਰ ਤਾਂ ਦੇ ਦੂੰਗਾ ਉਹਨੂੰ। ਅਗਰ ਜੇ ਕਿਸੇ ਦੀ ਮੋੜਨ ਦੀ ਤਾਕਤ ਨਾ ਹੋਵੇ, ਤਾਂ ਫਿਰ ਇਨਸਾਨ ਕੀ ਹੈ, ਉਹ ਮੋੜਦਾ ਦਿੰਦਾ ਹੀ ਨਹੀਂ ਉਹਨੂੰ। ਦਿੰਦਾ ਕਾ ਉਹਨੂੰ? ਦਿੰਦਾ ਕਿਹਨੂੰ ਹੈ? ਜਿਹੜਾ ਮੋੜਨ ਦੀ ਸਾਮਰਥ ਰੱਖਦਾ ਹੋਵੇ, ਚਾਹੇ ਮਹੀਨਾ ਬਾਅਦ ਮੋੜੇ, ਚਾਹੇ 2 ਮਹੀਨੇ ਬਾਅਦ, ਚਾਹੇ 6 ਮਹੀਨੇ ਬਾਅਦ। ਕਦੋਂ ਮੁੜੇਗਾ ਭਾਈ? ਲੈ ਜਾ, ਕੋਈ ਗੱਲ ਨਹੀਂ, ਤੇਰੇ ਵਾਸਤੇ ਤਾਂ ਸਾਰਾ ਕੁਝ ਹੈ। ਲੇਕਿਨ ਜਿਹੜਾ ਬੰਦੇ ਦੀ ਮਤਲਬ ਹੈ ਨਹੀਂ, ਤਾਕਤ ਨਹੀਂ ਹੈ, ਸਮਰਥਾ ਨਹੀਂ ਹੈ ਕਿ ਉਹ ਪੈਸਾ ਮੋੜੇ, ਤਾਂ ਫਿਰ ਉਹਨੂੰ ਕੁਝ ਦਿੰਦੇ ਹੀ ਨਹੀਂ ਉਹ। ਲੇਕਿਨ ਪ੍ਰਭੂ ਯਿਸੂ ਮਸੀਹ ਕੀ ਕਹਿੰਦੇ ਨੇ ਕਿ ਇਹ ਲੋਕ ਦੂਜੇ ਲੋਕ ਕਰਦੇ ਨੇ। ਮੇਰੇ ਨਾਲ ਕਿਸੇ ਲਈ ਹਿੰਦੀ ਬਾਈਬਲ ਹੈਗਾ, ਉਹ ਪੜੋ। ਹਿੰਦੀ ਹੈ ਕਿਸੇ ਲਈ? हिंदी 35 वचन पढ़ो। वरना अपने शत्रुओं से प्रेम रखो और बुराई करो और फिर पाने की आशा ना रखकर उधार दो और तुम्हारे लिए बड़ा फल हो। हाँ, तुहानू ना मुड़े, तुहानू वापस ना मिले, फिर की दो? तुम परम हाँ, बस की करो, बस हाँ, तुहानू वापस ना मिले, फिर की करो? फिर उधार दो। अगर कोई मंगदागा तो ਉਹਦੇ ਕੋਲ ਮੁੜਨ ਦੀ ਆਸ ਨਾ ਰੱਖੋ। अगर मुड़न की आस रखते हो, अगर नहीं मोड़ता फिर की होवोगे? फिर दुखी होवोगे ना। की परमेश्वर तुहानू दुखी देखना चाहता है? किसी को दुखी देखना चाहता परमेश्वर? हालेलुया हालेलुया। ਤੁਹਾਡਾ ਹੈ ਲੈਣ ਦੇਣ ਲੋਕਾਂ ਨਾਲ, ਕੋਈ ਬਾਤ ਨਹੀਂ ਹੋ ਸਕਦਾਗਾ। ਕੋਈ ਵੀ ਇਨਸਾਨ ਹੈ, ਇਹ ਹੈ ਲੋਕਾਂ ਦੇ ਵਿੱਚ। ਅਗਰ ਕੋਈ ਮੰਗਣ ਲਈ ਆਉਂਦਾਗਾ ਤਾਂ ਜਿਹੜੀ ਸਮਰੱਥਾ ਹੈ ਨਾ, ਉਹਨੂੰ ਇਨਸਾਨ ਉਧਾਰ ਦਿੰਦਾਗਾ। ਜਿਹਦੇ ਕੋਲ 4 ਪੈਸੇ ਹੋਣ ਨਾ, ਉਹਨੂੰ ਜੇ ਕਦੇ ਲੋੜ ਹੋਈ ਦੱਸੇ ਮੈਨੂੰ, ਮੈਂ ਤੇਰੇ ਵਾਸਤੇ ਜਦ ਵੀ ਜਿੰਨੀ ਵੀ ਲੋੜ ਹੋਵੇ ਲੈ ਕੇ ਚਲਾ ਜਾਏ, ਕੋਈ ਬਾਤ ਨਹੀਂ। ਤੇ ਜੇ ਕੋਈ ਕਮਜ਼ੋਰ ਹੈ, ਉਹਨੂੰ ਕਦੇ ਪੁੱਛਿਆ ਵੀ ਨਹੀਂ ਵੀ ਭਰਾਵਾ ਤੇਰਾ ਗੁਜ਼ਾਰਾ ਕਿਵੇਂ ਚੱਲਦਾਗਾ। ਤੇ ਜਿਹੜਾ ਹੈ ਉਹਨੂੰ ਪੁੱਛਣਗੇ, ਜਿਹੜਾ ਲੱਖਪਤੀ ਹੈ, ਜਿਹੜਾ ਕਰੋੜਪਤੀ ਹੈ, ਭਰਾਵਾ ਜੇ ਕਦੇ ਲੋੜ ਹੋਈ, ਉਹਦੀ ਮਦਦ ਕਰਨ ਦੇ ਲਈ ਸਭ ਤੋਂ ਅੱਗੇ, ਤੇ ਜਿਹਦੀ ਮਦਦ ਕਰਨੀ ਚਾਹੀਦੀ ਹੈ ਸਭ ਤੋਂ ਪਿੱਛੇ। ਤਾਂ ਪ੍ਰਭੂ ਯਿਸੂ ਮਸੀਹ ਕੀ ਕਹਿੰਦੇ ਨੇ ਕਿ ਅਗਰ ਤੁਸੀਂ ਨਿਰਾਸ਼ ਨਹੀਂ ਹੋਣਾ ਚਾਹੁੰਦੇ, ਇੱਕ ਵਾਰ ਫਿਰ ਪੜ੍ਹੋ ਜੀ ਹਿੰਦੀ ਦੇ ਵਿੱਚ ਇਹਨੂੰ। अपने शत्रुओं से प्रेम रखो और बुराई करो। हाँ, देखो अपने वैरी नाल की करो? प्रेम करो। ते जेड़े की करो उन्हां दा
भला करो। हाँ और फिर पाने की आस ना रख कर हाँ, फिर ना पाओ मतलब फिर ना मिले। हाँ और फिर पाने की आस ना रख के उधार दो। हाँ मतलब ਤੁਹਾਨੂੰ ਨਾਮ ਮਿਲੇ ਫਿਰ ਉਧਾਰ ਦੇ ਕੇ ਦੇਖਿਓ, ਫਿਰ ਆਨੰਦ ਹੈ। ਅਗਰ ਤੁਸੀਂ ਕਿਸੇ ਨੂੰ ਦੇ ਦਿੰਦੇ ਹੋ, ਅਗਰ ਉਹ ਸਮੇਂ ਸਿਰ ਨਹੀਂ ਮੋੜਦਾ ਤਾਂ ਕੀ ਹੋਵੇਗਾ? ਦੁਖੀ ਹੋਵੋਗੇ ਨਾ। ਲੈ ਕੇ ਗਿਆ ਯਾਰ, ਮੋੜ ਕੇ ਨਹੀਂ ਗਿਆ। ਹੁੰਦਾ ਇਨਸਾਨ ਇਦਾਂ ਕਰਦਾਗਾ, ਲੇਕਿਨ ਐਸਾ ਕੌਣ ਕਰਦਾਗਾ? ਉਹ ਗਿਆ ਜਾਤੀ ਦੇ ਲੋਕ ਕਰਦੇ ਨੇ, ਉਹ ਪਾਪੀ ਲੋਕ ਕਰਦੇ ਨੇ। ਪ੍ਰਭੂ ਯਿਸੂ ਮਸੀਹ ਕਹਿੰਦੇ ਨੇ, ਪ੍ਰਭੂ ਯਿਸੂ ਮਸੀਹ ਕੀ ਕਹਿੰਦੇ ਨੇ ਕਿ ਮੈਂ ਤੁਹਾਨੂੰ ਦੁਖੀ ਨਹੀਂ ਕਰਨਾ ਚਾਹੁੰਦਾ, ਮੈਂ ਤੁਹਾਨੂੰ ਆਨੰਦ ਨਹੀਂ ਮਤਲਬ ਮੈਂ ਤੁਹਾਨੂੰ ਆਨੰਦ ਦੇਣਾ ਚਾਹੁੰਦਾਗਾ। ਲੇਕਿਨ ਆਨੰਦ ਕਿਹੜੀ ਗੱਲ ਦੇ ਵਿੱਚ ਹੈ? ਅਗਰ ਤੁਹਾਡੇ ਤੋਂ ਕੋਈ ਮੰਗਦਾਗਾ ਤਾਂ ਚੁੱਪਚਾਪ ਦੇ ਦਿਓ, ਮੰਗਣ ਦੀ ਆਸ ਨਾ ਰੱਖਿਓ, ਮੁੜਨ ਦੀ ਆਸ ਨਾ ਰੱਖਿਓ। ਲੇਕਿਨ ਇਹ ਵਚਨ ਮੰਨਣਾ ਬੜਾ ਔਖਾ ਹੈਗਾ। ਹੁਣ ਕੌਣ ਦਵੇ, ਕੌਣ ਪਰਮੇਸ਼ਰ ਦੇ ਵਚਨ ਨੂੰ ਪੂਰਾ ਕਰੇ? ਲੇਕਿਨ ਜਿਸਨੇ ਪਰਮੇਸ਼ਰ ਨੇ ਵਚਨ ਦਿੱਤਾਗਾ ਉਹ ਹਿੰਮਤ ਵੀ ਦਿੰਦਾਗਾ। ਉਹ ਕੀ ਹੈ? ਉਹ ਪਰਮੇਸ਼ਰ ਹਿੰਮਤ ਵੀ ਦਿੰਦਾਗਾ। ਅਗਰ ਕੋਈ ਮੰਗਦਾਗਾ ਤਾਂ ਪ੍ਰਭੂ ਯਿਸੂ ਮਸੀਹ ਕਹਿੰਦੇ ਨੇ ਉਹਨੂੰ ਦੇ ਦਿਓ। ਲੇਕਿਨ ਜੇ ਆਪਣੀ ਇੱਛਾ ਰੱਖੋਗੇ, ਚਲ ਦੇ ਦਿੰਦੇ ਆ ਬਾਅਦ ਵਿੱਚ ਮਿਲ ਜੂਗਾ, ਤਾਂ ਉਹ ਇੱਛਾ ਕੀ ਕਰੇਗੀ? ਇਨਸਾਨ ਨੂੰ ਉਹ ਦੁਖੀ ਕਰੇਗੀ। ਹਾਲੇਲੂਇਆ, ਹਾਲੇਲੂਇਆ। ਲੇਕਿਨ ਸਹੀ ਦੇ ਵਿੱਚ ਪ੍ਰਭੂ ਯਿਸੂ ਮਸੀਹ ਕਹਿੰਦੇ ਨੇ ਕਿ ਪਰਮੇਸ਼ਰ ਦਾਸ ਕਹਿੰਦਾਗਾ ਤੁਸੀਂ ਕੀ ਕਰੋ? ਤੁਸੀਂ ਆਨੰਦ ਕਰੋ। ਮਤਲਬ ਆਨੰਦ ਤਦੇ ਆਉਂਦਾ ਇਨਸਾਨ ਨੂੰ ਕਿ ਅਗਰ ਉਹਦੇ ਅੰਦਰ ਕੋਈ ਇੱਛਾ ਨਹੀਂ ਹੈ। ਹਾਲੇਲੂਇਆ, ਉਹਦੇ ਅੰਦਰ ਕੋਈ ਇੱਛਾ ਨਹੀਂ ਹੈ, ਫਿਰ ਇਨਸਾਨ ਕੀ ਕਰਦਾਗਾ? ਫਿਰ ਇਨਸਾਨ ਉਹ ਆਨੰਦ ਕਰਦਾਗਾ। ਲੇਕਿਨ ਸਭ ਤੋਂ ਵੱਡਾ ਜੋ ਇਨਸਾਨ ਨੂੰ ਦੁੱਖ ਹੁੰਦਾਗਾ, ਉਹ ਦੁੱਖ ਕਦੋਂ ਹੁੰਦਾਗਾ? ਕਿ ਜਦੋਂ ਇਨਸਾਨ ਦੇ ਅੰਦਰ ਕੋਈ ਇੱਛਾ ਹੋਵੇ। ਹੁਣ ਜੋ ਪਰਮੇਸ਼ਰ ਦਾ ਦਾਸ ਸੀਗਾ ਮੂਸਾ, ਜਦੋਂ ਉਹ ਪਰਜਾ ਨੂੰ ਬਾਹਰ ਕੱਢ ਕੇ ਲੈ ਕੇ ਆਇਆ, ਇਜ਼ਰਾਈਲ ਪਰਜਾ ਨੂੰ, ਸਾਰਿਆਂ ਨੂੰ ਪਤਾ ਹੀ ਹੈ, ਬਹੁਤ ਵਾਰ ਵਚਨ ਸੁਣਿਆ ਆਪਾਂ ਨੇ। ਤੇ ਉੱਥੇ ਮੂਸਾ ਦੁਆਰਾ ਬਹੁਤ ਵੱਡੇ ਵੱਡੇ ਕੰਮ ਹੋਏ ਸੀਗੇ, ਬਹੁਤ ਵੱਡੇ ਵੱਡੇ ਕੰਮ ਹੋ ਚੁੱਕੇ ਸੀਗੇ। ਰਸਤੇ ਵਿੱਚ ਮੂਸਾ ਨੇ ਉਹਨਾਂ ਨੂੰ ਖਾਣਾ ਵੀ ਖਵਾਇਆ, ਪਾਣੀ ਵੀ ਪਿਆਇਆ। ਇੱਕ ਵਾਰ ਕੀ ਹੋਇਆ ਕਿ ਜੋ ਲੋਕ ਸੀਗੇ ਉਹ ਲੋਕ ਮੂਸਾ ਉੱਪਰ ਗੁੱਸੇ ਹੋ ਗਏ, ਹਾरून ਦੇ ਉੱਪਰ ਗੁੱਸੇ ਹੋ ਗਏ, ਔਰ ਕੀ ਕਿਹਾ? ਸਾਨੂੰ ਪਾਣੀ ਦੇ, ਸਾਨੂੰ ਪਾਣੀ ਦੇ। ਹੁਣ ਜੋ ਮੂਸਾ ਸੀਗਾ ਉਹਨੇ ਪਰਮੇਸ਼ਰ ਨੂੰ ਕਿਹਾ, ਪਰਮੇਸ਼ਰ ਇਹ ਪਾਣੀ ਮੰਗਦੇ ਨੇ। ਤਾਂ ਪਰਮੇਸ਼ਰ ਨੇ ਕਿਹਾ ਕੋਈ ਗੱਲ ਨਹੀਂ, ਇਹਨਾਂ ਨੂੰ ਪਾਣੀ ਦੇ ਦੇ। ਜਾ ਕੇ ਉੱਥੇ ਚਟਾਨ ਹੈ ਉਹਨੂੰ ਬੋਲ ਦੇ, ਉਹ ਪਾਣੀ ਦੇਵੇਗੀ। ਤਾਂ ਉਸ ਤੋਂ ਬਾਅਦ ਕੀ ਹੋਇਆ ਕਿ ਮੂਸਾ ਨੇ ਪਰਜਾ ਨੂੰ ਇਕੱਠਾ ਕਰਿਆ ਕਿ ਆਓ ਮੇਰੇ ਨਾਲ ਚੱਲੋ, ਤੁਸੀਂ ਲੈ ਕੇ ਚਲਾ ਗਿਆ। ਔਰ ਕੀ ਕਿਹਾ ਕਿ ਇਹ ਝਗੜਾਲੂ। ਹੁਣ ਮੂਸਾ ਗੁੱਸੇ ਵਿੱਚ ਆ ਗਿਆ। ਕਿਉਂ? ਕਿਉਂਕਿ ਮੂਸਾ ਦੇ ਅੰਦਰ ਇੱਕ ਇੱਛਾ ਸੀਗੀ ਕਿ ਇਹਨਾਂ ਲੋਕਾਂ ਨੇ ਇੰਨੇ ਸਾਰੇ ਚਮਤਕਾਰ ਦੇਖੇ ਨੇ, ਇਹਨਾਂ ਲੋਕਾਂ ਨੇ ਇੰਨਾ ਸਾਰਾ ਕੰਮ ਦੇਖਿਆਗਾ, ਲੇਕਿਨ ਇਹ ਲੋਕ ਵਿਸ਼ਵਾਸ ਨਹੀਂ ਦਿਖਾ ਰਹੇ। ਇਹ ਲੋਕ ਤਾਂ ਮੇਰੇ ਉੱਪਰ ਗੁੱਸਾ ਕਰਦੇ ਨੇ, ਇਹ ਲੋਕ ਤਾਂ ਪਰਮੇਸ਼ਰ ਉੱਪਰ ਗੁੱਸਾ ਕਰਦੇ ਨੇ। ਉਹਦੇ ਅੰਦਰ ਇੱਛਾ ਸੀਗੀ ਕਿ ਇਹ ਲੋਕ ਕੀ ਕਰਨ? ਵਿਸ਼ਵਾਸ ਕਰਨ। ਲੇਕਿਨ ਉਸੇ ਗੱਲ ਦੇ ਵਿੱਚ ਕੀ ਹੋਇਆ ਕਿ ਮੂਸਾ ਨੇ ਜੋ ਕੰਮ ਕਰਨਾ ਸੀਗਾ ਉਹ ਕੰਮ ਨਹੀਂ ਕਰਿਆ, ਲੇਕਿਨ ਉਸਦੇ ਉਲਟਾ ਕੰਮ ਕੀਤਾ। ਔਰ ਬਾਈਬਲ ਦੇ ਵਿੱਚ ਲਿਖਿਆਗਾ ਪਰਮੇਸ਼ਰ ਨੇ ਮੂਸਾ ਨੂੰ ਉਸ ਜਗ੍ਹਾ ਮਨਾ ਕਰਤਾ। ਕੀ ਮਨਾ ਕਰਤਾ? ਕਿ ਮੂਸਾ ਹੁਣ ਤੂੰ ਇਹ ਪਰਜਾ ਨੂੰ ਲੈ ਕੇ ਕਨਾਨ ਦੇਸ਼ ਵਿੱਚ ਨਹੀਂ ਜਾਏਗਾ। ਔਰ ਉਸ ਤੋਂ ਬਾਅਦ ਅੱਗੇ ਜਾ ਕੇ ਮੂਸਾ ਇਹੀ ਗੱਲ ਨੂੰ ਲੋਕਾਂ ਵਿੱਚ ਬੋਲ ਰਿਹਾਗਾ। ਮੇਰੇ ਨਾਲ ਵਚਨ ਪੜ੍ਹੋ ਤੁਸੀਂ, ਵਿਵਸਥਾ ਸਾਰ ਉਹਦਾ 3 ਅਧਿਆਏ ਉਹਦਾ 23 ਵਚਨ ਪੜ੍ਹੋ। ਉਸੇ ਵੇਲੇ ਮੈਂ ਯਹੋਵਾ ਦੇ ਅੱਗੇ ਤਰਲੇ ਪਾ ਕੇ ਬੇਨਤੀ ਕੀਤੀ। ਹਾਂ, ਮੂਸਾ ਕਹਿੰਦਾ ਮੈਂ ਬੇਨਤੀ ਕਰੀ ਪਰਮੇਸ਼ਰ ਅੱਗੇ, ਮੈਂ ਤਰਲੇ ਪਾਏ ਪਰਮੇਸ਼ਰ ਅੱਗੇ, ਲੇਕਿਨ ਕੀ ਹੋਇਆ? 26 ਵਚਨ ਪੜ੍ਹੋ। ਪਰ ਯਹੋਵਾ ਤੁਹਾਡੇ ਕਾਰਨ ਮੇਰੇ ਨਾਲ ਗੁੱਸੇ ਸੀ ਅਤੇ ਮੇਰੀ ਨਾ ਸੁਣੀ। ਹਾਂ ਦੇਖੋ, ਪਰਮੇਸ਼ਰ ਤੁਹਾਡੇ ਕਾਰਨ ਮੇਰੇ ਨਾਲ ਗੁੱਸੇ ਸੀਗਾ। ਕਿਉਂ? ਕਿਉਂਕਿ ਮੈਂ ਤੁਹਾਡੇ ਇੱਛਾ ਰੱਖੀ ਸੀਗੀ ਕਿਹੜੀ ਗੱਲ ਦੀ? ਕਿ ਤੁਸੀਂ ਵਿਸ਼ਵਾਸ ਕਰੋਗੇ, ਤੁਸੀਂ ਵਿਸ਼ਵਾਸ ਵਿੱਚ ਵਧੋਗੇ। ਔਰ ਇੰਨੇ ਸਾਰੇ ਕੰਮ ਕਰਨ ਦੇਖਣ ਤੋਂ ਬਾਅਦ, ਇੰਨੇ ਸਾਰੇ ਚਮਤਕਾਰ ਦੇਖਣ ਤੋਂ ਬਾਅਦ ਤੁਹਾਡਾ ਵਿਸ਼ਵਾਸ ਵਧਣਾ ਚਾਹੀਦਾ। ਲੇਕਿਨ ਮੈਂ ਤੁਹਾਡੇ ਤੋਂ ਇੱਛਾ ਕਰੀ ਸੀਗੀ, ਲੇਕਿਨ ਉਸੇ ਇੱਛਾ ਦੇ ਵਿੱਚ ਕੀ ਹੋ ਗਿਆ? ਮੈਂ ਪਰਮੇਸ਼ਰ ਦੇ ਖਿਲਾਫ ਚਲਾ ਗਿਆ। ਮੇਰੇ ਤੋਂ ਕੀ ਹੋ ਗਿਆ? ਮੇਰੇ ਤੋਂ ਗਲਤੀ ਹੋ ਗਈ। ਹਾਲੇਲੂਇਆ। ਹੁਣ ਦੇਖੋ, ਮੂਸਾ ਵਿੱਚ ਕੋਈ ਵੀ ਗਲਤੀ ਨਹੀਂ ਸੀਗੀ, ਲੇਕਿਨ ਮੂਸਾ ਨੇ ਗਲਤੀ ਕਰੀ। ਕਿਹਦੇ ਕਾਰਨ ਕਰੀ? ਉਹਨਾਂ ਲੋਕਾਂ ਦੇ ਕਾਰਨ ਕਰੀ, ਇਜ਼ਰਾਈਲ ਪਰਜਾ ਦੇ ਕਾਰਨ ਕਰੀ ਗਲਤੀ। ਕਿਉਂ ਗਲਤੀ ਕਰੀ? ਕਿਉਂਕਿ ਉਹਦੀ ਕੋਈ ਇੱਛਾ ਸੀਗੀ ਕਿ ਇਹਨਾਂ ਲੋਕਾਂ ਨੇ ਕਿੰਨੇ ਸਾਰੇ ਚਮਤਕਾਰ ਦੇਖੇ ਨੇ, ਕਿੰਨੀ ਵਾਰ ਇਹਨਾਂ ਲੋਕਾਂ ਨੇ ਮੁਸ਼ਕਲਾਂ ਵਿੱਚੋਂ ਬਾਹਰ ਕੱਢਿਆ ਹੋਇਆ ਦੇਖਿਆ ਆਪਣੇ ਆਪ ਨੂੰ, ਕਿੰਨੀ ਵਾਰ ਪਰਮੇਸ਼ਰ ਨੇ ਇਹਨਾਂ ਦੇ ਲਈ ਵੱਡੇ ਵੱਡੇ ਅਦਭੁਤ ਕੰਮ ਕੀਤੇ, ਲੇਕਿਨ ਇਹ ਲੋਕਾਂ ਦਾ ਵਿਸ਼ਵਾਸ ਨਹੀਂ ਵਧ ਰਿਹਾ। ਇਹ ਲੋਕ ਬੇਪ੍ਰਤੀਤੇ ਹੋ ਗਏ। ਇਹ ਲੋਕ ਤਾਂ ਮੇਰੇ ਉੱਪਰ ਪੱਥਰ ਚੁੱਕ ਲੈਂਦੇ ਨੇ, ਇਹ ਲੋਕ ਤਾਂ ਪਰਮੇਸ਼ਰ ਦੇ ਖਿਲਾਫ ਹੋ ਜਾਂਦੇ ਨੇ। ਉਹਦੀ ਜੋ ਇੱਛਾ ਸੀਗੀ, ਉਹ ਇੱਛਾ ਦੇ ਕਰਕੇ ਕੀ ਹੋ ਗਿਆ? ਮੂਸਾ ਦੁਖੀ ਹੋਇਆ। ਹਾਲੇਲੂਇਆ, ਹਾਲੇਲੂਇਆ। ਅੱਜ ਵੀ ਇਨਸਾਨ ਅਗਰ ਦੁਖੀ ਹੁੰਦਾਗਾ ਤਾਂ ਉਹ ਕਦੋਂ ਦੁਖੀ ਹੁੰਦਾਗਾ? ਕਿ ਜਦੋਂ ਆਪਣੀ ਇੱਛਾ ਰੱਖਦਾਗਾ, ਜਦੋਂ ਉਹਦੇ ਅੰਦਰ ਕੋਈ ਨਾ ਕੋਈ ਇੱਛਾ ਰਹਿੰਦੀ ਹੈ ਤਾਂ ਉਹ ਇਨਸਾਨ ਕੀ ਹੈ? ਉਹ ਦੁਖੀ ਪੱਕਾ ਹੁੰਦਾਗਾ ਜਦੋਂ ਉਹਦੀ ਇੱਛਾ ਪੂਰੀ ਨਹੀਂ ਹੁੰਦੀ। ਅੱਜ ਲੋਕ ਵਿਸ਼ਵਾਸ ਕਰਦੇ ਨੇ
ਅੱਜ ਲੋਕਾਂ ਨੂੰ ਮਾਣ ਹੈ, ਕਿਸੇ ਨੂੰ ਆਪਣੇ ਬਲ ਦੇ ਉੱਪਰ, ਕਿਸੇ ਨੂੰ ਆਪਣੇ ਸਰੀਰ ਦੇ ਉੱਪਰ, ਕਿਸੇ ਨੂੰ ਆਪਣੇ ਘਰ-ਬਾਰ ਦੇ ਉੱਪਰ, ਕਿਸੇ ਨੂੰ ਆਪਣੀ ਬੁੱਧ ਦੇ ਉੱਪਰ, ਕਿਸੇ ਨੂੰ ਆਪਣੇ ਗਿਆਨ ਦੇ ਉੱਪਰ। ਲੇਕਿਨ ਬਾਈਬਲ ਦੇ ਵਿੱਚ ਕੀ ਲਿਖਿਆ ਗਿਆ? ਮੇਰੇ ਨਾਲ ਵਚਨ ਪੜੋ, ਪਹਿਲਾ ਤੀਮੋਥੀਅਸ ਉਹਦਾ 6 ਅਧਿਆਇ ਉਹਦਾ 17 ਵਚਨ। ਪਹਿਲਾ ਤੀਮੋਥੀਅਸ 6 ਅਧਿਆਇ ਉਹਦਾ 17 ਵਚਨ। ਜਿਹੜੇ ਇਸ ਯੁੱਗ ਵਿੱਚ ਧਨਵਾਨ ਹਨ ਉਹਨਾਂ ਨੂੰ ਉਪਦੇਸ਼ ਕਰ ਭਾਈ, ਗਰਵ ਨਾ ਕਰਨ ਅਤੇ ਬੇਠਿਕਾਣਾ ਧਨ ਉੱਤੇ ਨਹੀਂ ਸਗੋਂ ਪਰਮੇਸ਼ਰ ਉੱਤੇ ਆਸਰਾ ਰੱਖਣ, ਜਿਹੜਾ ਸਾਨੂੰ ਭੋਗਣ ਲਈ ਸਭ ਕੁਝ ਤਤਾਰੀ ਦਿੰਦਾ ਹੈ। ਹਾਲੇਲੂਇਆ। ਪਰਮੇਸ਼ਰ ਦਾਸ ਕਹਿੰਦਾ ਹੈਗਾ ਕਿ ਜਿਹੜੇ ਧਨਵਾਨ ਨੇ ਇਸ ਸੰਸਾਰ ਦੇ ਵਿੱਚ, ਜਿਹੜੇ ਧਨਵਾਨ ਨੇ, ਉਹਨਾਂ ਨੂੰ ਕਹੇ ਕਿ ਉਹ ਮਾਣ ਨਾ ਕਰਨ ਆਪਣੇ ਧਨ ਦੇ ਉੱਪਰ, ਉਹ ਆਪਣੇ ਰੁਪਏ ਪੈਸੇ ਦੇ ਉੱਪਰ ਕੀ ਨਾ ਕਰਨ? ਮਾਣ ਨਾ ਕਰਨ। ਲੇਕਿਨ ਕਿਹਦੇ ਉੱਪਰ ਵਿਸ਼ਵਾਸ ਕਰਨ? ਕਿਹਦੇ ਉੱਪਰ ਆਸ ਰੱਖਣ? ਪਰਮੇਸ਼ਰ ਉੱਪਰ ਆਸ ਰੱਖਣ, ਜਿਹੜਾ ਕੀ ਕਰਦਾ ਇਨਸਾਨ ਨੂੰ ਜੀਣ ਦੇ ਲਈ ਕੀ ਕਰਦਾ ਹੈਗਾ? ਉਹ ਸੁਖੀ ਜੀਵਨ ਦਿੰਦਾ ਹੈਗਾ। ਜਿਹੜਾ ਭੋਗਣ ਦੇ ਲਈ ਉਹ ਇਨਸਾਨ ਨੂੰ ਸੁਖੀ ਜੀਵਨ ਦਿੰਦਾ ਹੈਗਾ। ਹੁਣ ਸੁਖੀ ਜੀਵਨ ਇਨਸਾਨ ਨੂੰ ਮਿਲਦਾ ਕਦੋਂ ਹੈ? ਕਿ ਜਦੋਂ ਇਨਸਾਨ ਆਪਣੀ ਇੱਛਾ ਛੱਡੇ, ਜਦੋਂ ਇਨਸਾਨ ਆਪਣੀ ਇੱਛਾ ਨੂੰ ਛੱਡੇ। ਦੇਖੋ ਬਾਈਬਲ ਦੇ ਵਿੱਚ ਪ੍ਰਭੂ ਯਿਸੂ ਮਸੀਹ ਨੇ ਕੁਝ ਛੱਡਣ ਦੇ ਲਈ ਨਹੀਂ ਕਿਹਾ, ਲੇਕਿਨ ਇੱਕ ਹੀ ਗੱਲ ਕਹੀ ਹੈ, ਅਗਰ ਮੇਰੇ ਪਿੱਛੇ ਆਉਣਾਗਾ ਤਾਂ ਕੀ ਕਰੋ? ਆਪਣੀ ਇੱਛਾ ਨੂੰ ਛੱਡੋ। ਕਿਉਂਕਿ ਇਨਸਾਨ ਦੀ ਇੱਛਾ ਕੀ ਕਰਦੀ ਹੈ? ਇਨਸਾਨ ਨੂੰ ਉਹ ਦੁਖੀ ਕਰਦੀ ਹੈ। ਇਨਸਾਨ ਦੀ ਇੱਛਾ ਕੀ ਕਰਦੀ ਹੈ? ਇਨਸਾਨ ਨੂੰ ਉਹ ਕਮਜ਼ੋਰ ਬਣਾ ਦਿੰਦੀ ਹੈ। ਪਰ ਇਨਸਾਨ ਦੀ ਇੱਛਾ ਹੀ ਐਸੀ ਹੈ ਕਿ ਜਿਹਦੇ ਕਰਕੇ ਇਨਸਾਨ ਕੀ ਹੈ? ਉਹ ਪਰਮੇਸ਼ਰ ਦੇ ਖਿਲਾਫ ਚਲਾ ਜਾਂਦਾ ਹੈਗਾ, ਪਰਮੇਸ਼ਰ ਦੇ ਖਿਲਾਫ ਚਲਾ ਜਾਂਦਾ ਹੈਗਾ। ਔਰ ਬਹੁਤੇ ਲੋਕਾਂ ਦੀ ਜੀਵਨ ਦੀ ਸਮੱਸਿਆਵਾਂ ਕੀ ਨੇ? ਕਿ ਉਹਨਾਂ ਦੀ ਕੋਈ ਨਾ ਕੋਈ ਇੱਛਾ ਜੀਵਨ ਦੇ ਵਿੱਚ ਹੈ, ਜਿਹਦੇ ਕਰਕੇ ਅੱਜ ਉਹਨਾਂ ਦੇ ਰੁਕੇ ਹੋਏ ਕੰਮ ਨੇ, ਜਿਹਦੇ ਕਰਕੇ ਅੱਜ ਉਹਨਾਂ ਦੇ ਜੀਵਨ ਦੇ ਵਿੱਚ ਕੰਮ ਨਹੀਂ ਹੋ ਰਿਹਾ। ਕਿਉਂਕਿ ਹਰ ਇਨਸਾਨ ਕੀ ਹੈ? ਕੋਈ ਨਾ ਕੋਈ ਆਪਣੀ ਇੱਛਾ ਲੈ ਕੇ ਬੈਠਾਗਾ। ਲੇਕਿਨ ਪ੍ਰਭੂ ਯਿਸੂ ਮਸੀਹ ਕੀ ਕਹਿੰਦੇ ਨੇ? ਕਿ ਆਪਣੀ ਇੱਛਾ ਛੱਡ ਦੇ, ਮੈਂ ਤੇਰੇ ਲਈ ਕਰਾਂਗਾ। ਤਾਂ ਅੱਜ ਇਨਸਾਨ ਕੀ ਹੈ? ਆਪਣੇ ਰੁਪਏ ਪੈਸੇ ਦੇ ਉੱਪਰ ਮਾਣ ਕਰਦਾਗਾ। ਬੜੇ ਲੋਕ ਐਸੇ ਨੇ ਕਿ ਆਪਣੇ ਰੁਪਏ ਪੈਸੇ ਦੇ ਮਾਣ ਕਰਦੇ ਕਰਦੇ ਉਹ ਕਿਸੇ ਡਾਕਟਰ ਦਾ ਸਹਾਰਾ ਲੈਂਦੇ ਨੇ, ਕਿਸੇ ਦਵਾਈ ਦਾ ਸਹਾਰਾ ਲੈਂਦੇ ਨੇ। ਤਾਂ ਹੁੰਦਾ ਕੀ ਹੈ? ਹੁੰਦਾ ਕੀ ਹੈ? ਅਖੀਰ ਦੇ ਵਿੱਚ ਅਗਰ ਉਹ ਇਨਸਾਨ ਨਾ ਤਾਂ ਡਾਕਟਰ ਬਚਾ ਸਕੇ, ਨਾ ਦਵਾਈ ਬਚਾ ਸਕੇ, ਤਾਂ ਇਨਸਾਨ ਕੀ ਹੁੰਦਾਗਾ? ਉਹ ਦੁਖੀ ਹੁੰਦਾਗਾ। ਪੈਸਾ ਵੀ ਚਲਾ ਗਿਆ ਤੇ ਜੋ ਘਰ ਦਾ ਮੈਂਬਰ ਸੀਗਾ ਉਹ ਵੀ ਚਲਾ ਗਿਆ। ਕਿਉਂ? ਇੱਛਾ ਸੀ ਨਾ ਉਹਦੀ, ਆਸ ਸੀ ਉਹਦੀ। ਆਸ ਕਿਹਦੇ ਉੱਪਰ ਸੀਗੀ? ਆਸ ਉਹਦੀ ਇਨਸਾਨ ਦੇ ਉੱਪਰ ਸੀਗੀ। ਔਰ ਬਾਈਬਲ ਦੇ ਵਿੱਚ ਲਿਖਿਆ ਹੈਗਾ ਯਰਮੀਆ 17:5 ਦੇ ਵਿੱਚ ਕਿ ਸਰਾਫੀ ਆ ਉਹ ਇਨਸਾਨ ਜੋ ਕਿਸੇ ਮਨੁੱਖ ਦਾ ਭਰੋਸਾ ਕਰਦਾ ਹੈਗਾ। ਇਹਦਾ ਮਤਲਬ ਕਿ ਜਿੰਨੇ ਲੋਕ ਐਸੇ ਕੰਮ ਕਰਦੇ ਨੇ ਉਹ ਸਰਾਫੀ ਨੇ। ਅਗਰ ਆਸ ਰੱਖਣੀ ਹੈ ਤਾਂ ਕਿਹਦੇ ਉੱਪਰ ਰੱਖਣੀ ਹੈ? ਪਰਮੇਸ਼ਵਰ ਦੇ ਉੱਪਰ ਆਸ ਰੱਖਣੀ ਹੈ। ਲੇਕਿਨ ਜਿਹੜੇ ਲੋਕ ਆਪਣੇ ਪੈਸੇ ਦੇ ਉੱਪਰ ਜਾਂ ਕਿਸੇ ਡਾਕਟਰ ਦੇ ਉੱਪਰ ਆਸ ਰੱਖਦੇ ਨੇ ਜਾਂ ਕਿਸੇ ਇਨਸਾਨ ਦੇ ਉੱਪਰ ਆਸ ਰੱਖਦੇ ਨੇ, ਤਾਂ ਉਹ ਲੋਕ ਕੀ ਹੋ ਜਾਂਦੇ ਨੇ? ਉਹ ਲੋਕ ਦੁਖੀ ਹੁੰਦੇ ਨੇ। ਹਾਲੇਲੂਇਆ। ਜਿਹੜੇ ਲੋਕ ਪਰਮੇਸ਼ਵਰ ਦੇ ਉੱਪਰ ਆਸ ਰੱਖਦੇ ਨੇ ਉਹ ਕਦੇ ਸ਼ਰਮਿੰਦਾ ਨਹੀਂ ਹੁੰਦੇ। ਤਾਂ ਅੱਜ ਜੋ ਵਚਨ ਪੜ੍ਹਿਆ ਸੀ ਆਪਾਂ ਨੇ, ਅੱਜ ਕੀ ਪੜ੍ਹਿਆ ਸੀ ਆਪਾਂ ਨੇ? ਦੂਜਾ ਰਾਜਾ ਉਹਦਾ 5 ਦੇ 1 ਤੋਂ 12 ਤੱਕ। ਇਹਦੇ ਬਾਰੇ ਵੀ ਆਪਾਂ ਨੇ ਕਈ ਵਾਰ ਸੁਣਿਆ ਹੋਇਆਗਾ ਕਿ ਇੱਕ ਆਰਾਮ ਨਾਮ ਦਾ ਕੀ ਸੀਗਾ? ਦੇਸ਼ ਸੀਗਾ। ਉਹਦਾ ਇੱਕ ਰਾਜਾ ਸੀਗਾ ਔਰ ਉਹਦਾ ਇੱਕ ਸੈਨਾਪਤੀ ਸੀਗਾ, ਉਹਦਾ ਨਾਮ ਸੀਗਾ ਨਮਾਨ। ਹੁਣ ਉਹ ਸੈਨਾਪਤੀ ਬਹੁਤ ਸੂਰਬੀਰ ਸੀਗਾ, ਬਹੁਤ ਤਾਕਤਵਰ ਸੀਗਾ, ਬਹੁਤ ਲੜਾਈਆਂ ਲੜੀਆਂ ਔਰ ਬਹੁਤ ਲੜਾਈਆਂ ਜਿੱਤ ਕੇ ਆਇਆ ਸੀਗਾ ਉਹ। ਇੱਕ ਵਾਰ ਉਸਨੇ ਇਜ਼ਰਾਈਲ ਲੋਕਾਂ ਨਾਲ ਲੜਾਈ ਕਰੀ, ਉਹਨਾਂ ਨੂੰ ਜਿੱਤ ਲਿਆ ਔਰ ਉਹਨਾਂ ਦੇ ਇੱਕ ਵਿੱਚੋਂ ਲੋਕਾਂ ਨੂੰ ਗੁਲਾਮ ਬਣਾ ਕੇ ਉਹ ਆਪਣੇ ਦੇਸ਼ ਵਿੱਚ ਆ ਗਿਆ। ਔਰ ਇੱਕ ਛੋਟੀ ਜਿਹੀ ਬੱਚੀ ਸੀਗੀ ਕਿ ਜਿਸ ਨੂੰ ਉਹ ਆਪਣੇ ਘਰ ਦੇ ਵਿੱਚ ਲੈ ਕੇ ਆਇਆ ਤਾਂ ਕਿ ਜਿਹੜੀ ਉਹਦੀ ਪਤਨੀ ਸੀਗੀ ਉਹਦੀ ਦੇਖਭਾਲ ਕਰੇ। ਹੁਣ ਜਿਹੜੀ ਲੜਕੀ ਸੀਗੀ ਉਹ ਇਜ਼ਰਾਈਲ ਦੇਸ਼ ਦੀ ਸੀਗੀ। ਜਦੋਂ ਉਸਨੇ ਦੇਖਿਆ ਕਿ ਜੋ ਮੇਰਾ ਸਵਾਮੀ ਹੈ, ਮਤਲਬ ਜੋ ਸੈਨਾਪਤੀ ਹੈ, ਉਹ ਤਾਂ ਕੋਹੜੀ ਹੈ, ਤਾਂ ਉਸਨੇ ਗੱਲ ਕਰੀ ਕਿ ਦੇਖੋ ਅਗਰ ਇਹ ਇਨਸਾਨ ਮੇਰੇ ਦੇਸ਼ ਵਿੱਚ ਹੁੰਦਾ ਤਾਂ ਇਹਦਾ ਕੋਹੜ ਚਲਾ ਜਾਂਦਾ। ਗੱਲ ਨੂੰ ਬਹੁਤ ਧਿਆਨ ਨਾਲ ਸੁਣਿਓ। ਇਹਦਾ ਕੀ ਹੋ ਜਾਂਦਾ? ਇਹਦਾ ਕੋਹੜ ਚਲਾ ਜਾਂਦਾ। ਜਦੋਂ ਇਹ ਗੱਲ ਸੈਨਾਪਤੀ ਨੂੰ ਪਤਾ ਚੱਲੀ ਤਾਂ ਉਹ ਰਾਜੇ ਕੋਲ ਗਿਆ। ਰਾਜੇ ਨੂੰ ਕਿਹਾ, ਰਾਜਾ ਮੈਂ ਫਲਾਣੀ ਜਗ੍ਹਾ ਜਾਵਾਂਗਾ, ਉੱਥੇ ਜਾ ਕੇ ਮੈਂ ਚੰਗਾ ਹੋ ਕੇ ਆ ਜਾਵਾਂਗਾ। ਤਾਂ ਰਾਜੇ ਨੇ ਨੂੰ ਕਿਹਾ ਵੀ ਮੇਰੀ ਚਿੱਠੀ ਲਿਖ ਦੇ ਇੱਕ। ਤਾਂ ਉਸਨੇ ਇਜ਼ਰਾਈਲ ਦਾ ਜੋ ਰਾਜਾ ਸੀਗਾ ਉਹਦੇ ਲਈ ਚਿੱਠੀ ਲਿਖਤੀ ਕਿ ਦੇਖ ਮੇਰਾ ਬੰਦਾ ਆ ਰਿਹਾਗਾ, ਇਹਨੂੰ ਚੰਗਾ ਕਰਕੇ ਭੇਜ ਦੀ। ਹੁਣ ਜੋ ਇਹ ਇਨਸਾਨ ਸੀਗਾ ਨਮਾਨ, ਇਹਨੇ ਕੀ ਕਰਿਆ? ਮੇਰੇ ਨਾਲ ਵਚਨ ਪੜੋ, ਦੂਜਾ ਰਾਜਾ 5:5। ਤਾਂ ਆਰਾਮ ਦੇ ਰਾਜਾ ਨੇ ਆਖਿਆ, ਚਲਾ ਜਾ, ਮੈਂ ਇਸਰਾਇਲ ਦੇ ਪਾਤਸ਼ਾਹ ਨੂੰ ਇੱਕ ਚਿੱਠੀ ਘੱਲਾਂਗਾ। ਤੋ ਉਹ ਤੁਰ ਪਿਆ ਅਤੇ 10 ਤੋੜੇ ਚਾਂਦੀ, 6000 ਮਿਸਕਾਬ ਸੋਨਾ ਅਤੇ 10 ਜੋੜੇ ਕੱਪੜੇ ਆਪਣੇ ਨਾਲ ਲੈ ਲਏ। ਹਾਲੇਲੂਇਆ, ਹਾਲੇਲੂਇਆ। ਹੁਣ ਇਸ ਸੈਨਾਪਤੀ ਨੇ ਕੀ ਕਰਿਆ? ਸੋਨਾ ਚਾਂਦੀ ਕੱਪੜੇ ਨਾਲ ਲੈ ਕੇ ਚਲਾ ਗਿਆ। ਹੁਣ ਜਾ ਰਿਹਾਗਾ, ਨਾਲ ਇਹਦੇ ਸੈਨਾ ਗਈ। ਉਹਨੇ ਰਸਤੇ ਵਿੱਚ ਜਾਂਦਾ ਜਾਂਦਾ ਸੋਚਦਾ ਹੋਊਗਾ
ਸੋਚਦਾ ਸੀਗਾ, ਲਿਖਿਆ ਗਿਆ ਬਾਈਬਲ ਦੇ ਵਿੱਚ। ਇਹਦੇ ਮਨ ਦੀ ਇੱਛਾ ਸੀਗੀ ਕਿ ਮੈਂ ਜਿੱਥੇ ਜਾ ਰਿਹਾਗਾ ਉੱਥੇ ਇਦਾਂ ਹੋ ਜਾਊਗਾ, ਉੱਥੇ ਇਦਾਂ ਹੋ ਜਾਏਗਾ, ਐਵੇਂ ਹੋਵੇਗਾ, ਉਵੇਂ ਹੋ, ਕਾਫੀ ਕੁਝ ਸੋਚਿਆ ਇਸਨੇ। ਜੋ ਉੱਥੇ ਦਾ ਰਾਜਾ ਸੀਗਾ ਉਹਨੂੰ ਜਾ ਕੇ ਮਿਲਿਆ ਤਾਂ ਰਾਜੇ ਨੂੰ ਪਤਾ ਲੱਗਿਆ ਕਿ ਇਹ ਇਹਨਾਂ ਦੀ ਕੋਈ ਚਾਲ ਹੈ। ਰਾਜੇ ਨੇ ਆਪਣੇ ਕੱਪੜੇ ਪਾੜ ਲਏ ਤੇ ਲੇਕਿਨ ਜੋ ਉੱਥੇ ਦਾ ਇੱਕ ਪਰਮੇਸ਼ਰ ਦਾ ਦਾਸ ਸੀਗਾ, ਕੀ ਨਾਮ ਉਹਦਾ? ਅਲੀਸ਼ਾ। ਜਦੋਂ ਅਲੀਸ਼ਾ ਨੂੰ ਇਹ ਗੱਲ ਪਤਾ ਲੱਗੀ ਤਾਂ ਅਲੀਸ਼ਾ ਨੇ ਸੁਨੇਹਾ ਭੇਜਿਆ, ਰਾਜਾ ਇਦਾਂ ਕਰ, ਇਸ ਇਨਸਾਨ ਨੂੰ ਮੇਰੇ ਕੋਲ ਭੇਜ ਦੇ। ਤਾਂ ਰਾਜੇ ਨੇ ਕਿਹਾ ਕੋਈ ਗੱਲ ਨਹੀਂ, ਅਗਰ ਤੂੰ ਚੰਗਾ ਹੋਣ ਦੇ ਲਈ ਆਇਆਗਾ ਤਾਂ ਤੂੰ ਫਲਾਣੀ ਜਗ੍ਹਾ ਚਲਾ ਜਾ, ਉੱਥੇ ਪਰਮੇਸ਼ਰ ਦਾ ਦਾਸ ਹੈਗਾ, ਉਹ ਤੈਨੂੰ ਚੰਗਾ ਕਰ ਦੇਵੇਗਾ। ਹੁਣ ਜਦੋਂ ਇਹ ਸੈਨਾਪਤੀ ਸੀਗਾ, ਇਹ ਤਾਂ ਕਾਫੀ ਸੂਰਬੀਰ ਸੀਗਾ, ਕਾਫੀ ਰੁਪਇਆ ਪੈਸਾ ਸੀਗਾ, ਕਾਫੀ ਕੁਛ ਇਹਦੇ ਕੋਲ ਸੀਗਾ। ਹੁਣ ਜਦੋਂ ਇਹ ਉੱਥੇ ਗਿਆ, ਇਹ ਰਸਤੇ ਵਿੱਚ ਕੀ ਸੋਚ ਰਿਹਾਗਾ? ਮੇਰੇ ਨਾਲ ਬਚਨ ਪੜੋ ਤੁਸੀਂ। ਇਹਦਾ ਦੂਜਾ ਰਾਜਾ ਉਹਦਾ 5 ਦੇ ਆਏ, ਉਹਦੇ 10 ਵਚਨ ਤੋਂ। ਅਲੀਸ਼ਾ ਨੇ ਇੱਕ ਹਲਕਾਰੇ ਨੂੰ ਇਹ ਆਖ ਕੇ ਉਹਦੇ ਕੋਲ ਘੱਲਿਆ ਕਿ ਯਰਦਨ ਜਾ ਤੇ ਯਰਦਨ ਵਿੱਚ 7 ਚੁਬਕੀਆਂ ਮਾਰ, ਤਾਂ ਤੇਰਾ ਸਰੀਰ ਤਿਵੇਂ ਹੀ ਹੋ ਜਾਵੇਗਾ ਤੇ ਤੂੰ ਸ਼ੁੱਧ ਹੋ ਜਾਵੇਂਗਾ। ਸਾਰੇ ਬੋਲੋ ਹਾਲੇਲੂਇਆ। ਹੁਣ ਇਹ ਅਲੀਸ਼ਾ ਕੋਲ ਪਹੁੰਚਿਆ। ਅਲੀਸ਼ਾ ਮੰਨ ਲਈ ਚਲੋ ਇਹ ਕਮਰੇ 'ਚ ਹੈ, ਬਾਹਰ ਦਰਵਾਜ਼ਾ ਹੈਗਾ, ਤਾਂ ਅਲੀਸ਼ਾ ਬਾਹਰ ਨਹੀਂ ਗਿਆ। ਅਲੀਸ਼ਾ ਨੇ ਕੁਝ ਕਿਹਾ ਹੀ ਨਹੀਂ। ਉਹਨੇ ਆਪਣੇ ਸਾਥੀ ਨੂੰ ਬੁਲਾਇਆ ਕਿ ਨੂੰ ਗੱਲ ਸੁਣ, ਉਹ ਬਾਹਰ ਆਇਆਗਾ ਨਮਾਨ, ਉਹਨੂੰ ਕਹਿੰਦੇ ਜਾ ਕੇ ਯਰਦਨ ਨਦੀ ਵਿੱਚ 7 ਗੋਤੇ ਮਾਰ ਲਵੇ, ਉਹ ਚੰਗਾ ਹੋ ਜਾਏਗਾ। ਹੁਣ ਜੋ ਇਹ ਨਮਾਨ ਕੋੜੀ ਸੀਗਾ, ਇਹ ਤਾਂ ਕਾਫੀ ਸੂਰਬੀਰ ਸੀਗਾ, ਕਾਫੀ ਯੋਧਾ ਸੀਗਾ, ਲੇਕਿਨ ਇਹਦੇ ਬਾਰੇ ਕੀ ਲਿਖਿਆ ਬਾਈਬਲ ਦੇ ਵਿੱਚ? 11 ਵਚਨ ਪੜੋ। ਪਰ ਨਮਾਨ ਕਰੋਧੀ ਹੋ ਕੇ ਚਲਿਆ ਗਿਆ। ਹੁਣ ਦੇਖੋ, ਹਾਲੇਲੂਇਆ ਹਾਲੇਲੂਇਆ ਹਾਲੇਲੂਇਆ। ਨਮਾਨ ਕੀ ਹੋਇਆ? ਨਮਾਨ ਕੀ ਹੋਇਆ? ਕਰੋਧੀ ਹੋਇਆ। ਨਮਾਨ ਨੂੰ ਗੁੱਸਾ ਆਇਆ, ਨਮਾਨ ਨੂੰ ਕ੍ਰੋਧ ਆਇਆ। ਕਿਹੜੀ ਗੱਲ ਦੇ ਵਿੱਚ? ਹਾਂ, ਕਹਿਣ ਲੱਗਾ, ਵੇਖ ਮੈਂ ਤਾਂ ਸੋਚਦਾ ਸਾਂ ਭਾਈ ਉਹ ਬਾਹਰ ਆ ਕੇ ਖਲੋ ਜਾਵੇਗਾ ਔਰ ਆਪਣੇ ਪਰਮੇਸ਼ਰ ਯਹੋਵਾ ਦਾ ਨਾਮ ਲੈ ਕੇ ਉਸ ਥਾਂ ਉੱਤੇ ਆਪਣਾ ਹੱਥ ਫੇਰੇਗਾ ਅਤੇ ਕੋੜੀ ਨੂੰ ਚੰਗਾ ਕਰੇਗਾ। ਸਾਰੇ ਬੋਲੋ ਹਾਲੇਲੂਇਆ। ਇਹ ਕੀ ਸੀਗਾ? ਇਹ ਇੱਛਾ ਲੈ ਕੇ ਆਇਆ ਸੀਗਾ ਕਿ ਜੋ ਪਰਮੇਸ਼ਰ ਦਾ ਦਾਸ ਹੈ ਉਹ ਆਵੇਗਾ ਔਰ ਕੀ ਕਰੇਗਾ? ਮੇਰੇ ਸਰੀਰ ਦੇ ਉੱਪਰ ਹੱਥ, ਜਿੱਥੇ ਕੋੜ ਹੈ ਉੱਥੇ ਹੱਥ ਫੇਰ ਦੇਵੇਗਾ ਤੇ ਮੈਂ ਕੀ ਹੋ ਜਾਵਾਂਗਾ? ਮੈਂ ਚੰਗਾ ਹੋ ਜਾਵਾਂਗਾ। ਦੇਖੋ, ਇੱਛਾ ਲੈ ਕੇ ਆਇਆ, ਇਹਦੀ ਇੱਛਾ ਪੂਰੀ ਹੋਈ। ਹਾਲੇਲੂਇਆ। ਪਰਮੇਸ਼ਰ ਦਾ ਕੰਮ ਕਰਨ ਦਾ ਤਰੀਕਾ ਦੇਖੋ। ਪਰਮੇਸ਼ਰ ਨੇ ਆਪਣੇ ਦਾਸ ਨੂੰ ਕੀ ਕਿਹਾ ਕਿ ਦੇਖ ਉਹਦੀ ਇੱਛਾ ਕੀ ਹੈ, ਉਹਨੂੰ ਛੱਡ। ਉਹ ਕੀ ਸੋਚਦਾਗਾ, ਉਹ ਕੀ ਇੱਛਾ ਲੈ ਕੇ ਆਇਆਗਾ, ਉਹਨੂੰ ਛੱਡ। ਲੇਕਿਨ ਉਹਨੂੰ ਕਹਿ ਦੇ ਕਿ ਜਾ ਕੇ ਯਰਦਨ ਵਿੱਚ 7 ਗੋਤੇ ਮਾਰ। ਪਰਮੇਸ਼ਰ ਦਾ ਦਾਸ ਜੋ ਸੀਗਾ ਅਲੀਸ਼ਾ, ਉਹ ਤਾਂ ਮਿਲਣ ਦੇ ਲਈ ਵੀ ਨਹੀਂ ਆਇਆ, ਲੇਕਿਨ ਇਹ ਸੈਨਾਪਤੀ, ਰੁਪਏ ਪੈਸੇ ਵਾਲਾ, ਮਾਨ ਸਨਮਾਨ, ਰੁਤਬਾ ਬਹੁਤ ਵੱਡਾ ਗਾ, ਲੇਕਿਨ ਇੱਛਾ ਕੀ ਸੀਗੀ ਕਿ ਜਿਹੜਾ ਪਰਮੇਸ਼ਰ ਦਾ ਦਾਸ ਹੈਗਾ ਉਹ ਆਵੇਗਾ ਮੇਰੇ ਸਰੀਰ ਉੱਪਰ ਆ ਕੇ, ਜਿੱਥੇ ਕੋੜ ਹੈ ਉੱਥੇ ਹੱਥ ਫੇਰੇਗਾ, ਮੈਂ ਚੰਗਾ ਹੋ ਜਾਵਾਂਗਾ। ਕਿ ਇੱਛਾ ਪੂਰੀ ਹੋਈ ਇਹਦੀ? ਹਾਲੇਲੂਇਆ। ਇੱਛਾ ਪੂਰੀ ਹੋਈ। ਜਦੋਂ ਇੱਛਾ ਨਹੀਂ ਪੂਰੀ ਹੋਈ ਤਾਂ ਕੀ ਹੋਇਆ? ਇਹਨੂੰ ਕ੍ਰੋਧ ਆਇਆ। ਇਹਨੂੰ ਕੀ ਆਇਆ? ਇਹਨੂੰ ਕ੍ਰੋਧ ਆਇਆ। ਕਈ ਵਾਰ ਇਨਸਾਨ ਸੋਚਦਾਗਾ ਕਿ ਮੇਰੇ ਜੀਵਨ ਦੇ ਵਿੱਚ ਚਮਤਕਾਰ ਹੋਵੇ। ਕਈ ਵਾਰ ਇਨਸਾਨ ਸੋਚਦਾਗਾ ਕਿ ਮੇਰੇ ਸਿਰ ਦੇ ਉੱਪਰ ਹੱਥ ਰੱਖ ਕੇ ਪ੍ਰਾਰਥਨਾ ਕਰੀ ਜਾਵੇ ਤਾਂ ਮੇਰੇ ਜੀਵਨ ਦੇ ਵਿੱਚ ਕੰਮ ਹੋ ਜਾਏਗਾ। ਇੱਕ ਇਨਸਾਨ ਦੀ ਇੱਛਾ ਹੁੰਦੀ ਹੈ। ਕਈ ਵਾਰ ਸੇਵਕ ਅਗਰ ਹੱਥ ਰੱਖ ਕੇ ਪ੍ਰਾਰਥਨਾ ਨਹੀਂ ਕਰਦਾ ਤਾਂ ਇਨਸਾਨ ਨੂੰ ਉਹ ਵਿਸ਼ਵਾਸ ਬਣਦਾ ਹੀ ਨਹੀਂ ਹੈ। ਉਹਦਾ ਮਨ ਕੀ ਸੀਗਾ ਕਿ ਮੇਰੇ ਸਿਰ ਉੱਪਰ ਹੱਥ ਰੱਖ ਕੇ ਚੰਗੀ ਤਰ੍ਹਾਂ ਗੱਡ ਕੇ ਪ੍ਰਾਰਥਨਾ ਕਰੀ ਜਾਵੇ, ਲੰਬੀ ਪ੍ਰਾਰਥਨਾ ਕਰੀ ਜਾਵੇ ਤਾਂ ਕਿ ਮੇਰੀ ਜੋ ਸਮੱਸਿਆ ਕੀ ਉਹਦਾ ਹੱਲ ਹੋ ਜਾਏ। ਲੇਕਿਨ ਦੇਖੋ, ਅਗਰ ਇਨਸਾਨ ਇੱਛਾ ਰੱਖ ਕੇ ਪਰਮੇਸ਼ਰ ਦੇ ਕੋਲ ਆਉਂਦਾਗਾ ਤਾਂ ਸਹੀ ਦੇ ਵਿੱਚ ਪਰਮੇਸ਼ਰ ਉਹਦੀ ਇੱਛਾ ਐਸੀ ਪੂਰੀ ਨਹੀਂ ਕਰਦੇ। ਪਰਮੇਸ਼ਰ ਆਪਣੇ ਤਰੀਕੇ ਨਾਲ ਕੰਮ ਕਰਦੇ ਨੇ। ਹੁਣ ਦੇਖੋ, ਇਹ ਕੀ ਹੋਇਆ? ਬਾਈਬਲ ਦੇ ਵਿੱਚ ਲਿਖਿਆ, ਉਹ ਕ੍ਰੋਧੀ ਹੋ ਕੇ ਉੱਥੋਂ ਜਾਣ ਲੱਗਾ। ਉਸਨੇ ਸੋਚਿਆ ਸੀਗਾ, ਉਹ ਇੱਛਾ ਲੈ ਕੇ ਆਇਆ ਸੀਗਾ। ਫਿਰ ਕੀ ਹੋਇਆ? ਅੱਗੇ ਪੜੋ 12 ਵਚਨ। ਕਿ ਦਮਿਸ਼ਕ ਦੀਆਂ ਨਦੀਆਂ ਤੇ ਅਬਨਾ ਤੇ ਫਰਫਰ ਇਸਰਾਇਲ ਦੀਆਂ ਸਾਰੀਆਂ ਨਦੀਆਂ ਤੋਂ ਚੰਗੀਆਂ ਨਹੀਂ ਹਨ, ਭਲਾ ਮੈਂ ਉਹਨਾਂ ਵਿੱਚ ਨਹਾ ਕੇ ਸ਼ੁੱਧ ਨਾ ਹੋ ਸਕਦਾ ਸਾਂ। ਦੇਖੋ, ਮੇਰੇ ਦੇਸ਼ ਦੇ ਵਿੱਚ ਵੀ ਨਦੀਆਂ ਸੀਗੀਆਂ। ਹਾਂ, ਅਗਰ ਮੈਂ ਚੰਗਾ ਹੀ ਹੋਣਾ ਹੁੰਦਾ ਤਾਂ ਮੈਂ ਉੱਥੇ ਨਹਾ ਕੇ ਚੰਗਾ ਹੋ ਜਾਂਦਾ। ਹੁਣ ਕ੍ਰੋਧ ਨਾਲ ਭਰ ਗਿਆ ਪੂਰੀ ਤਰ੍ਹਾਂ, ਗੁੱਸਾ ਬਹੁਤ ਆ ਗਿਆ। ਮੈਂ ਤਾਂ ਕੀ ਸੋਚ ਕੇ ਆਇਆ ਸੀਗਾ, ਮੈਂ ਤਾਂ ਕੀ ਇੱਛਾ ਲੈ ਕੇ ਆਇਆ ਸੀਗਾ, ਲੇਕਿਨ ਮੇਰੇ ਜੀਵਨ ਦੇ ਵਿੱਚ ਉਹ ਕੰਮ ਨਹੀਂ ਹੋਇਆ। ਤਾਂ ਦੇਖੋ, ਕ੍ਰੋਧੀ ਹੋ ਗਿਆ, ਗੁੱਸੇ ਹੋ ਗਿਆ। ਤਾਂ ਫਿਰ ਕੀ ਹੋ ਗਿਆ ਕਿ ਮੇਰੇ ਦੇਸ਼ ਦੇ ਵਿੱਚ ਨਦੀਆਂ ਸੀਗੀਆਂ, ਅਗਰ ਮੈਂ ਨਹਾ ਕੇ ਚੰਗਾ ਹੋਣਾ ਸੀਗਾ ਤਾਂ ਮੈਂ ਉੱਥੇ ਨਹਾ ਲੈਂਦਾ। ਤਾਂ ਫਿਰ ਕੀ ਹੋਇਆ? ਸੋ ਉਹ ਮੁੜਿਆ ਤੇ ਗੁੱਸੇ ਨਾਲ ਚਲਿਆ ਗਿਆ। ਤਦ ਉਹਦੇ ਚਾਕਰ ਨੇ ਬਸ। ਨੇੜੇ ਹਾਂ, ਹੁਣ ਉਹ ਮੁੜਿਆ, ਕਿਹਦੇ ਨਾਲ ਚਲਾ ਗਿਆ? ਗੁੱਸੇ ਨਾਲ ਚਲਾ ਗਿਆ। ਛੱਡ ਪਰ ਮੈਂ ਨਹੀਂ ਨਹਾਉਂਦਾ ਇੱਥੇ, ਮੈਂ ਨਹੀਂ ਮੰਨਦਾ। ਲੇਕਿਨ ਜਿਸ ਤਰ੍ਹਾਂ ਮੈਂ ਸੋਚਿਆ ਸੀਗਾ, ਜਿਹੜੀ ਮੇਰੀ ਇੱਛਾ ਸੀਗੀ, ਮੇਰੀ ਇੱਛਾ ਪੂਰੀ ਹੋ ਜਾਂਦੀ। ਜਿਸ ਤਰ੍ਹਾਂ ਮੈਂ ਸੋਚਦਾ ਸੀਗਾ ਇਸ ਤਰ੍ਹਾਂ ਕਰਨਾ ਚਾਹੀਦਾ ਸੀਗਾ। ਲੇਕਿਨ ਸਹੀ ਦੇ ਵਿੱਚ ਅਗਰ ਕੋਈ ਇਨਸਾਨ ਮਸੀਹ ਦੇ ਕੋਲ ਆਉਂਦਾਗਾ ਨਾ
ਤਾਂ ਕੀ ਲੈ ਕੇ ਆਉਂਦਾਗਾ? ਆਪਣੀ ਇੱਛਾ ਲੈ ਕੇ ਆਉਂਦਾਗਾ। ਔਰ ਪਰਮੇਸ਼ਵਰ ਕਦੇ ਵੀ ਇਨਸਾਨ ਦੀ ਇੱਛਾ ਦੇ ਅਨੁਸਾਰ ਕੰਮ ਨਹੀਂ ਕਰਦੇ। ਹਾਲੇਲੂਇਆ। ਤੁਸੀਂ ਕੀ ਸੋਚਦੇ ਹੋ? ਤੁਹਾਡੀ ਸਮੱਸਿਆ ਕੈਸੀ ਹੈ? ਤੁਹਾਡੀ ਪਰੇਸ਼ਾਨੀ कैसी है? ਤੁਹਾਡੀ ਮੁਸ਼ਕਲ कैसी है? ਤੁਸੀਂ ਆਪਣਾ ਹੱਲ ਦੇਖਦੇ ਹੋ ਕਿ ਮੇਰਾ ਹੱਲ ऐसे हो जाए, मेरा हल इस तरह हो जाए। अगर ਤੁਸੀਂ ऐसा सोचिएगा, ऐसा करना चाहते हो तो ਤੁਸੀਂ ਪਹਿਲਾਂ ਬਹੁਤ ਵਾਰ ਕਰਿਆ ਹੋਊਗਾ। ਕਿਸੇ ਇਨਸਾਨ ਦੇ ਕੋਲ ਗਏ ਹੋਵੋਗੇ, ਕਿਸੇ ਡਾਕਟਰ ਕੋਲ ਗਏ ਹੋਵੋਗੇ, ਕਿਸੇ ਬਾਬੇ ਕੋਲ ਗਏ ਹੋਵੋਗੇ, ਕਿਸੇ ਇਨਸਾਨਾਂ ਕੋਲ ਇਕੱਠ ਕਰਿਆ ਹੋਊਗਾ, ਕੁਝ ਵੀ ਕਰਿਆ ਹੋਊਗਾ ਤੁਸੀਂ ਲੋਕਾਂ ਨੇ, ਲੇਕਿਨ ਹੋਇਆ ਹੱਲ ਤੁਹਾਡਾ? ਤੁਹਾਡੀ ਆਪਣੀ ਸੋਚ ਦੇ ਅਨੁਸਾਰ, ਤੁਹਾਡੀ ਆਪਣੀ ਸਮਝ ਦੇ ਅਨੁਸਾਰ जो तुसीं पहले नहीं सफल हो सके, तो हुण परमेश्वर दे कोलों क्यों चाहुंदे हो कि परमेश्वर इस तरह काम करे? हुण की करो? अपनी समझ नूं छड्ड दो, अपनी इच्छा नूं छड्ड दो। हुण कहो परमेश्वर जिवें तुसीं चाहुंदे हो उस तरह ही काम करो। ताकि परमेश्वर तुहानूं दुख दे विच रहण देवेगा? की परमेश्वर तुहानूं परेशानी विच रहण देवेगा? की परमेश्वर तुहानूं समस्या विच रहण देवेगा? हालेलुया, हालेलुया। अगर अज तुहाडे घर दे हालात सही नहीं हैगे ਤਾਂ ਤੁਸੀਂ ਕੀ ਸੋਚਦੇ ਹੋ ਕਿ ਪਰਮੇਸ਼ਵਰ ਮੇਰੇ ਘਰ ਦੇ ਹਾਲਾਤ ਸਹੀ ਕਰ ਦੇ, ਮੇਰੇ ਘਰ ਦੇ ਹਾਲਾਤ ਸਹੀ ਕਰਦੇ, ਪਰਮੇਸ਼ਵਰ ਮੇਰੇ ਘਰ ਦੇ ਵਿੱਚੋਂ ਨਸ਼ਾ ਖਤਮ ਕਰ ਦੇ, ਮੇਰੇ ਘਰ ਦੇ ਵਿੱਚ ਲੜਾਈ ਝਗੜਾ ਕਰ ਦੇ। ਲੇਕਿਨ ਇਦਾਂ ਕਰਦੇ, ਇਹ ਵੀ ਨਾਲ ਪਰਮੇਸ਼ਵਰ ਨੂੰ ਆਪਣਾ ਸੁਝਾਅ ਦੇਣਗੇ, ਪਰਮੇਸ਼ਵਰ ਇਸ ਤਰ੍ਹਾਂ ਕਰਦੀ, ਪਰਮੇਸ਼ਵਰ ਇਸ ਤਰ੍ਹਾਂ ਕਰਦੀ, ਪਰਮੇਸ਼ਵਰ ਉਸ ਤਰ੍ਹਾਂ ਕਰਦੇ। ਹੁਣ ਕੀ ਹੈ ਇਨਸਾਨ ਦੀ ਇੱਛਾ ਕੀ? ਕਦੇ ਪਰਮੇਸ਼ਵਰ ਨੂੰ ਕਿਹਾਗਾ ਪਰਮੇਸ਼ਵਰ ਤੁਸੀਂ ਦੱਸੋ ਮੈਂ ਕੀ ਕਰਾਂ? कदे भी परमेश्वर ਨੂੰ ਪੁੱਛਦੇ ਕਿ परमेश्वर ਤੁਸੀਂ ਦੱਸੋ ਮੈਂ ਕੀ ਕਰਾਂ, लेकिन परमेश्वर ਨੂੰ ਕਹਿਣਗੇ परमेश्वर ਤੁਸੀਂ ਕਰ ਦੋ, ਤੁਸੀਂ ਕਰੋ, ਤੁਸੀਂ ਕਰੋ। ਕਦੇ ਕਹੋ परमेश्वर मैं ਕਰਾਂਗਾ, बोलो मैं ਕੀ ਕਰਾਂ। ਤਾਂ ਇਨਸਾਨ ਕੀ ਹੈ? ਉਹ ਖੁਦ ਨਹੀਂ ਕਰਨਾ ਚਾਹੁੰਦਾ, ਉਹ परमेश्वर ਤੋਂ ਕਰਾਉਣਾ ਚਾਹੁੰਦਾਗਾ। ਲੇਕਿਨ ਕਿਹਦੇ ਨਾਲ? ਆਪਣੀ ਇੱਛਾ ਦੇ ਨਾਲ। ਇੱਛਾ ਜਦੋਂ ਇਨਸਾਨ ਦੀ ਪੂਰੀ ਨਹੀਂ ਹੁੰਦੀ ਤਾਂ ਇਨਸਾਨ ਕੀ ਹੈ? ਉਹ ਦੁਖੀ ਹੁੰਦਾਗਾ। ਹਾਲੇਲੂਇਆ, ਹਾਲੇਲੂਇਆ। ਅੱਜ ਜਦੋਂ ਦੁਖੀ ਹੈ ਇਨਸਾਨ, ਉਹ ਪਹਿਲਾਂ ਹੀ परमेश्वर ਦੇ ਕੋਲ ਆਇਆਗਾ। ਦੁਖੀ ਹੈ ਕਦੇ परमेश्वर ਦੇ ਕੋਲ ਆਇਆਗਾ। और परमेश्वर की है ओदा जो दुख है उसनूं दूर करना चाहते हैं, परमेश्वर उसनूं आनंद देना चाहते हैं। हालेलुया। लेकिन सही दे विच अगर इंसान अपनी इच्छा नहीं छड्डदा, अपनी इच्छा दे नाल चाहुंदा कि मेरा परमेश्वर मेरे जीवन दे विच मेरी मर्जी के अनुसार, मेरी इच्छा के अनुसार काम करे, तो परमेश्वर कदे भी काम नहीं करने वाला। परमेश्वर का काम करने का तरीका वक्खो वखरा है। आपां बाइबल विच देखदे हां कि कई अन्ने ने, कई अन्य प्रभु यीशु मसीह ने किस तरह चंगा कीतागा। किस दे लई प्रभु यीशु मसीह ने जमीन के ऊपर थुकिया, ओदा लेप बनाया, अख के ऊपर लगा दिता। कई अन्य दे की प्रभु यीशु मसीह ने अखां दे विच थुकिया। प्रभु यीशु मसीह दा काम करने का तरीका वखरा है। एक बार मैनूं वचन पढ़ो तुसीं, मरकुस ओदा 8 अध्याय, मरकुस 8 अध्याय ਉਹਦੇ 22 ਵਚਨ ਤੋਂ ਪੜੋ। ਫਿਰ ਉਹ ਬੈਤਸਦਾ ਵਿੱਚ ਆਏ ਅਤੇ ਲੋਕ ਇੱਕ ਅੰਨੇ ਨੂੰ ਉਹਦੇ ਕੋਲ ਲਿਆਏ ਔਰ ਉਹਦੀ ਮਿਹਨਤ ਕੀਤੀ ਜੋ ਉਹ ਉਸ ਨੂੰ ਛੂਹੇ। ਸਾਰੇ ਬੋਲੋ ਹਾਲੇਲੂਇਆ, ਹਾਲੇਲੂਇਆ। ਇੱਕ ਜਗ੍ਹਾ ਪ੍ਰਭੂ ਯਿਸੂ ਮਸੀਹ ਆਏ ਤੇ ਲੋਕ ਇੱਕ ਅੰਨੇ ਨੂੰ ਲੈ ਕੇ ਆਏ ਸੀਗੇ। ਹੁਣ ਲੋਕਾਂ ਦੀ ਇੱਛਾ ਕੀ ਸੀਗੀ ਕਿ ਪ੍ਰਭੂ ਯਿਸੂ ਮਸੀਹ ਕੀ ਕਰੇ ਇਹਨੂੰ? ਹਾਲੇਲੂਇਆ। ਲੋਕਾਂ ਦੀ ਇੱਛਾ ਕੀ ਸੀਗੀ ਕਿ ਪ੍ਰਭੂ ਯਿਸੂ ਮਸੀਹ ਨੂੰ ਕੀ ਕਰੇ? ਛੂ ਲਵੇ। ਫਿਰ ਤਾਂ ਉਹ ਉਸ ਅੰਨੇ ਦਾ ਹੱਥ ਫੜ ਕੇ ਉਸ ਨੂੰ ਪਿੰਡੋਂ ਬਾਹਰ ਲੈ ਗਿਆ ਔਰ ਉਸ ਦੀਆਂ ਅੱਖਾਂ ਵਿੱਚ ਥੁੱਕ ਕੇ ਉਸ ਉੱਤੇ ਹੱਥ ਰੱਖੇ ਅਤੇ ਉਸ ਨੂੰ ਪੁੱਛਿਆ ਤੈਨੂੰ ਕੁਝ ਦਿਸਦਾ ਹੈ? ਸਾਰੇ ਬੋਲੋ ਹਾਲੇਲੂਇਆ, ਹਾਲੇਲੂਇਆ। ਲੋਕਾਂ ਨੇ ਕੀ ਸੋਚਿਆ ਸੀਗਾ? ਪ੍ਰਭੂ ਯਿਸੂ ਮਸੀਹ ਅਗਰ ਇਸ ਨੂੰ ਛੂ ਲਵੇ ਤਾਂ ਕੀ ਹੋ ਜਾਏਗਾ? ਇਹ ਚੰਗਾ ਹੋ ਜਾਏਗਾ। ਤਾਂ ਫਿਰ ਕੀ ਲਿਖਿਆ ਬਾਈਬਲ ਦੇ ਵਿੱਚ ਕਿ ਪ੍ਰਭੂ ਯਿਸੂ ਮਸੀਹ ਨੇ ਉਸ ਅੰਨੇ ਦਾ ਹੱਥ ਫੜ ਲਿਆ। ਉਹਦਾ ਛੂਹਣ ਦੀ ਗੱਲ ਕਰਦੇ ਸੀਗੇ, ਲੇਕਿਨ ਯਿਸੂ ਮਸੀਹ ਨੇ ਉਹਦਾ ਹੱਥ ਹੀ ਫੜ ਲਿਆ। ਕੀ ਅੰਨਾ ਚੰਗਾ ਹੋ ਗਿਆ? होया चंगा? इंसान अपनी इच्छा नाल अगर काम कराना चाहे परमेश्वर दे कोलों तो परमेश्वर कदे काम नहीं करने वाले। तुहाडी इच्छा कैसी है ये तुहाडे नज़र में सही हो सकती है, लेकिन परमेश्वर की जो इच्छा की तुहाडे लई, परमेश्वर की जो मर्जी है तुहाडे लई वो वखरी है। तुसीं की चाहुंदे हो कि अज हो जाए सारा कुछ, अज हो जाए सारा कुछ, हुणे हो जाए सारा कुछ, लेकिन परमेश्वर ਕਰਨ ਨੂੰ ਕੀ ਨਹੀਂ ਕਰ ਸਕਦੇ। ਪਰਮੇਸ਼ਵਰ ਨੇ ਬੋਲਿਆ ਆਕਾਸ਼ ਬਣ ਜਾ ਤਾਂ ਨਾਲ ਦੀ ਨਾਲ ਆਕਾਸ਼ ਬਣ ਗਿਆ। ਲੇਕਿਨ ਪਰਮੇਸ਼ਵਰ ਦਾ ਕੰਮ ਕਰਨ ਦਾ ਤਰੀਕਾ ਹੈਗਾ। ਪਰਮੇਸ਼ਵਰ ਕਦੇ ਵੀ ਕਿਸੇ ਵੀ ਇਨਸਾਨ ਦੀ ਇੱਛਾ ਦੇ ਅਨੁਸਾਰ ਨਹੀਂ, ਉਹ ਤਾਂ ਆਪਣੀ ਇੱਛਾ ਦੇ ਅਨੁਸਾਰ ਕੰਮ ਕਰਦੇ ਨੇ। ਹੁਣ ਇਹ ਲੋਕ ਕੀ ਕਹਿੰਦੇ ਸੀਗੇ ਕਿ ਯਿਸੂ ਮਸੀਹ ਅੰਨੇ ਨੂੰ ਛੂ ਲਵੇ, ਤਾਂ ਯਿਸੂ ਮਸੀਹ ਨੇ ਹੱਥ ਹੀ ਫੜ ਲਿਆ। ਅੰਨਾ ਕਿਹੜਾ ਚੰਗਾ ਹੋ ਗਿਆ?
ਯਿਸੂ ਮਸੀਹ ਨੂੰ ਬਾਹਰ ਲੈ ਗਏ, ਉਹਦੀਆਂ ਅੱਖਾਂ ਵਿੱਚ ਥੁੱਕਿਆ ਜਾ ਕੇ। ਕਹਿਣ ਦਾ ਮਤਲਬ ਕਿ ਅਗਰ ਯਿਸੂ ਮਸੀਹ ਦੇ ਕੋਲ ਆਏ ਹੋ ਤਾਂ ਕੀ ਕਰਨਾ ਚਾਹੀਦਾਗਾ? ਆਪਣੀ ਇੱਛਾ ਨੂੰ ਮਾਰਨਾ ਚਾਹੀਦਾਗਾ। ਹਾਲੇਲੂਇਆ। ਅਗਰ ਆਪਣੀ ਇੱਛਾ ਮਾਰੋਗੇ ਤਾਂ ਕੀ ਹੋਵੇਗਾ? ਫਿਰ ਆਨੰਦ ਆਏਗਾ ਜੀਵਨ ਦੇ ਵਿੱਚ। ਅਗਰ ਯਿਸੂ ਮਸੀਹ ਦੇ ਪਿੱਛੇ ਚੱਲਣਾਗਾ, ਆਪਣੀ ਇੱਛਾ ਮਾਰ ਕੇ ਚੱਲੋ। ਅਗਰ ਆਪਣੀ ਇੱਛਾ ਮਾਰ ਕੇ ਚੱਲੋਗੇ ਤਾਂ ਕੀ ਪ੍ਰਭੂ ਯਿਸੂ ਮਸੀਹ ਤੁਹਾਨੂੰ ਸ਼ਰਮਿੰਦਾ ਹੋਣ ਦੇਵੇਗਾ? ਕੀ ਪ੍ਰਭੂ ਯਿਸੂ ਮਸੀਹ ਤੁਹਾਡੀਆਂ ਦੁੱਖਾਂ ਨੂੰ, ਤੁਹਾਡੀਆਂ ਤਕਲੀਫਾਂ ਨੂੰ, ਤੁਹਾਡੀਆਂ ਮੁਸ਼ਕਲਾਂ ਨੂੰ ਜਾਣਦਾ ਨਹੀਂ? ਉਹ ਤਾਂ ਜਾਣਦਾ ਨਹੀਂ ਸਭ ਕੁਝ। ਲੇਕਿਨ ਜਦ ਤੁਸੀਂ ਯਿਸੂ ਮਸੀਹ ਅੱਗੇ ਬੇਨਤੀ ਕਰਦੇ ਹੋ ਨਾ ਕਿ ਪਰਮੇਸ਼ਵਰ, ਹੁਣ ਤੱਕ ਮੈਂ ਤੁਹਾਨੂੰ ਕਹਿੰਦਾ ਰਿਹਾ ਕਿ ਤੁਸੀਂ ਕਰੋ, ਲੇਕਿਨ ਅੱਜ ਇਹ ਕਹਿ ਕੇ ਦੇਖਿਓ, ਪ੍ਰਭੂ ਮੈਂ ਆਪਣੀ ਮਰਜ਼ੀ ਛੱਡ ਦਾਂਗਾ, ਮੈਂ ਆਪਣੀ ਇੱਛਾ ਛੱਡ ਦਾਂਗਾ। ਹੁਣ ਤੁਸੀਂ ਬੋਲੋ, ਮੈਂ ਉਹ ਕਰਾਂਗਾ। ਹੁਣ ਤੁਸੀਂ ਬੋਲੋ, ਮੈਂ ਉਹ ਕਰਾਂਗਾ। ਜੋ ਆਪਾਂ ਪੜ੍ਹ ਰਹੇ ਸੀ ਬਚਨ, ਉੱਥੇ ਜੋ ਨਮਾਨ ਹੈ ਆਇਆ ਤਾਂ ਚੰਗਾ ਹੋਣ ਦੇ ਲਈ ਸੀਗਾ, ਲੇਕਿਨ ਕੀ ਲੈ ਕੇ ਆਇਆ ਸੀਗਾ? ਆਪਣੀ ਇੱਛਾ ਲੈ ਕੇ ਆਇਆ ਸੀਗਾ। ਜਦੋਂ ਉਹਦੀ ਇੱਛਾ ਨਹੀਂ ਪੂਰੀ ਹੋਈ, ਤਾਂ ਫਿਰ ਕੀ ਹੋਇਆ? ਉਹ ਦੁਖੀ ਹੋ ਗਿਆ ਔਰ ਵਾਪਸ ਜਾ ਰਿਹਾ ਸੀਗਾ। ਲੇਕਿਨ ਚਲੋ ਉੱਥੇ ਕੋਈ ਇਨਸਾਨ ਸੀਗਾ, ਸਮਝਦਾਰ ਇਨਸਾਨ ਸੀਗਾ, ਗੱਲ ਕਰੀ, ਸਵਾਮੀ ਅਗਰ ਤੁਹਾਨੂੰ ਕੋਈ ਕੰਮ ਹੋਰ ਕਿਹਾ ਜਾਂਦਾ ਕਿ ਤੁਸੀਂ ਨਾ ਕਰਦੇ। ਚਲੋ ਉਸ ਤੋਂ ਬਾਅਦ ਕੀ ਹੈ ਕਿ ਜੋ ਨਮਾਨ ਸੀਗਾ ਉਹ ਚੰਗਾ ਵੀ ਹੋ ਗਿਆ। ਔਰ ਚੰਗਾ ਹੋ ਗਿਆ, ਹੁਣ ਚੰਗਾ ਹੋ ਕੇ ਉਸਨੇ ਕੀ ਚਾਹਿਆ ਕਿ ਮੈਂ ਜਿਹੜਾ ਸੋਨਾ ਲੈ ਕੇ ਆਇਆਗਾ, ਜਿਹੜਾ ਚਾਂਦੀ ਲੈ ਕੇ ਆਇਆਗਾ, ਜਿਹੜੇ ਕੱਪੜੇ ਲੈ ਕੇ ਆਇਆ, ਇਹ ਮੈਂ ਤੁਹਾਨੂੰ ਦਵਾਂ। ਲੇਕਿਨ ਪਰਮੇਸ਼ਰ ਦਾ ਜੋ ਦਾਸ ਸੀਗਾ ਐਲੀਸ਼ਾ, ਉਸਨੇ ਮਨਾ ਕਰਤਾ, ਮੈਨੂੰ ਕੁਝ ਵੀ ਨਹੀਂ ਚਾਹੀਦਾ, ਨਾ ਤੇਰੇ ਕੱਪੜੇ, ਨਾ ਤੇਰਾ ਸੋਨਾ ਤੇ ਨਾ ਤੇਰਾ ਚਾਂਦੀ, ਤੂੰ ਚਲਾ ਜਾ, ਕੋਈ ਬਾਤ ਨਹੀਂ, ਤੂੰ ਚੰਗਾ ਹੋਗਾ, ਬਹੁਤ ਆ, ਬਸ ਨਹੀਂ। ਲੇਕਿਨ ਜੋ ਉਹਦਾ ਸਾਥੀ ਸੀਗਾ ਐਲੀਸ਼ਾ ਦਾ, ਕੀ ਨਾਮ ਸੀ ਉਹਦਾ? ਗਿਹਾਜ਼ੀ। ਹੁਣ ਉਹਦੀ ਇੱਛਾ ਜਾਗੀ। ਹਾਲੇਲੂਇਆ। ਉਹਦੀ ਇੱਛਾ ਜਾਗੀ ਕਿ ਇਹ ਮੇਰਾ ਸਵਾਮੀ ਕਿਹੋ ਜਿਹਾ ਯਾਰ, ਨਾ ਸੋਨਾ ਲੈ ਰਿਹਾਗਾ, ਨਾ ਕੱਪੜੇ ਲੈ ਰਿਹਾਗਾ, ਨਾ ਚਾਂਦੀ ਲੈ ਰਿਹਾਗਾ। ਉਹ ਜੇ ਤੈਂ ਨਹੀਂ ਲੈਣੇ, ਮੈਨੂੰ ਤਾਂ ਲੈ ਕੇ ਦੇ ਦੇ, ਮੈਂ ਤਾਂ ਤੇਰੇ ਪਿੱਛੇ ਨਾਲ ਤੁਰਿਆ ਫਿਰਦਾਗਾ। ਹਾਲੇਲੂਇਆ। ਮੈਂ ਤਾਂ ਤੇਰੇ ਪਿੱਛੇ ਹੀ ਆ ਯਾਰ, ਮੈਨੂੰ ਲੈ ਕੇ ਦੇ ਦੇ। ਲੇਕਿਨ ਸਵਾਮੀ ਨੇ ਮਨਾ ਕਰਤਾ। ਹੁਣ ਚੇਲਾ ਕੀ ਕਰੇ? ਚੇਲੇ ਦੇ ਮਨ ਦੇ ਵਿੱਚ ਕੀ ਆਈ? ਇੱਛਾ ਆਈ, ਮੈਂ ਮੇਰੇ ਸਵਾਮੀ ਤੋਂ ਕੀ ਕਰਾਂ? ਚੋਰੀ ਕਰ ਲੈਣਾਗਾ, ਮੈਂ ਛੁਪ ਜਾਣਾਗਾ। ਚੇਲੇ ਬੜੇ ਹੁਸ਼ਿਆਰ ਨੇ। ਹਾਲੇ ਤੁਹਾਡੀ ਗੱਲ ਨਹੀਂ ਕਰਦਾ, ਹੱਸਿਆ ਨਾ ਕਰੋ। ਚੇਲੇ ਬੜੇ ਹੁਸ਼ਿਆਰ ਨੇ। ਇੱਕ ਵਾਰ ਇੱਕ ਗੁਰੂ ਸੀਗਾ, ਇੱਕ ਛੋਟਾ ਜਿਹਾ ਕੋਈ ਘਰ ਬਣਾਇਆ ਸੀਗਾ, ਵਿੱਚ ਰਹਿੰਦਾ ਸੀ ਉਹਦਾ ਚੇਲਾ ਬੜਾ ਆਲਸੀ ਸੀਗਾ। ਗੱਲ ਬਹੁਤ ਧਿਆਨ ਨਾਲ ਸੁਣਿਓ। ਚੇਲਾ ਬੜਾ ਆਲਸੀ ਸੀਗਾ, ਉਹ ਗੁਰੂ ਦੀ ਗੱਲ ਮੰਨਦਾ ਹੀ ਨਹੀਂ ਸੀਗਾ। ਇੱਕ ਵਾਰ ਗੁਰੂ ਕਹਿੰਦਾ ਚੇਲੇ ਨੂੰ, ਕਿ ਦੇਖ ਜਾ ਕੇ ਬਾਹਰ ਕਿਤੇ ਮੀਂਹ ਨਹੀਂ ਪੈ ਰਿਹਾ। ਉਹ ਕਹਿੰਦਾ ਗੁਰੂ ਜੀ ਬਾਹਰੋਂ ਬਿੱਲੀ ਆਈ ਹੈ, ਕਹਿੰਦਾ ਬਿੱਲੀ ਨੂੰ ਹੱਥ ਲਾ ਕੇ ਦੇਖ ਲੈ, ਜਿਹਦਾ ਬਿੱਲੀ ਗਿੱਲੀ ਹੈ ਮੀਂਹ ਪੈ ਰਿਹਾ, ਜੇ ਸੁੱਕੀ ਹੈ ਫਿਰ ਮੀਂਹ ਨਹੀਂ ਪੈ ਰਿਹਾ। ਤੇ ਉਸ ਤੋਂ ਬਾਅਦ ਗੁਰੂ ਨੇ ਸੋਚਿਆ ਚੱਲ ਕੋਈ ਗੱਲ ਨਹੀਂ। ਉਹ ਕਹਿੰਦਾ ਯਾਰ ਤੂੰ ਏਦਾਂ ਕਰ, ਕਹਿੰਦਾ ਉੱਠ ਕੇ ਲਾਈਟ ਹੀ ਬੰਦ ਕਰ ਦੇ। ਹੈ ਚੇਲਾ ਕਹਿੰਦਾ ਗੁਰੂ ਅੱਖਾਂ ਬੰਦ ਕਰ ਲੈ, ਲਾਈਟ ਆਪੇ ਬੰਦ ਹੋ ਜਾਊ। ਕਹਿਣ ਦਾ ਮਤਲਬ ਕਿ ਜੋ ਗੁਰੂ ਨੇ ਹਨਾ, ਉਹ ਚਾਹੇ ਕੁਝ ਵੀ ਕਹੇ, ਲੇਕਿਨ ਜੋ ਚੇਲਾ ਗਾ ਉਹਨੇ ਕੁਛ ਨਾ ਕੁਛ ਗੜਬੜੀ ਕਰਨੀ ਹੈ। ਹਾਲੇਲੂਇਆ। ਇਹ ਚੇਲਿਆਂ ਦੀ ਗੱਲ ਕਰ ਰਿਹਾ ਮੈਂ। ਤੇ ਪ੍ਰਭੂ ਯਿਸੂ ਮਸੀਹ ਦੇ ਚੇਲੇ ਐਸੇ ਨਹੀਂ ਹੈਗੇ, ਉਹ ਤਾਂ ਬੜੇ ਚੰਗੇ ਚੇਲੇ ਸੀਗੇ। ਦੇਖੋ ਬਾਈਬਲ ਦੇ ਉੱਤੇ ਨਾਮ ਲਿਖਿਆ ਨਾ ਉਹਦਾ। ਹੁਣ ਚੇਲੇ ਦੇ ਗੁਰੂ ਨੇ ਕੀ ਕਿਹਾ ਕਿ ਜਾ ਕੇ ਕੀ ਕਰ, ਬਾਹਰ ਦੇਖ ਜਾ ਕੇ ਕਿ ਮੀਂਹ ਪੈ ਰਿਹਾ ਜਾਂ ਨਹੀਂ ਪੈ ਰਿਹਾ। ਤਾਂ ਉਹਨੇ ਕੀ ਕਿਹਾ, ਬਿੱਲੀ ਆਈ ਹੈ ਤਾਂ ਬਿੱਲੀ ਕੀ ਕਰੇ, ਉਹਨੂੰ ਹੱਥ ਲਾ ਕੇ ਦੇਖ, ਫਿਰ ਪਤਾ ਚੱਲ ਜਾਏਗਾ। ਫਿਰ ਉਸ ਤੋਂ ਬਾਅਦ ਗੁਰੂ ਨੇ ਕਿਹਾ ਦੇਖ ਹਵਾ ਆ ਰਹੀ ਹੈ, ਉੱਠ ਕੇ ਬੂਹਾ ਬੰਦ ਕਰ ਦੇ। ਤਾਂ ਚੇਲੇ ਨੇ ਕੀ ਕਿਹਾ, ਗੁਰੂ ਜੀ ਮੈਂ ਇੰਨੇ ਕੰਮ ਕਰਤੇ, ਹੁਣ ਤੁਸੀਂ ਕਰ ਲਓ ਇੱਕ, ਹੁਣ ਬੂਹਾ ਤੁਸੀਂ ਬੰਦ ਕਰ ਦਿਓ। ਹੁਣ ਦੇਖੋ ਜੋ ਇਹ ਸੀਗਾ, ਕਿਹੜਾ ਚੇਲਾ ਸੀਗਾ? ਇਹ ਚੇਲਾ ਕਿਹੜਾ ਸੀਗਾ? ਨਹੀਂ ਉਹ ਨਹੀਂ, ਐਲੀਸ਼ਾ ਦਾ ਚੇਲਾ ਗਿਹਾਜ਼ੀ। ਹੁਣ ਦੇਖੋ ਉਸਨੇ ਕੀ ਸੋਚਿਆ ਕਿ ਨਾ ਕੱਪੜੇ, ਨਾ ਸੋਨਾ ਤੇ ਨਾ ਚਾਂਦੀ, ਲੇਕਿਨ ਮੈਂ ਕੀ ਕਰਦਾਗਾ, ਮੈਂ ਜਾ ਕੁਝ ਕਰ ਦਾਂਗਾ। ਤਾਂ ਦੌੜਿਆ ਪਿੱਛੇ। ਦੌੜਿਆ ਕਿਉਂ? ਉਹਦੇ ਪਿੱਛੇ ਦੌੜਿਆ ਕਿਉਂ? ਉਹ ਇੱਛਾ ਸੀ, ਉਹਦੀ ਇੱਛਾ ਸੀ। ਔਰ ਸਾਰਿਆਂ ਨੂੰ ਪਤਾ ਹੀ ਹੈ, ਬਾਈਬਲ ਪੜ੍ਹਨ ਵਾਲੇ ਹੋ, ਕਿ ਜਾ ਕੇ ਉਸਨੂੰ ਘੇਰ ਲਿਆ ਉਸਨੇ। ਉੱਤੇ ਅੱਗੇ ਜਾ ਕੇ ਝੂਠ ਬੋਲਿਆ ਕਿ ਮੇਰੇ ਸਵਾਮੀ ਨੂੰ ਕੱਪੜਿਆਂ ਦੀ ਲੋੜ ਹੈ, ਕੁਝ ਸਮਾਨ ਦੀ ਲੋੜ ਹੈ। ਤਾਂ ਜੋ ਨਮਾਨ ਕੁੜੀ ਸੀਗਾ, ਉਹਨੇ ਕੀ ਕਿਹਾ, ਮੈਂ ਤਾਂ ਦੇਣ ਦੇ ਲਈ ਆਇਆ ਸੀਗਾ, ਜਿੰਨਾ ਚਾਹੀਦਾ ਲੈ ਜਾ ਤੂੰ।
ਚਲੋ ਉਸ ਤੋਂ ਬਾਅਦ ਉਹ ਲੈ ਕੇ ਵੀ ਆਇਆ। ਉਸ ਤੋਂ ਬਾਅਦ ਕੀ ਹੋਇਆ, ਜੋ ਅਲੀਸ਼ਾ ਸੀਗਾ ਉਸਨੂੰ ਪਤਾ ਚੱਲਿਆ, ਤਾਂ ਉਸ ਤੋਂ ਬਾਅਦ ਉਸਨੂੰ ਕੀ ਮਿਲਿਆ, ਉਸਨੂੰ ਸਲਾਹ ਮਿਲਿਆ। ਜਿਹੜਾ ਕੋੜ ਨਮਾਨ ਦੇ ਉੱਪਰੋਂ ਹਟਿਆਗਾ ਉਹ ਕੋੜ ਤੇਰੇ ਉੱਪਰ ਤੇ ਤੇਰੀ ਅੰਸ਼ ਉੱਪਰ ਆ ਜਾਏ। ਦੇਖੋ ਇੱਛਾ ਨੇ ਮਰਵਾ ਦਿੱਤਾ ਨਾ। ਹਾਲੇਲੂਇਆ, ਹਾਲੇਲੂਇਆ। ਇੱਛਾ ਨੇ ਕੀ ਕਰਤਾ, ਇੱਛਾ ਨੇ ਮਰਵਾ ਦਿੱਤਾ। ਤਾਂ ਅੱਜ ਕੀ ਹੈ, ਅੱਜ ਜ਼ਿਆਦਾਤਰ ਲੋਕ ਮਸੀਹ ਦੇ ਵਿੱਚ ਆਏ ਤਾਂ ਹੈਗੇ, ਲੇਕਿਨ ਇਨਸਾਨ ਦੀ ਇੱਛਾ ਵੱਧਦੀ ਜਾ ਰਹੀ ਹੈ। ਅੱਜ ਇਨਸਾਨ ਦੀ ਇੱਛਾ ਕੀ ਹੈ, ਉਹ ਵੱਧਦੀ ਜਾ ਰਹੀ ਹੈ। ਅੱਜ ਇਨਸਾਨ ਆਪਣੀ ਇੱਛਾ ਨਹੀਂ ਛੱਡਣਾ ਚਾਹੁੰਦਾ, ਜਿਹਦੇ ਕਰਕੇ ਇਨਸਾਨ ਕੀ ਹੈ, ਹੋਰ ਦੁਖੀ ਹੋਰ ਦੁਖੀ ਹੋਰ ਦੁਖੀ ਹੋ ਰਿਹਾ ਹੈਗਾ। ਅਗਰ ਆਨੰਦ ਕਰਨਾਗਾ, ਅਗਰ ਸੁਖੀ ਰਹਿਣਾਗਾ ਤਾਂ ਕੀ ਕਰਨਾ ਪਏਗਾ, ਕੀ ਕਰਨਾ ਪਏਗਾ, ਸਾਰੇ ਬੋਲੋ ਹਾਲੇਲੂਇਆ। ਅਗਰ ਆਨੰਦ ਕਰਨਾਗਾ, ਖੁਸ਼ ਰਹਿਣਾਗਾ ਤਾਂ ਕੀ ਕਰਨਾ ਪਏਗਾ, ਇੱਛਾ ਨੂੰ ਮਾਰਨਾ ਪਏਗਾ। ਇਕੱਲੇ ਭਾਈਆਂ ਨੂੰ, ਸਾਰਿਆਂ ਨੂੰ। ਲੋਹੜੀ ਤੋਂ ਬਾਅਦ ਵੀ ਇੱਛਾ ਮਾਰ ਕੇ ਰੱਖਣੀ ਹੈ, ਲੋਹੜੀ ਤੋਂ ਬਾਅਦ ਵੀ। ਭਾਈਆਂ ਦਾ ਗਲਾ ਨਾ ਘੁੱਟਿਆ ਕਰੋ। ਤੁਹਾਡੇ 2-4 ਘੰਟੇ ਦੇ ਲਈ ਵਿਆਹ ਹੁੰਦਾਗਾ ਤੇ ਬਾਅਦ ਦੇ ਵਿੱਚ ਉਹਨੂੰ ਸੂਈ ਟੰਗ ਦਿੰਦੇ ਹੋ ਤੇ ਬਾਅਦ ਦੇ ਵਿੱਚ ਪਰੇਸ਼ਾਨੀ ਆਉਂਦੀ ਹੈ। ਇਦਾਂ ਨਾ ਸੋਚਿਓ ਕਿ ਬਾਈਬਲ ਦੇ ਵਿੱਚ ਅਸੀਂ ਪੜ੍ਹਿਆ ਅੱਜ ਕਿ ਅਗਰ ਕੋਈ ਉਧਾਰ ਮੰਗਦਾਗਾ, ਠੀਕ ਹੈ ਨਾ, ਤੇ ਉਸ ਤੋਂ ਮੰਗਣ ਤੋਂ ਬਿਨਾਂ, ਮਤਲਬ ਉਹ ਤੋਂ ਵਾਪਸ ਮਿਲ ਜਾਵੇ, ਆਸ ਤੋਂ ਬਿਨਾਂ ਦੇਣਾਗਾ, ਇਹਦਾ ਨਜਾਇਜ਼ ਫਾਇਦਾ ਨਾ ਚੁੱਕਿਓ। ਬਾਈਬਲ ਦੇ ਵਿੱਚ ਲਿਖਿਆ ਹੈ ਜੋ ਦੁਸ਼ਟ ਹੈ ਉਧਾਰ ਲੈਂਦਾਗਾ, ਮੋੜਦਾ ਨਹੀਂ ਹੈ। ਲੇਕਿਨ ਮੈਂ ਇੱਕ ਗੱਲ ਕਹਾਂਗਾ ਵੀ ਅਗਰ ਆਨੰਦ ਕਰਨਾਗਾ, ਅਗਰ ਖੁਸ਼ ਰਹਿਣਾਗਾ ਤਾਂ ਆਪਣੀ ਇੱਛਾ ਨੂੰ ਮਾਰਨਾ ਸ਼ੁਰੂ ਕਰੋ। ਤੁਹਾਡੇ ਘਰ ਦੇ ਹਾਲਾਤ ਕੈਸੇ ਨੇ, ਤੁਹਾਡੇ ਜੀਵਨ ਦੀ ਪਰਿਸਥਿਤੀਆਂ ਕੈਸੀਆਂ ਨੇ, ਉਹਨੂੰ ਛੱਡ ਦਿਓ, ਉਹਨੂੰ ਛੱਡ ਦਿਓ। ਕਿਉਂਕਿ ਜਿੰਨਾ ਤੁਸੀਂ ਯਾਦ ਰੱਖੋਗੇ, ਜਿੰਨਾ ਕੁਝ ਸੋਚੋਗੇ, ਜਿੰਨਾ ਕੁਝ ਦੇਖੋਗੇ, ਜ਼ਿਆਦਾ ਦੁਖੀ ਰਹੋਗੇ। ਅਗਰ ਜ਼ਿਆਦਾ ਦੁਖੀ ਹੋਵੋਗੇ, ਨਾ ਤੁਸੀਂ ਪ੍ਰਾਰਥਨਾ ਕਰ ਸਕੋ, ਨਾ ਤੁਸੀਂ ਪਰਮੇਸ਼ਰ ਨਾਲ ਸੰਗਤੀ ਕਰ ਸਕੋ। ਉਸ ਇੱਛਾ ਨੂੰ ਛੱਡ ਦਿਓ। ਪਰਮੇਸ਼ਰ, ਮੈਂ ਤੁਹਾਡੇ ਕੋਲ ਆ ਚੁੱਕਿਆਂਗਾ, ਮੇਰੀ ਇੱਛਾ ਸਾਈਡ ਤੇ ਪਈ ਹੈ, ਜੋ ਕੁਝ ਕਰਨਾ ਹੈ ਤੁਸੀਂ ਕਰੋ। ਤਾਂ ਦੇਖੋ ਪਰਮੇਸ਼ਰ ਤੁਹਾਡੇ ਹਾਲਾਤ ਵੀ ਬਦਲ ਦੇਣਗੇ, ਪਰਮੇਸ਼ਰ ਤੁਹਾਡੀ ਸਮੱਸਿਆ ਦਾ ਹੱਲ ਵੀ ਕਰ ਦੇਣਗੇ, ਔਰ ਤੁਹਾਨੂੰ ਪਰਮੇਸ਼ਰ ਆਨੰਦ ਨਾਲ ਵੀ ਭਰ ਦੇਣਗੇ। ਹਾਲੇਲੂਇਆ, ਹਾਲੇਲੂਇਆ। ਹੁਣ ਦੇਖੋ ਨਮਾਨ ਕੁੜੀ ਕਦੋਂ ਚੰਗਾ ਹੋਇਆ ਸੀ, ਪਤਾ ਤੁਹਾਨੂੰ? ਨਮਾਨ ਕੁੜੀ ਕਦੋਂ ਚੰਗਾ ਹੋਇਆ ਸੀਗਾ? ਜਦੋਂ ਆਪਣੀ ਇੱਛਾ ਛੱਡੀ ਉਸਨੇ। ਉਹਦੀ ਇੱਛਾ ਕੀ ਸੀਗੀ ਕਿ ਸਵਾਮੀ ਆ ਕੇ ਕੀ ਹੈ, ਹੱਥ ਫੇਰੇ। ਉਹਨੇ ਆਪਣੀ ਇੱਛਾ ਛੱਡਤੀ ਤਾਂ ਉਹ ਚੰਗਾ ਹੋ ਗਿਆ। ਅਗਰ ਅੱਜ ਤੁਹਾਡੀ ਸਮੱਸਿਆ ਹੈ, ਅੱਜ ਤੁਹਾਡੀ ਪਰੇਸ਼ਾਨੀ ਹੈ, ਤੁਹਾਡੇ ਰਿਸ਼ਤੇਦਾਰ, ਤੁਹਾਡੇ ਭੈਣ ਭਾਈ, ਤੁਹਾਡਾ ਰੁਪਿਆ ਪੈਸਾ ਤੁਹਾਡਾ ਸਾਥ ਨਹੀਂ ਦੇ ਰਿਹਾ, ਤਾਂ ਕੋਈ ਬਾਤ ਨਹੀਂ, ਆਪਣੀ ਇੱਛਾ ਛੱਡ ਦਿਓ, ਯਿਸੂ ਮਸੀਹ ਦੇ ਕੋਲ ਆ ਜਾਓ। ਤਾਂ ਯਿਸੂ ਮਸੀਹ ਕੀ ਹੈ, ਉਹ ਤੁਹਾਡੇ ਹਾਲਾਤ ਬਦਲ ਦੇਗਾ, ਉਹ ਤੁਹਾਡਾ ਵਕਤ ਬਦਲ ਦੇਗਾ। ਹਾਲੇਲੂਇਆ। ਆਓ ਸਭ ਜਣੇ ਆਪਣੀ ਅੱਖਾਂ ਬੰਦ ਕਰੀਏ, ਆਪਣੇ ਸਿਰਾਂ ਨੂੰ ਝੁਕਾਈਏ, ਕਿਉਂਕਿ ਹੁਣ ਸਮਾਂ ਹੈਗਾ। ਹੁਣ ਕੋਈ ਵੀ ਜਨ ਆਵਾਜ਼ ਨਾ ਕਰੇ, ਨਾ ਕੋਈ ਬਾਈਬਲ ਬੰਦ ਕਰੇ, ਕੋਈ ਚੈਨ ਬੰਦ ਨਾ ਕਰੇ। ਹੁਣ ਸਮਾਂ ਹੈਗਾ ਆਪਣੇ ਆਪ ਦੇ ਨਾਲ ਇੱਕ ਸਵਾਲ ਕਰਨ ਦਾ ਕਿ ਅੱਜ ਤੱਕ ਮੈਂ ਮਸੀਹ ਦੇ ਪਿੱਛੇ ਚੱਲ ਰਿਹਾ ਹਾਂ, ਔਰ ਕਿੰਨੀ ਸਾਰੀਆਂ ਮੇਰੀਆਂ ਇੱਛਾਵਾਂ ਨੇ, ਕਿੰਨੀਆਂ ਇੱਛਾਵਾਂ ਨੇ ਮੇਰੀਆਂ, ਕਿ ਮੇਰੀ ਇੱਛਾ ਮੇਰੇ ਆਨੰਦ ਦੇ ਵਿੱਚ ਉਹ ਰੁਕਾਵਟ ਬਣ ਰਹੀ ਹੈ। ਮੈਂ ਕੀ ਚਾਹੁੰਦਾਗਾ, ਮੈਂ ਕੀ ਸੋਚਦਾਗਾ। ਅਗਰ ਤੁਹਾਡੇ ਜੀਵਨ ਦੇ ਵਿੱਚ ਸਮੱਸਿਆ ਹੈ, ਅਗਰ ਤੁਹਾਡੇ ਜੀਵਨ ਦੇ ਵਿੱਚ ਪਰੇਸ਼ਾਨੀ ਹੈ, ਤਾਂ ਦੇਖੋ ਉਹ ਪਰੇਸ਼ਾਨੀ ਕਿਉਂ ਨਹੀਂ ਜਾ ਰਹੀ, ਉਹ ਸਮੱਸਿਆ ਕਿਉਂ ਨਹੀਂ ਜਾ ਰਹੀ। ਕਿ ਤੁਹਾਡੀ ਜੋ ਇੱਛਾ ਹੈਗੀ, ਤੁਸੀਂ ਕੀ ਸੋਚ ਰਹੇ ਹੋ ਕਿ ਪਰਮੇਸ਼ਰ ਕੰਮ ਕਰੇ, ਉਹ ਕਿਹੜੇ ਤਰੀਕੇ ਨਾਲ ਕਰੇ। ਪਰਮੇਸ਼ਰ ਤੁਹਾਡੇ ਜੀਵਨ ਦੇ ਵਿੱਚ ਉਹ ਛੁਟਕਾਰਾ ਦੇਣ, ਕਿਹੜੇ ਤਰੀਕੇ ਨਾਲ ਦੇਣ, ਕਿ ਤੁਹਾਡੀ ਇੱਛਾ ਦੇ ਨਾਲ। ਅਗਰ ਤੁਸੀਂ ਐਸਾ ਸੋਚ ਰਹੇ ਹੋ ਤਾਂ ਅੱਜ ਵੀ ਤੁਸੀਂ ਉਹ ਕੰਮ ਕਰਾਉਣ ਦੇ ਵਿੱਚ ਅਸਫਲ ਹੋ। ਤੁਹਾਡੇ ਜੀਵਨ ਦੇ ਵਿੱਚ ਉਹ ਕੰਮ ਨਹੀਂ ਹੋ ਰਿਹਾ, ਜਿਸ ਕਰਕੇ ਤੁਸੀਂ ਉਦਾਸ ਹੋ, ਜਿਸ ਕਰਕੇ ਤੁਸੀਂ ਦੁਖੀ ਹੋ, ਜਿਸ ਕਰਕੇ ਤੁਸੀਂ ਮਾਯੂਸ ਹੋ ਚੁੱਕੇ ਹੋ, ਕਿਉਂਕਿ ਤੁਸੀਂ ਆਪਣੀ ਇੱਛਾ ਨਹੀਂ ਛੱਡਣਾ ਚਾਹੁੰਦੇ। ਅਗਰ ਆਪਣੀ ਇੱਛਾ ਛੱਡੋਗੇ ਤਾਂ ਪਰਮੇਸ਼ਵਰ ਦੇ ਕੋਲੋਂ ਤੁਸੀਂ ਆਨੰਦ ਪਾਓਗੇ, ਸ਼ਾਂਤੀ ਪਾਓਗੇ। ਕਿਉਂਕਿ ਜਦ ਕੋਈ ਇਨਸਾਨ ਕਿਸੇ ਦੇ ਕੋਲ ਕੋਈ ਆਸ ਰੱਖਦਾਗਾ, ਕੋਈ ਇੱਛਾ ਰੱਖਦਾਗਾ, ਤਾਂ ਇਨਸਾਨ ਦੁਖੀ ਹੁੰਦਾਗਾ। ਪ੍ਰਭੂ ਯਿਸੂ ਮਸੀਹ ਨੇ ਵੀ ਆਸ ਕਰੀ, ਪ੍ਰਭੂ ਯਿਸੂ ਮਸੀਹ ਦੀ ਇੱਛਾ ਸੀਗੀ ਕਿ ਇਹ ਲੋਕ ਵਿਸ਼ਵਾਸ ਦੇ ਵਿੱਚ ਵਧਣ,
ਲੇਕਿਨ ਜਦੋਂ ਲੋਕਾਂ ਨੂੰ ਵਿਸ਼ਵਾਸ ਵਿੱਚ ਨਹੀਂ ਦੇਖਿਆ ਤਾਂ ਪ੍ਰਭੂ ਯਿਸੂ ਮਸੀਹ ਦੁਖੀ ਹੋਏ। ਅਗਰ ਤੁਹਾਡੀ ਆਸ ਪੂਰੀ ਨਹੀਂ ਹੋ ਰਹੀ, ਅਗਰ ਤੁਹਾਡੀ ਇੱਛਾ ਪੂਰੀ ਨਹੀਂ ਹੋ ਰਹੀ, ਅਗਰ ਤੁਹਾਡੀ ਇੱਛਾ ਅੱਜ ਪੂਰੀ ਨਹੀਂ ਹੋ ਰਹੀ ਤਾਂ ਤੁਸੀਂ ਕਿੰਨੇ ਦੁਖੀ ਹੋ, ਕਿੰਨੇ ਉਦਾਸ ਹੋ। ਅੱਜ ਆਪਣੀ ਇੱਛਾ ਨੂੰ ਛੱਡ ਦਿਓ। ਅੱਜ ਪ੍ਰਭੂ ਯਿਸੂ ਮਸੀਹ ਦੇ ਪਿੱਛੇ ਚੱਲਣ ਦਾ ਯਤਨ ਕਰੋ। ਫਿਰ ਦੇਖੋ ਪ੍ਰਭੂ ਯਿਸੂ ਮਸੀਹ ਆਪਣੇ ਤਰੀਕੇ ਦੇ ਨਾਲ ਤੁਹਾਡੇ ਹਾਲਾਤ ਬਦਲ ਦਿੰਦੇ ਨੇ। ਆਪਣੇ ਤਰੀਕੇ ਨਾਲ ਪ੍ਰਭੂ ਯਿਸੂ ਮਸੀਹ ਤੁਹਾਡੇ ਜੀਵਨ ਦੇ ਵਿੱਚ ਇੱਕ ਬਹੁਤ ਵੱਡਾ ਤੇ ਅਦਭੁਤ ਕੰਮ ਕਰਨਗੇ। ਉਹ ਆਪਣੇ ਤਰੀਕੇ ਨਾਲ ਕਰਨਗੇ, ਲੇਕਿਨ ਤੁਹਾਡੀ ਇੱਛਾ ਦੇ ਅਨੁਸਾਰ ਨਹੀਂ। ਆਪਣੀ ਇੱਛਾ ਨੂੰ ਛੱਡ ਸਕੋ ਔਰ ਪ੍ਰਭੂ ਯਿਸੂ ਮਸੀਹ ਦੀ ਮਰਜ਼ੀ ਨੂੰ ਪੂਰਾ ਕਰ ਸਕੋ, ਪ੍ਰਭੂ ਯਿਸੂ ਮਸੀਹ ਦੀ ਇੱਛਾ ਨੂੰ ਪੂਰਾ ਕਰ ਸਕੋ। ਉਸ ਦੇ ਲਈ ਪ੍ਰਭੂ ਯਿਸੂ ਮਸੀਹ ਤੁਹਾਨੂੰ ਸਭ ਨੂੰ ਆਪਣਾ ਬਲ ਦੇਣ, ਆਪਣੀ ਸਾਮਰਥ ਦੇਣ, ਆਪਣੀ ਸ਼ਕਤੀ ਦੇਣ। ਥੈਂਕ ਯੂ ਲਾਰਡ, ਥੈਂਕ ਯੂ ਜੀਸਸ ਪਿਤਾ ਜੀ, ਹਾਲੇਲੂਇਆ ਪਿਤਾ ਜੀ।